ਸਵਾਗਤ ਜੀ ਤੁਹਾਡਾ ਇੱਕ ਵਾਰ ਫਿਰ ਤੋਂ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ। ਮੈਂ ਗੁਰਪ੍ਰੀਤ ਸਿੰਘ ਸੰਧਾਵਾਲੀਆ ਤੇ ਚੈਨਲ ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰੋਗਰਾਮ ਪ੍ਰਾਈਮ ਫੋਕਸ। ਇੱਕ ਗੱਲ ਮੈਂ ਜ਼ਿਕਰ ਕਰਦੇ ਹਾਂ ਕਿ ਵੀ ਜੇ ਮੈਂ ਗਲਤ ਨਹੀਂ WhatsApp ਤੇ 1600 ਐਪੀਸੋਡ ਹੋ ਗਏ ਸਰਦਾਰ ਜੀ। ਅੱਜ 1600 ਕਦੋਂ ਦੇ ਲੱਗੇ ਆਪਾਂ, ਕੋਈ ਐਵੇਂ ਨਹੀਂ ਹੁੰਦੇ। 1600 ਦਾ ਮਤਲਬ ਇਹ ਹੋ ਗਿਆ ਵੀ 1600 ਦਿਨ ਤੇ ਹੈਗੇ ਹੀ ਆ, ਜਾਣੀ ਤਕਰੀਬਨ ਜੇ 1 ਘੰਟੇ ਦਾ ਤਕਰੀਬਨ ਪ੍ਰੋਗਰਾਮ ਦਾ 1600 ਘੰਟੇ ਆਪਾਂ ਐ ਇਹਨੇ ਕਹਿ ਦੇ ਮੂੰਹੋਂ ਜੋ ਵੱਡੀਆਂ ਗੱਲਾਂ ਨਹੀਂ ਜਾਣੀ। ਲਿਖਣ ਵਾਲਾ ਲਿਖ ਹੀ ਦੇਣਾ ਵੀ 1600 ਘੰਟੇ ਹੋ ਗਏ ਜੱਕੜ ਮਾਰਦੇ ਨੂੰ। ਨਹੀਂ ਐਵੇਂ ਜੱਕੜ ਤੁਸੀਂ ਮਾਰਦੇ ਹੋਗੇ, ਤੁਹਾਡਾ ਲੀਡਰਾਂ ਦਾ ਕੰਮ ਹੈ, ਸਾਡਾ ਆਮ ਲੋਕਾਂ ਦਾ ਕੰਮ ਨਹੀਂ ਹੈ। ਮੈਂ ਮਤਲਬ ਸਾਰਾ ਕੋਈ ਲੀਡਰਾਂ ਦੇ ਸਿਰ ਮੜਦਾ ਕਰੂ ਨਹੀਂ। ਦੇਖੋ ਤੁਸੀਂ ਅੱਛਾ ਇੱਕ ਗੱਲ ਦੱਸੋ, ਲੀਡਰਾਂ ਤੋਂ ਬਿਨਾਂ ਗੁਜ਼ਾਰਾ ਹੈਗਾ ਤੁਹਾਡਾ? ਖਬਰਾਂ ਲੀਡਰ ਦੇਣ, ਘਪਲੇ ਲੀਡਰ ਕਰਨ, ਲੋਕਾਂ ਦੀਆਂ ਪਰੇਸ਼ਾਨੀਆਂ ਲੀਡਰ ਸੁਣ। 5 ਸਾਲ ਬਾਅਦ ਜੇ ਮੇਲਾ ਲਾਉਣ ਤੇ ਲੀਡਰ ਲਾਉਣ, ਕੋਈ ਵੈਸੇ ਲਾਉਂਦਾ ਨਹੀਂ ਲਾਉਂਦਾ। ਤੇ ਫਿਰ ਜੇ ਲੀਡਰ ਨਾ, ਮੈਨੂੰ ਲੱਗਦਾ ਵੀ ਲੀਡਰ ਕੀ ਕਹਿੰਦਾ ਸਮਾਜ ਮੁਆਸ਼ਰੇ ਦਾ ਅਟੁੱਟ ਅੰਗ ਨਹੀਂ ਲੀਡਰ। ਨਹੀਂ ਆ ਜਦੋਂ ਤੁਸੀਂ ਔਖੇ ਜਿਹੇ ਅੱਖਰ ਬੋਲਦੇ ਨਾ, ਸਾਨੂੰ ਲੱਗਦਾ ਤੁਸੀਂ ਬਹੁਤ ਸਿਆਣੇ ਯਾਰ। ਨਹੀਂ ਉਹ ਜ਼ਰੂਰੀ ਹੁੰਦੇ, ਪਤਾ ਕੀ ਕਰਨਾ, ਪੁੱਠਾ ਜਿਹਾ ਇੱਕ ਸ਼ਬਦ ਮਹਿੰਗਾ ਜਾਂ ਤਕੜਾ ਜਿਹਾ ਬੋਲਦੇ ਹੋ, ਅਗਲਾ ਯਾਰ ਕੋਈ ਗੱਲ ਹੈ ਹੀ ਇਹਦੇ 'ਚ, ਵੀ ਸਾਡੇ ਨਾਲ ਕੁਝ ਵੱਧ ਘੱਟ ਹੈਗਾ। ਹਾਂ ਮੁਆਸ਼ਰੇ ਦੇ ਵਿੱਚ ਜਿਹੜਾ ਇਹ ਮੇਲਾ ਲੱਗਦਾ ਹੈ ਹਾਜ਼ਰੀਨ ਨਾਲ ਇਹਦਾ। ਬਾਕੀ ਸੰਧਾਲੀਆ ਸਾਹਿਬ ਇੱਦਾਂ, ਜੇ ਤੁਸੀਂ ਲੀਡਰ ਨਾ ਹੋ ਸਮਾਜ ਦੇ ਵਿੱਚ, ਸਾਨੂੰ ਕੰਮ ਹੀ ਕੋਈ ਨਾ ਹੋਵੇ, ਅਸੀਂ ਖਬਰਾਂ ਕਿਹਨਾਂ ਦੀਆਂ ਸੁਣੀਏ ਤੇ ਕਿਹਨਾਂ ਦੀਆਂ ਸੁਣਾਈਏ। ਤੁਸੀਂ ਦੇਖੋ ਅਫਸਰ ਵਿਹਲੇ ਬੈਠੇ ਹੁਣ ਦੇਖੋ 2-4 ਅੰਦਰ ਨੇ, ਉਹਨਾਂ ਦੀਆਂ ਖਬਰਾਂ, ਉਹਨਾਂ ਦੀ ਸੇਵਾ ਭਾਵਨਾ ਕਿ ਭਾਈ ਠੀਕ ਨੇ ਗਲਤ ਨੇ ਕਿੱਦਾਂ ਨੇ, ਕਈਆਂ ਨੂੰ ਅੰਦਰ ਲੈ ਕੇ ਜਾਣਾ, ਕਈਆਂ ਨੂੰ ਅਸੀਂ ਲੱਭਦੇ ਫਿਰਦੇ ਹਾਂ, ਕਈ ਲੱਭ ਪਏ ਨੇ। ਕਿਸੇ ਦੀ ਵਕੀਲਾਂ ਨੂੰ ਕਿੰਨਾ ਕੰਮ ਆ, ਜਾਣੀ ਵਕੀਲਾਂ ਦੀ ਟੀਮ। ਆਮ ਬੰਦੇ ਦਾ ਮੇਰਾ ਕੋਈ ਕੇਸ ਹੋਵੇ, ਇੱਕ ਵਕੀਲ ਸਾਹਿਬ ਨੇ ਜਾਣਾ ਫਾਈਲਾਂ 'ਚ ਫੜ ਕੇ, ਤੁਹਾਡਾ ਕੇਸ ਹੋਵੇ 7 ਵਕੀਲ ਜਾਣ ਕੇ ਟੈਚੀ ਫੜ ਕੇ। ਇਹ ਬਹੁਤ ਹੀ ਤੁਸੀਂ ਆਪਣੇ ਆਪ ਨੂੰ ਵਧਾ ਕੇ ਦੱਸਿਆ। ਵਕੀਲ ਨਹੀਂ ਜਾਂਦਾ ਤਾਂ ਡਰ ਕੇ ਬੰਦੇ ਨਾਲ, ਵਕੀਲ ਤਾਂ ਆਪਣੇ ਮੁੰਸ਼ੀ ਨੂੰ ਘੱਲਦੇ ਜਾਂ ਜਾਇਆ ਯਾਰ ਉਹਦਾ ਕੇਸ ਆਇਆ ਕਿ ਰੌਲਾ ਗਿਆ ਤਰੀਕ ਲੈ ਦੇ ਯਾਰ, ਹੋਰ ਇਹਦਾ ਕੀ ਹੋਣਾ। ਅੱਜ ਤੁਸੀਂ ਜਿਹੜੀ ਸਾਡੀ ਹਾਲਤ ਬਿਆਨ ਕੀਤੀ ਹੈ ਨਾ, ਤਦੇ ਮੈਂ ਦੇਖੋ ਹੁਣ ਕਾਰਨ ਹੈ ਵੀ ਹੁਣ ਦੱਸੋ ਵੀ ਜੇ ਲੀਡਰ ਨਾ ਹੋਣ ਫੇਰ ਕੀ ਕਰੋਗੇ। ਯਾਨੀ ਕਹਿਣ ਦਾ ਭਾਵ ਇਹ ਆ ਵੀ ਜੇ ਮੇਰੇ ਵਰਗਾ ਆਮ ਬੰਦਾ, ਤੇ ਹੋ ਸਕਦਾ ਵਕੀਲ ਸਾਹਿਬ ਚੈਂਬਰ ਦੇ ਵਿੱਚ ਉੱਠ ਕੇ ਅਦਾਲਤ ਜਾਣ ਨਾ ਮੁਨਸ਼ੀ ਸਾਹਿਬ ਨੂੰ ਭੇਜ ਦੇਣ, ਤੇ ਤੁਹਾਡੇ ਲਈ ਜੇ ਤੁਹਾਡਾ ਚੰਡੀਗੜ੍ਹ ਕੇਸ ਲੱਗਾ ਤਾਂ ਦਿੱਲੀੋਂ ਵਕੀਲ ਆ ਸਕਦੇ ਆ। ਹੋ ਸਕਦਾ। ਇਹੀ ਤੇ ਗੱਲ ਮੈਂ ਤਦੇ ਆਖਾਂ, ਦੇਖੋ ਕਾਰਨ ਇਹ ਹੈ ਵੀ ਲੋਕਾਂ ਦਾ ਕੰਮ ਕੀ ਹੈ, ਲੋਕਾਂ ਦਾ ਕੰਮ ਹੈ ਮਿਹਨਤ ਕਰਨੀ ਜੀ, ਟੈਕਸ ਦੇਣਾ, ਉਸ ਟੈਕਸ ਦੇ ਪੈਸੇ ਨੂੰ ਖਜ਼ਾਨੇ ਤੱਕ ਪਹੁੰਚਾਉਣਾ, ਰੋਟੀ ਤੋਂ ਪਹਿਲਾਂ ਧੱਕੇ ਖਾਣੇ, ਹਾਂ, ਤਾਂ ਜੋ ਉਹਦੇ ਤੋਂ ਜਿਹੜਾ ਫਿਰ ਉਹ ਜਿਹੜੀ ਅਲੱਗ-ਅਲੱਗ ਖਰਚੇ ਨੇ ਸਾਡੇ ਉਹ ਵੀ ਪੂਰੇ ਹੋਣ। ਵੀਰ ਜੀ, ਕੋਠੀ ਦਾ ਖਰਚਾ, ਫੋਨ ਦਾ ਖਰਚਾ, ਤੇਲ ਦਾ ਖਰਚਾ, ਬਹਿਣ ਦਾ ਖਰਚਾ, ਉੱਠਣ ਦਾ ਖਰਚਾ, ਚਾਹ ਦਾ ਖਰਚਾ, ਫਿਰ ਚਾਹ ਪੀਣ ਨਾਲ ਮੱਠੀ ਦਾ ਖਰਚਾ, ਜਲੇਬੀ ਦਾ ਖਰਚਾ, ਫਿਰ ਉਹ ਸਾਰੇ ਕੁਛ ਤੋਂ ਬਾਅਦ ਫਿਰ ਜਿਹੜੀਆਂ ਬਿਮਾਰੀਆਂ ਲੱਗਣੀਆਂ ਉਹਦੇ ਇਲਾਜ ਦਾ ਖਰਚਾ। ਇੱਕ ਤੁਸੀਂ ਭੁੱਲ ਹੀ ਗਏ, ਜਿਹੜਾ ਵੱਡੇ ਵਰਦੇ ਕੱਪੜੇ ਦਾ ਤੁਹਾਡਾ ਕੁੜਤਾ ਪਜਾਮਾ ਬਣਦਾ ਉਹਦਾ ਖਰਚਾ। ਨਹੀਂ ਉਹ ਤੇ ਆਪਣਾ ਇਦਾਂ ਕਿਦਾਂ। ਕਈ ਲੀਡਰ ਸਾਹਿਬ ਜਿਹੜੇ ਆ ਨਾ, ਜਾਣੀ ਵੀ ਸਾਰੇ ਟੱਬਰ ਦੇ ਕੱਪੜੇ ਬਣ ਜਾਂਦੇ ਜਿੰਨਾ ਤੁਹਾਨੂੰ ਕੱਪੜਾ ਲੱਗਦਾ ਇੱਕ ਵਾਰੀ, ਜਾਣੀ ਕੁੜਤਾ। ਦੇਖੋ ਅਸੀਂ ਤੇ ਸਾਦਾ ਪਾਈਦਾ, ਸਿਰਫ ਇੱਕੋ ਹੀ ਚਿੱਟਾ ਕੁੜਤਾ ਪਜਾਮਾ ਰੱਖਿਆ, ਕੋਈ ਰੰਗਦਾਰ ਨਹੀਂ। ਕਿਤੇ ਤੁਹਾਡੇ ਨੂੰ ਅਸੀਂ ਰੰਗਦਾਰ ਟਾਈਆਂ ਥੋੜਾ ਲਾ ਲੈਣੀਆਂ, ਗੱਲ ਤਾਂ ਸਿਰਫ ਸਾਦਗੀ ਰੱਖੀ, ਇਹਨੂੰ ਕਹਿੰਦੇ ਸਾਦਗੀ। ਹਾਂ ਉਹ ਗੱਲ ਵੱਖਰੀ ਹੈ ਵੀ ਮਤਲਬ ਜਿੰਨੇ ਦਾ ਉਹ ਕੁੜਤਾ ਪਜਾਮਾ ਬਣਨਾ ਉਹਦੇ 'ਚ ਇਦਾਂ ਦੇ ਕੋਟ ਪੈਂਟ 5-7 ਆ ਜਾਂਦੇ। ਮੈਂ ਤਾਂ ਟਾਈ ਤਾਂ ਲਾਉਣਾ ਵੀ ਲੀਡਰ ਨਾ ਬਹਿਣਾ, ਮੈਨੂੰ ਪਤਾ ਲੱਗੇ ਇਹਦੇ ਬੰਦੇ ਨੇ ਗਲ ਘੁੱਟਣਾ ਹੀ, ਹੁਣ ਘੁੱਟ ਦੇਵੇ ਹੋਰ ਘੰਟੇ ਨੂੰ ਘੁੱਟ ਦੇਵੇ। ਨਹੀਂ ਇਦਾਂ ਯਾਰ ਤੁਹਾਡਾ ਟੌਰ ਹੈ ਮਹਾਰਾਜ। ਦੇਖੋ ਟਾਈ ਤੁਸੀਂ ਕਮਾਈ ਆ, ਆਮ ਹੀ ਆਪਾਂ ਸੁਣਦੇ ਨਾ ਪਿੰਡਾਂ ਥਾਂ ਫਲਾਣਾ ਹੈ ਤੂੰ, ਮੈਂ ਵੀ ਇੰਨੀ ਪੜ੍ਹ ਗਿਆ ਜਮਾਤ, ਲੈ ਵੀ ਹੁਣ ਤੂੰ ਟਾਈ ਲਾਉਣ ਜੋਗਾ ਹੋ ਗਿਆ। ਅਸੀਂ ਨਹੀਂ ਪੜ੍ਹੇ, ਅਸੀਂ ਨਹੀਂ ਟਾਈ ਲਾਉਣ ਜੋਗੇ। ਨਹੀਂ ਤੁਸੀਂ ਨਹੀਂ ਪੜ੍ਹੇ, ਤੁਸੀਂ ਲੀਡਰ। ਅਸੀਂ ਪੜ੍ਹੇ, ਅਸੀਂ ਤੁਹਾਡੇ ਮਨੀਮ, ਅਸੀਂ ਤੁਹਾਡੇ ਝੋਲਾ ਚੱਕਣ ਵਾਲੇ। ਚਲੋ ਸੰਧਾਲੀਆ ਸਾਹਿਬ, ਹੁਣ ਅਗਲੇ ਪਾਸੇ ਨੂੰ ਤੁਰਦੇ ਹਾਂ। ਮੈਨੂੰ ਤਾਂ ਇੱਕੋ ਗੱਲ ਦਾ ਡਰ। ਕਿਹੜੀ? ਮੈਂ ਇਹ 1.5 ਘੰਟਾ ਹੋ ਗਿਆ ਸੋਚੀ ਜਾਨਾ ਹੌਲ ਪੈਂਦੇ ਆ, ਸੋਚੀ ਜਾਨਾ ਵੀ ਮੇਰਾ ਜੀ ਕਰਦਾ ਮੈਂ ਤੁਹਾਡੇ ਨਾਲ ਰਵਾਂ, ਤੁਹਾਡਾ ਅਸਿਸਟੈਂਟ ਬਣਾ, ਹਰ ਕੰਮ ਦੇ ਰਾਜ਼ਦਾਰ ਹੋਵਾਂ, ਠੀਕ ਹੈ ਜੀ। ਪਰ ਜਦੋਂ ਮੈਂ ਆਲੇ ਦੁਆਲੇ ਦੇਖਦਾ ਫਿਰ ਮੈਨੂੰ ਲੱਗਦਾ ਨਹੀਂ ਯਾਰ, ਕਟਾਪਾ ਨਹੀਂ ਕਢਾ ਹੁੰਦਾ। ਇਹਨਾਂ ਨੂੰ ਕਿਸੇ ਨੇ ਕਹਿਣਾ ਕੁਛ ਨਹੀਂ, ਮੇਰਾ ਛੱਡਣਾ ਕੁਛ ਨਹੀਂ। ਇੱਕ ਉਦਾਹਰਣ ਹੈ, ਇਨਫੋਰਸਮੈਂਟ ਡਾਇਰੈਕਟੋਰੇਟ ਵਾਲਿਆਂ ਨੇ ਪੱਛਮੀ ਬੰਗਾਲ ਦੇ ਵਿੱਚ ਇੱਕ ਛਾਪਾ ਮਾਰਿਆ। ਇੱਕ ਮੰਤਰੀ ਸਾਹਿਬ ਨੇ ਉਹਨਾਂ ਦੇ ਘਰੇ ਛਾਪਾ ਮਾਰਿਆ, ਕੱਖ ਨਹੀਂ ਨਿਕਲਿਆ, ਜਾਂ ਥੋੜਾ ਬਹੁਤ ਕੁਛ ਨਿਕਲਿਆ ਹੋਊਗਾ। ਇੱਕ ਉਹਦੇ ਸਹਾਇਕ ਦੇ ਘਰੇ ਛਾਪਾ ਮਾਰਿਆ, ਕਹਿੰਦੇ ਜੀ ਈਡੀ ਵਾਲੇ ਅੰਦਰ ਗਏ ਤੇ ਭੈਣ ਜੀ ਹੋਰਾਂ ਨੇ ਉੱਥੇ ਮੋਹਰੇ ਕਹਿੰਦੇ ਜੀ ਕੜਾਈ ਭਿੰਡੀਆਂ ਬਣਾਉਣ, ਲਿਬੜੀਓ ਕੜਾਈ। ਹਾਂਜੀ, ਉਹ ਕਹਿੰਦੇ ਜੀ ਇੱਥੇ ਕੀ ਹੋਣਾ ਜੀ, ਸਾਡੇ ਘਰੇ ਕੀ ਕਰਨਾ ਹੈ। ਚਲੋ ਇੱਧਰ ਉੱਧਰ ਜਾ ਕੇ ਫੋਲਿਆ ਜਦੋਂ, ਤਾਂ 1 ਨੋਟ, 2 ਨੋਟ, 3 ਨੋਟ, ਮੁੜ ਕੇ ਕਹਿੰਦੇ ਜੀ ਮਸ਼ੀਨ ਲਿਆਓ। ਸੰਧਾਲੀਆ ਸਾਹਿਬ 20 ਕਰੋੜ ਕੈਸ਼। ਉਹ ਮੰਤਰੀ ਸਾਹਿਬ ਦੇ ਨਜ਼ਦੀਕੀ ਸਾਥੀ, ਅਸੀਂ ਨਹੀਂ ਕਹਿੰਦੇ ਕਿ ਉਹ ਕੈਸ਼ ਮੰਤਰੀ ਸਾਹਿਬ ਦਾ, ਪਰ ਤੁਸੀਂ ਦੇਖੋ ਸਾਡੇ ਕੋਲੇ ਘਰੇ 20 ਗੁਲਾਬ ਜਾਮਣਾ ਪਈਆਂ ਹੋਣ ਨਾ,
ਸਵੇਰ ਨੂੰ 16 ਹੀ ਹੁੰਦੀਆਂ ਕਿ ਟੱਬਰ ਦੇ ਵਿੱਚੋਂ ਇੱਕ ਸਾਰੇ ਜਣੇ ਇੱਕ ਦੂਜੇ ਦੇ ਚੋਰੀਆਂ ਉੱਠ ਕੇ ਖਾ ਲੈਂਦੇ ਆ, ਤੇ 20 ਕਰੋੜ ਜਦੋਂ ਤੁਸੀਂ ਜਾਂ ਤੁਹਾਡੇ ਸਾਥੀ ਰੱਖ ਬੈਠਦੇ ਆ, ਤੁਹਾਨੂੰ ਨੀਂਦ ਆ ਜਾਂਦੀ ਆ। ਦੇਖੋ ਇਹ ਤੇ ਹੁਣ ਉਹਨੂੰ ਪੁੱਛਣਾ ਚਾਹੀਦਾ ਜਿਹਦੇ ਘਰੋਂ ਨਿਕਲਿਆ। ਮੈਂ ਤੇ ਆਪ ਸੋਚ ਕੇ ਹੈਰਾਨ ਆ ਵੀ 20 ਕਰੋੜ, ਮੈਨੂੰ ਕਈ ਵਾਰ ਮੈਂ ਇਹ ਜ਼ਿਕਰ ਕਰ ਚੁੱਕਾ, ਅਗਰ ਫੇਰ ਕਰ ਦਿੰਦਾ। ਆਮ ਜਿਹੜੇ ਆਪਣੇ ਪਰਿਵਾਰਕ ਮੈਂਬਰ, ਤੁਸੀਂ ਹੁਣ ਮੈਨੂੰ ਐਵੇਂ ਧੱਕੇ ਨਾਲ ਲੀਡਰ ਬਣਾ ਲਿਆ, ਮੈਂ ਵੀ ਉਹਨਾਂ 'ਚ ਆਉਣਾ। ਮੈਨੂੰ ਨਹੀਂ ਲੱਗਦਾ ਵੀ 20 ਕਰੋੜ ਸਾਰੀ ਉਮਰ ਬੰਦਾ ਕਮਾਉਂਦਾ ਵੀ ਹੋਵੇ ਕਿਤੇ। ਸਾਰੀ ਉਮਰ ਜਿਉਂ ਜੰਮਿਆ ਪਹਿਲਾਂ ਭਾਪੇ ਕਮਾ ਲਿਆ, ਫਿਰ ਆਪ ਕਮਾ ਲਿਆ, ਗਾਂ ਟੱਬਰ ਟੀਰ ਨੇ ਕਮਾ ਲਿਆ, ਤੇ ਅਖੀਰ ਤੱਕ ਜਦੋਂ ਬਾਪੂ ਤੁਰਨ ਵਾਲਾ ਵੀ ਹੁੰਦਾ ਵੀ ਹੁਣ ਵੱਡਾ ਕਰਨਾ ਬਈ, ਸੁੱਖ ਨਾ ਬਈ ਦੋਤਿਆਂ ਪੋਤਿਆਂ ਵਾਲਾ ਹੋ ਕੇ ਗਿਆ, ਉਦੋਂ ਤੱਕ ਵੀ ਜੇ ਉਹਦੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਡੈਰੀ ਲਾਈ ਹੋਵੇ, ਤੇ ਮੈਨੂੰ ਲੱਗਦਾ ਵੀ 99% ਆਪਣੇ ਪਰਿਵਾਰਾਂ ਦੇ ਵਿੱਚ 20 ਕਰੋੜ ਨਹੀਂ ਬਣਦਾ। ਸੰਧਾਲੀਆ ਸਾਹਿਬ ਉਹਨਾਂ ਦੇ ਘਰੋਂ ਨਿਕਲਿਆ, ਤੁਸੀਂ ਆ ਵੇਖੋ ਭਿੰਡੀਆਂ ਬਣਾਉਂਦੀ ਬੀਬੀ ਦੇ ਰਸੋਈ ਹੋਰ ਸਿਲੰਡਰ ਦੇ ਉਹਨੇ ਰੱਖਿਆ ਹੋਵੇ। ਮੈਨੂੰ ਸੰਧਾਲੀਆ ਸਾਹਿਬ ਐਂ ਲੱਗਦਾ ਕਈ ਵਾਰੀ ਜਦੋਂ ਛੋਟੀ ਫ੍ਰਿਜ ਹੁੰਦੀ ਘਰੇ, ਜਿਹਦਾ ਦਰਵਾਜ਼ਾ ਖੋਲੋ ਤੇ ਵਿੱਚੇ ਉਹ ਛੋਟਾ ਜਿਹਾ ਫਰੀਜ਼ਰ ਜਿਹਾ ਹੁੰਦਾ ਹੈ, ਉਹਦੇ ਵਿੱਚੋਂ ਬਰਫ਼ ਕੱਢੀ, ਜੇ ਕਿਤੇ ਮਹਾਰਾਜ ਸੌਖਾ ਕਰ ਦੇਵੇ ਪਰਿਵਾਰ ਨੂੰ, ਉਹ ਥੋੜੀ ਜਿਹੀ ਵੱਡੀ ਫ੍ਰਿਜ ਲੈ ਆਉਣ ਜਿਹਦਾ ਬਰਫ਼ ਵਾਲਾ ਖਾਨਾ ਵੱਖਰਾ ਖੁੱਲਦਾ। ਅਸੀਂ 3 ਮਹੀਨੇ ਸਾਰੇ ਪਿੰਡ ਨੂੰ ਦੱਸੀਦਾ, ਫਿਰ ਫ੍ਰਿਜ ਵੱਡੀ ਲੈ ਆਂਦੀ, ਛੋਟੀ ਫਿਰ ਦੇਖਦੇ ਆ ਹੁਣ ਅਜੇ, ਫਿਰ ਅਗਲੇ ਸਾਲ ਤੁਹਾਨੂੰ ਦੇ ਦਿਆਂਗੇ। ਉਹ ਫਿਰ ਸਰਦਾ ਨਹੀਂ ਸੀ, ਨਿਆਣੇ ਸਾਰੀ ਦਿਹਾੜੀ ਫ੍ਰਿਜ ਨੂੰ ਚੁੰਬੜੇ ਰਹਿੰਦੇ ਸੀ, ਬਰਫ਼ ਹੀ ਕੱਢ ਕੱਢ ਖਾਈ ਜਾਂਦੇ ਆ। ਆ ਛੋਟੀ ਤਾਂ ਹਟਦੀ ਨਹੀਂ ਗੀ, ਸਾਰੀ ਦਿਹਾੜੀ ਬਰਫ਼ ਨੂੰ ਲੱਗੀ ਰਹਿੰਦੀ ਹੈ, ਉਹ ਚੋਂ ਗਏ ਅਸੀਂ ਮੁਕਾ ਦਿੰਦੇ ਸੀ। ਫਿਰ ਇਹਨਾਂ ਦੇ ਭਾਪੇ ਨੇ ਕਿਹਾ ਕਿ ਕੋਈ ਗੱਲ ਨਹੀਂ, ਆਪਾਂ ਫ੍ਰਿਜ ਵੱਡੀ ਲੈ ਆਉਨੇ ਆ, ਉਹਦੇ ਵਿੱਚੋਂ ਪਾਣੀ ਵੀ ਐਂ ਕਰਕੇ ਸੋਚਿਆ ਨਾ ਬਾਹਰੋਂ ਹੀ ਨਿਕਲ ਆਉਂਦਾ, ਬਰਫ਼ ਦੀਆਂ ਟੁਕੜੀਆਂ ਵੀ ਬਾਹਰੋਂ ਹੀ ਨਿਕਲਦੀਆਂ ਜਾਣੀਆਂ। ਅਸੀਂ ਫ੍ਰਿਜ ਲੈ ਆਈਏ ਨਾ, ਸਾਨੂੰ ਐਂ ਲੱਗਦਾ ਕਿ ਭਾਈ ਅਸਮਾਨ ਨੂੰ ਟਾਕੀ ਲਾਤੀ ਆ। ਉਹ 20 ਕਰੋੜ ਘਰੇ ਰੱਖੀ ਬੈਠੇ ਸੀ। ਮੈਂ ਜਦੋਂ ਫੋਟੋ 'ਚ ਢੇਰੀ ਜਿਹੀ ਲੱਗੀ ਦੇਖਦਾ ਨਾ, ਮੈਂ ਸੋਚਦਾ ਯਾਰ ਗਲਤ ਪਾਸੇ ਆ ਗਏ। ਨਹੀਂ ਉਹ ਰਾਹ ਠੀਕ ਹੈ ਤੁਹਾਡਾ, ਪਰ ਦੇਖੋ ਕਾਰਨ ਹੈ ਵੀ ਹੁਣ ਉਹ ਬੰਦੇ ਆ ਗਏ ਕਾਬੂ। ਹੁਣ ਜੇ ਹਿਸਾਬ ਨਾਲ ਉਹਨਾਂ ਦਾ ਹਿਸਾਬ ਕਿਤਾਬ ਲਾਇਆ ਜਾਣਾ, ਐਂਡ ਉਦੋਂ ਬਾਅਦ ਉਹ 20 ਕਰੋੜ ਦੇ ਵਿੱਚੋਂ ਇਕੱਲੇ ਰੁਪਈਏ ਦਾ ਹਿਸਾਬ ਉਹਨਾਂ ਕੋਲੋਂ ਲਿਆ ਜਾਣਾ, ਫਿਰ ਉਹਨਾਂ ਨੇ ਆਖਣਾ ਵੀ ਯਾਰ ਕਿਹੜੇ ਕੰਮ 'ਚ ਪੈ ਗਏ, ਦੱਸੋ ਕੀ ਫਾਇਦਾ ਹੋਇਆ, ਕਿਉਂਕਿ ਪੈਸੇ ਕਿਸੇ ਦੇ, ਕੰਮ ਕਿਸੇ ਦਾ, ਜਜਾਰੇ ਕਿਸੇ ਦੇ। ਤੁਹਾਨੂੰ ਕਿੱਦਾਂ ਪਤਾ ਪੈਸੇ ਕਿਸੇ ਦੇ ਹੁੰਦੇ ਆ? ਅੱਜ ਬੰਦਾ ਕਾਬੂ। ਨਹੀਂ ਦੇਖੋ, ਇਹ ਮੈਂ ਤਾਂ ਕਹਿ ਰਿਹਾ, ਪਿਛਲੇ ਕੁਝ ਸਮੇਂ ਤੋਂ ਆਪਾਂ ਕਿਹਦੀ ਗੱਲ ਕਰਦੇ ਹਾਂ? ਭਾਣਜਾ ਫੜਿਆ, ਭਤੀਜਾ ਫੜਿਆ, ਸਹਾਇਕ ਫੜਿਆ, ਲੈ ਇਹੋ ਹੀ ਹੁੰਦਾ। ਇਹ ਤੋਂ ਪਹਿਲਾਂ ਵੀ ਉਹ ਕੁਝ ਇਸ ਹੋਰ ਛੱਡੋ, ਮੈਂ ਕਿਸੇ ਦਾ ਕੋਈ ਨਾਂ ਨਹੀਂ ਲੈਂਦਾ। ਕੋਈ ਕਹਿੰਦੇ ਰੇਤ ਦੀ ਖੱਡ ਕੋਈ ਨੇਪਾਲ ਚੋਂ ਆ ਕੇ ਬੰਦਾ ਲੈ ਗਿਆ। ਆਹੋ, ਕਮਾਲ ਦੀ ਗੱਲ ਹੈ। ਤੇ ਫਿਰ ਤੁਸੀਂ ਆਪ ਸੋਚਣਾ ਵੀ ਇਸ ਕਰਕੇ ਅਗਲੇ ਨੂੰ ਪਤਾ ਹੁੰਦਾ ਵੀ ਇੱਕ ਸ਼ਬਦ ਬੜਾ ਆਪਣੇ ਹੁਣ ਵੀ ਪ੍ਰਚਲਿਤ ਹੈ, ਸ਼ਾਇਦ ਹੁਣ ਤਾਂ ਕਹਿੰਦੇ ਵੀ ਉਹਨੂੰ ਰੋਕਿਆ ਜਾਊਗਾ, ਮੋਦੀ ਸਰਕਾਰ ਕਾਫੀ ਦੇਰ ਤੋਂ ਲੱਗੀ ਹੈ, ਬੇਨਾਮੀ। ਬੇਨਾਮੀ ਬੰਦਾ ਜੇ ਕਿਸੇ ਮਾਤੜ ਬੰਦੇ ਨੇ ਕੋਈ ਚੀਜ਼ ਲੈਣੀ ਹੈ, ਅਗਲਾ 2 ਵਾਰ ਲਿਖਾਉਂਦਾ, ਭਾਜੀ ਇਹ ਨਾਂ ਚੈੱਕ ਕਰ ਲਓ, ਸਪੈਲਿੰਗ ਚੈੱਕ ਕਰ ਲਓ, ਤੁਹਾਡੇ ਨਾਂ ਤੇ ਕਾਗਜ਼ ਆ। ਫਿਰ ਬੰਦਾ ਇਹ 2 ਐਨਕਾਂ ਲਾ ਕੇ ਫਿਰ ਲਾਗੇ ਮੁੰਡੇ ਨੂੰ ਪੜਾਉਣਾ ਵੀ ਕਾਗਜ਼ ਠੀਕ ਆ, ਬਈ ਹੁਣ ਆਪਾਂ ਇਹ ਸੌਦਾ ਕਰਨਾ ਵੀ ਆਪਾਂ ਆਪਣੇ ਨਾਂ ਤੇ ਚੀਜ਼ ਲਈ। ਤੁਸੀਂ ਦੇਖੋ ਵੀ ਉਹ ਕਿੰਨੇ ਹੌਸਲੇ ਵਾਲੇ ਲੋਕ ਹੋਣਗੇ ਜਿਹੜੇ ਬੇਨਾਮੀ ਚੀਜ਼ਾਂ ਬਣਾਉਣ ਦੇ ਵਿੱਚ ਵਿਸ਼ਵਾਸ ਰੱਖਦੇ। ਸੰਧਾਲੀਆ ਸਾਹਿਬ, ਇੱਥੇ ਨਾ ਮੈਨੂੰ ਲੱਗਦਾ ਕਿ ਔਰਤਾਂ ਨਾਲ, ਬੀਬੀਆਂ ਨਾਲ, ਮਹਿਲਾਵਾਂ ਦੇ ਨਾਲ ਥੋੜ੍ਹਾ ਜਿਹਾ ਧੱਕਾ ਹੋਇਆ। ਥੋੜ੍ਹਾ ਜਿਹਾ ਕਿਵੇਂ ਹੋਇਆ? ਆਮ ਤੌਰ 'ਤੇ ਕੀ ਹੁੰਦਾ, ਬੰਦਿਆਂ ਨਾਲ ਧੱਕਾ ਹੋਇਆ ਸਾਰੀ ਉਮਰ। ਬੀਬੀਆਂ ਦਾ 5000 ਦਾ ਸੂਟ ਨਾਲ ਬੰਦੇ ਦੀਆਂ ਜਰਾਬਾਂ ਲਾ ਦਿਓ ਜੀ, ਪੂਰਾ ਕਰਨ ਨੂੰ ਨਾ, ਸਰਕਲ ਜਿਹਾ ਇੱਕ ਸੱਚਾ ਜਿਹਾ ਪੂਰਾ ਕਰਨ ਨੂੰ। ਬੀਬੀਆਂ ਦਾ 4500 ਦਾ ਸੂਟ, ਪਿਓਰ ਦੀ ਚੁੰਨੀ ਨਾਲ ਰਮਾਲ ਲਾ ਦਿਓ ਜੀ। ਬਹੁਤੀ ਗੱਲ ਤੇ ਚਿੱਟੀ ਬਣਾਉਣ ਲਾ ਦੇ, ਉੱਤੇ ਰੰਗ ਲਾਇਆ ਹੁੰਦਾ ਚੌਲਾਂ ਵਾਲਾ, ਇਹ ਨਾ ਚਿੱਟਾ ਨਹੀਂ ਦਿਖਦਾ। ਹੋਰ ਸੁਣੋ, ਤੁਸੀਂ ਤੌਲੀਆ ਲਾ ਦਿਓ, ਨਹੀਂ ਤਾਂ ਉਹ ਤੌਲੀਆ 45 ਵਾਲਾ ਤੌਲੀਆ, ਉਹ ਜੇ ਕਿਤੇ ਉਹਦੇ ਨਾਲ ਪਿੰਡਾ ਪੂੰਝ ਲਓ, ਤੌਲੀਆ ਉੱਥੇ ਘਟ ਰਹਿੰਦਾ, ਪਿੰਡੇ ਤੇ ਉਹਦੇ ਲੂਫੜੇ ਜਿਹਾ ਵੱਧ ਆ ਜਾਂਦੇ ਆ। ਹੋਰ ਸੁਣੋ, ਤੁਸੀਂ ਇੱਕ ਹੋਰ ਵੀ ਤਰੀਕਾ ਹੁੰਦਾ। ਸਾਰੇ ਬਾਜ਼ਾਰ ਦੇ ਵਿੱਚੋਂ ਬੀਬੀਆਂ ਨੇ ਜਾਣਾ, ਸਵੇਰੇ 8:30 ਵਜੇ ਆਟੋ ਕਰ ਲੈਣਾ ਕਿ ਆ ਭਾਈ ਆਪਾਂ ਅੱਜ ਸਮਾਨ ਖਰੀਦਣਾ ਹੀ, ਕੱਪੜੇ ਖਰੀਦਣ ਜਾਣਾ ਹੀ। ਯਾਨੀ ਸਵੇਰੇ 9 ਵਜੇ ਬਾਜ਼ਾਰ ਖੁੱਲਣ ਤੋਂ ਲੈ ਕੇ 4:45 ਵਜੇ ਤੱਕ ਬੀਬੀਆਂ ਨੇ ਸੂਟ ਖਰੀਦਣੇ, ਜੇ ਉਹ ਮਾਰ ਆ ਭੂਆ ਦਾ, ਮਾਸੀ ਦਾ, ਆਪਣਾ ਉਹਦਾ 11 ਸੂਟ ਇਹਦੇ ਹਨ। ਤੇ ਜਦੋਂ ਸਮੋਸੇ ਖਾ ਲੈਣੇ, ਬਾਅਦ ਚ ਭੁੱਖ ਲੱਗਣੀ, ਟਿੱਕੀਆਂ ਖਾ ਲੈਣੀਆਂ, ਸ਼ਿਕੰਜਵੀ ਦੇ 2-2 ਗਲਾਸ ਪੀ ਲੈਣੇ ਬਰਫ਼ ਘੱਟ ਕਰਾ ਕੇ। ਤੇ ਜਦੋਂ ਤੁਰੇ ਆਉਣਾ ਨਾ ਬਾਹਰਲੇ ਪਾਸੇ ਨੂੰ, ਆਟੋ ਨੂੰ ਫੋਨ ਕਰ, ਹੁਣ ਆ ਜਾ ਭਾਈ ਉੱਥੇ ਜਿੱਥੇ ਸਾਨੂੰ ਲਾਇਆ ਸੀ। ਆਉਂਦੇ ਆਉਂਦੇ ਨਿਗਾਹ ਪੈ ਜਾਣੀ, ਉਹ ਸੱਚ ਆ ਕਮੀਜ਼ਾਂ ਵੀ ਲੈਣੀਆਂ, ਟੋਟੇ ਉੱਥੇ ਸਿਰ ਲਿਖ ਲਿਆ ਹੁੰਦਾ, ਇੱਥੇ ਦੇਣ ਲੈਣ ਵਾਲੀਆਂ ਕਮੀਜ਼ਾਂ ਮਿਲਦੀਆਂ, ਉਹ ਤੋਂ 12 ਇਕੱਠੀਆਂ ਚੱਕ ਲੈਣੀਆਂ, ਨਾ ਰੰਗ ਦੇਖਣਾ ਨਾ ਕੋਈ ਹੋਰ ਦੇਖਣਾ। ਬੰਦਿਆਂ ਨਾਲ ਧੱਕਾ ਸੀ, ਪਰ ਇੱਥੇ ਕੰਮ ਹੋਰ ਹੋ ਗਿਆ। ਜਿੰਨੇ ਬੰਦੇ ਫੜ ਹੁੰਦੇ ਆ, 20 ਕਰੋੜ ਕਿਸੇ ਤੋਂ ਫੜ ਹੋ ਜਾਵੇ, ਕਿਸੇ ਤੋਂ 10 ਲੱਖ ਫੜ ਹੋ ਜਾਵੇ, 5 ਲੱਖ, ਬੰਦੇ ਹੀ ਫੜਦੇ ਆ, ਬੀਬੀਆਂ ਨਹੀਂ ਫੜਦੀਆਂ ਉੱਥੇ। ਨਹੀਂ, ਥੋੜੇ ਦਿਨ ਪਹਿਲਾਂ ਇੱਕ ਬੀਬੀ ਅਫਸਰ ਸੀ ਜਿਹਦੇ ਘਰੋਂ ਵੀ ਫੜੇ ਸੀ ਇੰਨੀ ਮਾਇਆ। ਨਹੀਂ, ਉਹ ਤਾਂ ਕੀ ਗੱਲ ਕਰਦੇ ਵੀਰ ਜੀ, ਇਸ ਤਰ੍ਹਾਂ ਨਹੀਂ ਹੋ ਸਕਦਾ। ਦੇਖੋ ਬਰਾਬਰ ਰੱਖਦੇ ਹੀ, ਸਮਾਨਤਾ ਦਾ ਅਧਿਕਾਰ ਹੈ ਦੇਸ਼ ਦੇ ਵਿੱਚ, ਉਹ ਤੇ ਹੁਣ ਅਗਲੇ ਦੀ ਪਹੁੰਚ ਆ ਵੀ ਅਗਲੇ ਨੇ ਕੀ ਕਰਨਾ। ਪਰ ਇੱਕ ਗੱਲ ਆਪਾਂ ਇੱਥੋਂ ਅੰਦਾਜ਼ਾ ਲਾਈਏ ਵੀ ਇਹ ਜਿਹੜੀ ਭੁੱਖ ਆ, ਇਹਦਾ ਜ਼ਰੂਰ ਕੋਈ, ਮੈਨੂੰ ਨਹੀਂ ਲੱਗਦਾ ਵੀ ਅਜੇ ਤੱਕ ਕੋਈ ਡਾਕਟਰ ਇਸ ਪਾਸੇ ਲੱਗਾ ਹੋਵੇ ਵੀ ਯਾਰ ਇਹਦੀ ਦਵਾਈ ਬਣਾ ਲਓ ਵੀ ਭਲੇ ਲੋਕੋ ਜੀ ਜਾਪਦਾ ਵੀ ਇਹਨੂੰ ਨੁਕਸਿਆ ਵੀ ਇਹ ਕਹਿੰਦਾ ਆਹ ਵੀ ਇਕੱਠਾ ਕਰ ਲਾਂ, ਮੈਂ ਆਹ ਵੀ ਇਕੱਠਾ ਕਰ ਲਾਂ। ਹੁਣ ਤੁਸੀਂ ਉਸ ਬੰਦੇ ਨੂੰ ਬਿਠਾ ਕੇ ਦੇ ਦਿਓ ਨਾ ਵੀ ਵੀਰ ਆਹ 20 ਕਰੋੜ ਰੁਪਈਆ, ਜਿੰਨੀ ਕਿ ਵੀ ਉਹਦੀ ਮੰਤਰੀ ਸਾਹਿਬ ਦੀ ਉਮਰ ਬਚੀ ਹੋਣੀ ਹੈ,
ਲੈ ਵੀ ਰੋਜ਼ ਉਹ ਜੋ ਕਰਨਾ ਚਾਹਵੇ ਕਰੀ ਜਾਵੇ, ਮੈਨੂੰ ਨਹੀਂ ਲੱਗਦਾ ਵੀ 20 ਕਰੋੜ ਉਹ ਮੁਕਾ ਸਕਦਾ। ਪਰ ਪਤਾ ਨਹੀਂ ਕਿ ਉਹਨੇ ਭੁੱਖ ਨਹੀਂ ਜਾਂਦੀ। ਨਹੀਂ, ਮੈਂ ਬੜਾ ਹੈਰਾਨ ਹਾਂ ਕਿ ਸੰਧਾਲੀਆ ਸਾਹਿਬ ਚਲੋ ਮੋਟਾ ਹੁੰਦਾ 20 ਕਰੋੜ ਰੱਖਿਆ ਕਿੱਥੇ ਹੋਊਗਾ? ਮੰਨ ਲਓ ਆਪਾਂ 20 ਕਰੋੜ ਰੱਖਣਾ, ਕਿੱਥੇ ਰੱਖਾਂਗੇ? ਸਾਰੇ ਆਪਾਂ ਟਿੱਪਣੀ ਲੈ ਲੈਂਦੇ ਆ ਵੀ ਥੋੜੇ ਕਰੋੜ ਹੀ ਲਾ ਲਓ ਤੇ ਉੱਪਰਲੇ 19 ਛੱਡੇ ਵੀ ਆਪਾਂ ਘਰ 'ਚ ਕਿੱਥੇ ਰੱਖਾਂਗੇ? ਮੈਨੂੰ ਤਾਂ ਥਾਂ ਨਹੀਂ ਲੱਭਣੀ ਸੰਧਾਲੀਆ ਸਾਹਿਬ। ਤੁਸੀਂ ਦੇਖੋ, ਇਹ ਵੱਡੀ ਸੋਚੀ ਨਾ, ਇਹ ਬਿਲਕੁਲ ਵਾਧਾ ਜਮੀ ਕਰਨ ਵਾਲੇ ਸਵਾਲ ਨਹੀਂ ਕਰੀਏ। ਤੁਸੀਂ ਹੁਣ ਤਾਂ ਵੈਸੇ ਚਲੋ ਨੋਟ ਘਟ ਗਏ, ਪਹਿਲਾਂ 50 ਦੇ ਨੋਟ ਦੀ ਵੀ ਗੁੱਥੀ ਜੀ ਆਉਂਦੀ ਹੁੰਦੀ, ਜੇ ਚੋਂ ਬਹੁਤੇ ਮਾੜੇ ਨਿਕਲਦੇ ਹੁੰਦੇ ਹੈ ਨਾ, ਉਹ ਚੋਂ ਹੀ ਚੁਗਣੇ ਪੈਂਦੇ ਹੁੰਦੇ ਸੀ, ਤੇਰਾ ਭਲਾ ਜਾਂ 15 ਨੋਟ ਤੇ ਮਾੜੇ। ਉਹ 50 ਵਾਲੀ ਗੁੱਥੀ ਜਿਹੜੀ ਹੁੰਦੀ ਆ, ਉਹਦੀਆਂ ਜੇ 10,000 ਵੀ ਬੈਂਕ ਤੋਂ ਲੈ ਲਓ ਤੇ ਉਹਨਾਂ ਨੇ 2 ਦੇ ਦੇਣੀਆਂ। ਉਹ ਪਹਿਲੀ ਗੱਲ ਤੇ ਉਸ ਬੈਂਕ ਚੋਂ ਲਿਆ ਕੇ ਤੇ ਘਰ ਤੱਕ ਤੁਸੀਂ 2 ਕਿੱਦਾਂ ਲਿਆਉਣੀਆਂ, ਤੇ ਫਿਰ ਉਹਦੇ ਬਾਅਦ ਲੱਭਣਾ ਕਿਤੇ ਵੀ ਹਾਂ ਹੁਣ ਕਿਤੇ ਪੱਤੀ ਵਾਲੇ ਡੱਬੇ ਹੀ ਰੱਖ ਲਾ ਥੋੜੇ ਜਿਹੇ, ਹੈ ਟਰੰਕ 'ਚ ਰੱਖ ਲਾ ਥੋੜੇ, ਆਟੇ ਵਾਲੇ ਡਰਮੀ 'ਚ ਬਹੁਤੇ ਹੁੰਦੇ, ਲਿਫਾਫੇ 'ਚ ਪਾ ਕੇ ਚ ਰੱਖ ਲਾ, ਹੈ ਨਾ। ਮਤਲਬ ਮਾਤੜ ਬੰਦੇ ਨੂੰ ਤੇ 10,000 ਸਾਹਮਣਾ ਔਖਾ ਹੋਇਆ, ਤੁਸੀਂ ਕਰੋੜ ਦੀ ਗੱਲ ਕਰੀ ਜਾਂਦੇ। ਨਹੀਂ ਸੰਧਾਲੀਆ ਸਾਹਿਬ, ਮੈਂ ਇਹ ਸੋਚਦਾ ਸੀ ਵੀ ਯਾਰ ਪਤਾ ਹੀ ਨਹੀਂ ਕਮਲਾ ਹੀ ਹੋ ਜਾਣਾ ਮੈਂ ਤਾਂ ਟਿਕਾਣਾ ਤਾਂ। ਨਹੀਂ ਕੋਈ ਨਹੀਂ, ਹੁਣ ਇਹਨਾਂ ਨੂੰ ਪੈਸਿਆਂ ਚੋਂ ਕੱਢੀਏ ਮਹਾਰਾਜ, ਬੰਦੇ ਦਾ ਜ਼ਿਆਦਾ ਔਖਾ ਹੋ ਜਾਣਾ। ਦੇਖੋ ਇਹ ਵੀ ਵੈਸੇ ਹਾਜ਼ਮੇ ਦੀ ਗੱਲ ਹੈ ਨਾ, ਆਪੋ ਆਪਣੇ ਕਿੱਥੇ ਅਗਲਾ ਨੇ 20 ਕਰੋੜ ਲਗਾ ਕੇ ਮਤਲਬ ਡਕਾਰ ਤੱਕ ਨਹੀਂ ਮਾਰਿਆ, ਤੁਸੀਂ 10,000 ਦੇ ਪਿੱਛੇ ਕਮਲੇ ਹੋਣ ਡਏ। ਉਹ ਵੀ ਮੈਂ ਦੇਖਦਾ ਸੀ ਈਡੀ ਵਾਲੇ, ਸੀਬੀਆਈ ਵਾਲੇ, ਜਿੰਨੀਆਂ ਏਜੰਸੀਆਂ ਵਾਲੇ ਰੇਡ ਕਰਦੇ ਆ, ਤਨਖਾਹ ਤੇ ਹੁੰਦੇ ਆ ਕਰਮਚਾਰੀ। ਯਾਨੀ ਜਦੋਂ ਉਹਨਾਂ ਨੂੰ 5 ਕਰੋੜ 20 ਕਰੋੜ 25 ਕਰੋੜ ਲੱਭਦਾ ਹੋਣਾ, ਫਿਰ ਉਹ ਨੋਟ ਗਿਣਨ ਵਾਲੀ ਮਸ਼ੀਨ ਲਿਆਉਂਦੇ ਹੋਣੇ ਆ, ਇਧਰੋਂ ਨੋਟ ਇਦਾਂ ਪਾਏ ਗਿਣ ਕੇ ਰੱਖੇ, ਉਹਨਾਂ ਦੇ ਤਾਂ ਹੁੰਦੇ ਹੀ ਨਹੀਂ ਉਹ। ਜਾਣੀ ਉਹਨਾਂ ਲਈ ਕਿੰਨਾ ਔਖਾ, ਆਪਾਂ ਤਾਂ ਜੇ ਦੇਖੇ ਵੀ ਨਹੀਂ, ਫੋਟੋ ਹੀ ਦੇਖੀਆਂ। ਨਹੀਂ ਪਰ ਉਹ ਵੀ ਮੈਂ ਨਾ ਫਿਰ ਵੀ ਬੰਦੇ ਇਮਾਨਦਾਰ ਆ। ਨਹੀਂ ਤੇ ਉਦੋਂ ਪਹਿਲਾਂ ਆਪਾਂ ਕਈ ਕੇਸਾਂ 'ਚ ਦੇਖਿਆ ਵੀ ਉਹ ਕਹਿੰਦੇ ਵੀ ਕਿੰਨਾ ਲੱਭਿਆ ਜੀ, ਉਹ ਕਹਿੰਦੇ 10 ਲੱਖ ਜੀ, ਉਹ ਕਹਿੰਦੇ ਗਿਣਤੀ 'ਚ 8 ਲੱਖ। ਨਹੀਂ ਸਰ, ਉੱਥੇ ਗਲਤ ਕਿਤੇ ਹੋ ਗਿਆ ਸੀਗਾ 8 ਹੀ, ਉਹ ਬਾਅਦ 'ਚ ਹੌਲੀ ਹੌਲੀ ਪਤਾ ਲੱਗਦਾ ਉਹ ਜਨਾਬ, ਫਿਰ ਉੱਥੇ ਪਤਾ ਨਹੀਂ ਕੀ ਗੱਲ ਹੋਈ, ਐ ਗਿਣਦੇ ਇੱਕ ਗੁੱਥੀ ਜੀ ਕਿਤੇ ਇੱਥੇ ਜਰਾਬ ਚੜ ਗਈ ਜੀ। ਮੈਂ ਫਿਰ ਉੱਠ ਕੇ ਬਾਹਰ ਆ ਕੇ ਪਤਾ ਨਹੀਂ ਲੱਗਾ, ਪਤਾ ਹੀ ਨਹੀਂ ਲੱਗਾ ਕਿ ਇੰਨੇ ਨੋਟਾਂ 'ਚ ਕਿਤੇ ਪਤਾ ਲੱਗਦਾ। ਬਾਕੀ ਸੰਧਾਲੀਆ ਸਾਹਿਬ ਜਿਹੜੇ ਅਫਸਰ ਆ ਨਾ, ਬਹੁਤ ਸਾਰੇ ਅਫਸਰ ਇਮਾਨਦਾਰ ਵਧੀਆ ਤਰੀਕੇ ਨਾਲ ਕੰਮ ਕਰਦੇ ਆ, ਪਰ ਐਸੇ ਅਫਸਰ ਵੀ ਬਹੁਤ ਆ ਜਿਨ੍ਹਾਂ ਨੂੰ ਚੂੰਡੀ ਵੱਢਣ ਦੀ ਆਦਤ ਹੁੰਦੀ ਆ। ਮੈਂ ਨਹੀਂ ਕਹਿੰਦਾ, 30 ਸਾਲ ਪਹਿਲਾਂ 1992 ਦੇ ਵਿੱਚ ਪੰਜਾਬ ਦੇ ਵਿੱਚ ਅੰਮ੍ਰਿਤਸਰੋਂ ਇੱਕ ਮੁੰਡਾ ਅਗਵਾ ਹੋਇਆ, ਇੱਕ ਨਹੀਂ ਕਈ ਹੋਏ, ਨਾਲ ਦੇ ਸਾਰੇ ਛੱਡ ਦਿੱਤੇ, ਇੱਕ ਮੁੰਡਾ ਅੱਜ ਤੱਕ ਲੱਭਾ ਨਹੀਂ। ਹੁਣ ਦੇਖੋ 30 ਸਾਲ ਦਾ ਸਮਾਂ ਹੋ ਗਿਆ, ਕਈ ਸਾਲ ਮਾਪੇ ਪਹਿਲਾਂ ਥਾਣੇ ਅਰਜ਼ੀ ਦੇ, ਫਿਰ ਉੱਥੇ ਅਰਜ਼ੀ ਦੇ, ਵੱਡੇ ਪੁਲਿਸ ਅਧਿਕਾਰੀ, ਇੱਕ ਬਾਅਦ ਚ SHO ਸੀ, ਇੱਕ ਸਬ ਇੰਸਪੈਕਟਰ ਸੀ, ਇੱਕ ਉਹਨਾਂ ਤੋਂ ਵੀ ਉੱਪਰ ਦਾ ਅਧਿਕਾਰੀ, ਹਾਈ ਕੋਰਟ ਚ ਲੱਗਿਆ ਪਰਿਵਾਰ ਵਾਲੇ। ਦੇਖੋ ਸਿਰੜ ਨਹੀਂ ਨਾ ਛੱਡਦੇ, ਕਿਉਂਕਿ 92 ਦਾ ਸਮਾਂ ਆਪਾਂ ਸਾਰਿਆਂ ਨੂੰ ਪਤਾ ਕਿਦਾਂ ਦਾ ਸਮਾਂ ਸੀ। ਅਸੀਂ ਤਾਂ ਕਹਿੰਦੇ ਆ ਕਿ ਭਾਵੇਂ ਈਡੀ ਵਾਲੇ ਆ, ਭਾਵੇਂ CBI ਵਾਲੇ ਆ, ਭਾਵੇਂ ਕਿਸੇ ਸੂਬੇ ਦੀ ਪੁਲਿਸ ਵਾਲੇ, ਤੁਸੀਂ ਕਿਸੇ ਕੁਰਸੀ ਤੇ ਬੈਠੇ ਹੋ ਗਲਤ ਨਾ ਕਰੋ, ਕਿਉਂਕਿ ਹੋ ਸਕਦਾ ਕਿ ਅੱਜ ਤੁਹਾਨੂੰ ਲੱਗਦਾ ਹੋਵੇ ਨੱਕ ਤੇ ਮੱਖੀ ਅਸੀਂ ਬਹਿਣ ਨਹੀਂ ਦਿੰਦੇ, ਪਰ 30 ਸਾਲਾਂ ਬਾਅਦ ਕੀ ਹੋਣਾ। ਨਹੀਂ ਤਾਂ ਪੰਜਾਬ ਦੀਆਂ ਜੇਲ੍ਹਾਂ ਦੇਖ ਲਓ, ਕਿੰਨੇ ਸਾਲਾਂ ਬਾਅਦ ਕੀ ਹੁੰਦਾ। ਹੁਣ ਅਦਾਲਤ ਦੇ ਵਿੱਚ ਗਏ, ਉਹਨਾਂ ਨੇ CBI ਜਾਂਚ ਮਾਰਕ ਕਰਤੀ 20 ਸਾਲ ਪਹਿਲਾਂ। CBI ਨੇ ਜਾਂਚ ਕੀਤੀ, ਅਦਾਲਤ ਦੇ ਵਿੱਚ ਸਾਰਾ ਕੁਝ ਰੱਖਿਆ, ਤੇ ਹੁਣ 3-3 ਸਾਲ ਦੀ ਕੈਦ ਹੋ ਗਈ। ਹਾਲਾਂਕਿ ਮੁੰਡਾ ਅੱਜ ਤੱਕ ਨਹੀਂ ਲੱਭਾ, 30 ਸਾਲ ਹੋ ਗਏ, ਕਿੱਥੇ ਖਪਾਤਾ, ਕੀ ਕਰ ਦਿੱਤਾ, ਕਿਉਂਕਿ ਹੁਣ ਤੱਕ ਕੀ ਲੱਭਣਾ। ਸਜ਼ਾ ਭਾਵੇਂ 3-3 ਸਾਲ ਦੀ ਹੋਈ ਹੈ, ਭਾਵੇਂ ਮੌਕੇ ਦੇ ਉੱਤੇ ਜ਼ਮਾਨਤਾਂ ਵੀ ਮਿਲ ਗਈਆਂ, ਪਰ ਸੰਧਾਲੀਆ ਸਾਹਿਬ ਇੱਕ ਬਹੁਤ ਵੱਡਾ ਸੰਕੇਤ ਹੈ ਕਿ ਹੋ ਸਕਦਾ ਕਿ ਅੱਜ ਤਾਂ ਤੁਹਾਨੂੰ ਲੱਗਦਾ ਹੋਵੇ ਕਿ ਭਾਈ ਮੇਰੇ ਵਰਗਾ ਕੌਣ ਹੈ, ਮੱਛੀ ਬਣਦੀ ਹੋਵੇ ਡੋਲੇ ਤੇ ਜਾਂ ਪੱਟ ਤੇ, ਪਰ 30 ਸਾਲਾਂ ਬਾਅਦ ਜਦੋਂ ਉਮਰ ਵੀ ਢਲਣੀ, ਸਰੀਰ ਵੀ ਢਲਣਾ, ਤੇ ਉਦੋਂ ਅੰਦਰ ਬਹਿਣਾ ਬਹੁਤ ਔਖਾ ਹੋਣਾ। ਇਸ ਕਰਕੇ ਕੰਮ ਚੱਜ ਦੇ ਕਰਨੇ ਚਾਹੀਦੇ ਆ। ਇਹ ਤਾਂ ਗੱਲ ਹੈਗੀ ਹੈ, ਪਰ ਤੁਸੀਂ ਇਹ ਦੇਖੋ ਨਾ, ਉਹਨਾਂ ਦੀ ਸਟਰਗਲ ਦੇਖੋ। ਮਤਲਬ ਜਿਨ੍ਹਾਂ ਨੇ ਇੰਨੇ ਸਾਲ ਇਹ ਕੇਸ ਲੜਿਆ, ਤੇ ਹਾਲਾਂਕਿ ਉਹਨਾਂ ਨੂੰ ਉਦੋਂ ਪਤਾ ਵੀ ਸੀ ਵੀ ਹਾਂ ਵੀ ਉਹ ਹੈ ਨਹੀਂ, ਪਰ ਫਿਰ ਵੀ ਆਮ ਤੌਰ ਤੇ ਕੀ ਹੁੰਦਾ ਵੀ ਜੇ ਮੰਨ ਲਓ ਕੋਈ ਪਰਿਵਾਰ 'ਚ ਇਹੋ ਜਿਹੀ ਕੋਈ ਘਟਨਾ ਵਾਪਰ ਜੇ ਨਾ ਜੀ, ਰਿਸ਼ਤੇਦਾਰ ਸਕੀਰੀ ਉਹ ਸਾਰੇ ਆਂਦੇ ਹੁੰਦੇ ਆ ਵੀ ਚਲੋ ਕੋਈ ਗੱਲ ਨਹੀਂ, ਹੁਣ ਤੁਰਨ ਵਾਲਾ ਤੁਰ ਗਿਆ, ਜਾਣ ਵਾਲਾ ਚੱਲ ਗਿਆ, ਹੁਣ ਕੰਮ ਧੰਦੇ ਥੋੜਾ ਛੱਡੇ ਜਾਣੇ ਆ, ਅੱਜ ਹੋਰ ਕੱਲ ਹੋਰ, ਹਫ਼ਤੇ ਨੂੰ ਹੋਰ, 10 ਦਿਨਾਂ ਨੂੰ, ਮਹੀਨੇ ਨੂੰ ਹੋਰ, ਫਿਰ ਹੌਲੀ ਹੌਲੀ ਘਰ 'ਚ ਕੋਈ ਹੋਰ ਸੁੱਖ ਦੇ ਪ੍ਰੋਗਰਾਮ ਆਉਣ ਲੱਗ ਪੈਂਦੇ, ਫਿਰ ਬੰਦਾ ਭੁੱਲ ਜਾਂਦਾ ਜੀ। ਪਰ ਜਿੰਨੀ ਦੇਰ ਤੁਸੀਂ ਦੇਖੋ ਦਹਾਕਿਆਂ ਬੱਧੀ ਜੇ ਲੜਾਈ ਲੜੀ ਹੈ, ਤੇ ਦਹਾਕਿਆਂ ਬੱਧੀ ਉਹ ਦਰਦ ਉਸੇ ਤਰ੍ਹਾਂ ਰਿਹਾ, ਉਹ ਜ਼ਖਮ ਹੱਲਾ ਰਿਹਾ। ਤੇ ਇਦਾਂ ਦੇ ਪਤਾ ਨਹੀਂ ਪੰਜਾਬ ਦੇ ਵਿੱਚ ਕਿੰਨੇ ਕੁ ਜ਼ਖਮ ਹੋਣੇ ਆ। ਹੋ ਸਕਦਾ ਕਈ ਪਰਿਵਾਰਾਂ ਨੇ ਉਹ ਲੜਾਈ ਲੜੀ ਹੋਵੇ, ਕਈ ਵਿਚਾਰੇ ਥੱਕ ਹਾਰ ਕੇ ਹੰਬ ਕੇ ਬਹਿ ਗਏ ਹੋਣ, ਪਰ ਕਾਰਨ ਹੈ ਵੀ ਜੇ ਕਿਸੇ ਨੇ ਗਲਤ ਕੀਤਾ ਤੇ ਉਹਨੂੰ ਉਹਦੀ ਸਜ਼ਾ ਜ਼ਰੂਰ ਮਿਲਣੀ ਚਾਹੀਦੀ, ਕਿਉਂਕਿ ਉਹਦੇ ਨਾਲ ਐਗਜ਼ਾਮਪਲ ਸੈੱਟ ਹੁੰਦੀ ਵੀ ਇਹ ਗੱਲ ਮਾੜੀ। ਸੰਧਾਲੀਆ ਸਾਹਿਬ, ਆਪਾਂ 3 ਮਿੰਟਾਂ ਦੇ ਵਿੱਚ ਇਹ ਖਬਰ ਖਤਮ ਕਰਤੀ ਆ, ਤੇ ਕਈਆਂ ਨੂੰ ਇਹ 3 ਮਿੰਟ ਲੰਘਾਉਣੇ ਔਖੇ ਲੱਗਦੇ ਨੇ। ਯਾਰ ਕੋਈ ਹੋਰ ਖਬਰ ਸੁਣਾਓ। ਅਗਲਿਆਂ ਨੇ 30 ਸਾਲ ਕੱਟੇ ਆ, ਤੇ ਤੁਸੀਂ ਇਹ ਵੀ ਮਹਿਸੂਸ ਕਰੋ ਕਿ ਜਦੋਂ 92 ਦੇ ਵਿੱਚ ਘਰੋਂ ਮੁੰਡਾ ਗਾਇਬ ਹੋ ਗਿਆ, ਉਦੋਂ ਉਹ ਬੰਦੇ ਡਿਊਟੀ ਤੇ ਹੀ ਸੀ, ਉਹਨਾਂ ਦੇ ਕੋਲੇ ਅਧਿਕਾਰ ਸੀ, ਤੇ ਸਮਾਂ ਕਿੱਦਾਂ ਦਾ ਸੀ। ਉਹਨਾਂ ਲੋਕਾਂ ਦੇ ਖਿਲਾਫ ਲੜਾਈ ਲੜਨੀ ਜਿਨ੍ਹਾਂ ਦੇ ਕੋਲੇ ਤਾਕਤ ਸੀ, ਤੇ ਉਦੋਂ ਤਾਂ ਜਿਹਨੂੰ ਮਰਜ਼ੀ ਖਪਾ ਖਪੂ ਦਿਓ, ਕਿਹੜਾ ਕੋਈ ਪਤਾ ਲੱਗਦਾ ਸੀ, ਤੇ ਸਲਾਹ ਵੀ ਸਾਰੇ ਦਿੰਦੇ ਹੁਣੇ ਰਹਿਣ ਦਿਓ। ਉਦੋਂ ਇੰਨੀ ਸਿਰੜ ਦੇ ਨਾਲ ਲੜਾਈ ਲੜਨੀ, ਜਦੋਂ ਕੋਈ ਜਥੇਬੰਦੀ ਤੁਹਾਡੇ ਨਾਲ ਨਹੀਂ, ਕੋਈ ਅਹੁਦੇਦਾਰ ਤੁਹਾਡੇ ਨਾਲ ਨਹੀਂ, ਕੋਈ ਮੰਤਰੀ ਸੰਤੀ, ਕੋਈ ਸਿਆਸੀ ਲੀਡਰ ਤੁਹਾਡੇ ਨਾਲ ਨਹੀਂ, ਤੇ ਤੁਹਾਨੂੰ ਪਤਾ ਹੈ ਕਿ ਪਹਿਲਾਂ ਹਜ਼ਾਰਾਂ ਖਪਾਤੇ ਗਏ ਆ,
ਫਿਰ ਵੀ ਲੜਾਈ ਲੜੀ। ਮੈਂ ਕਹਿੰਦਾ ਧੰਨ ਦੇ ਆ ਲੋਕ। ਅੱਜ ਤਾਂ ਚਲੋ ਠੀਕ ਹੈ, ਉਹ ਬੰਦੇ ਸੇਵਾ ਮੁਕਤ ਹੋ ਗਏ ਹੋਣੇ ਆ, ਸਰਕਾਰਾਂ ਬਦਲ ਗਈਆਂ, ਸਾਰਾ ਕੁਝ ਹੀ ਬਦਲ ਗਿਆ। ਪਰ ਉਦੋਂ ਉਹੀ ਫਿਰ ਜੰਗਲ 'ਚ ਰਹਿ ਕੇ ਸ਼ੇਰ ਨਾਲ ਜਾਂ ਪਾਣੀ 'ਚ ਰਹਿ ਕੇ ਦਰਿਆ 'ਚ ਰਹਿ ਕੇ ਮਗਰਮੱਛ ਨਾਲ ਵੈਰ ਲੈਣ ਵਾਲੀ ਗੱਲ ਸੀ, ਪਰ ਅਗਲਿਆਂ ਲਿਆ। ਕਿਉਂਕਿ ਜਦੋਂ ਤੁਹਾਡੇ ਪਰਿਵਾਰ ਦਾ ਜੀਅ ਚਲੇ ਜਾਂਦਾ ਤੇ 30 ਸਾਲਾਂ 'ਚ ਸੰਧਾਲੀਆ ਸਾਹਿਬ ਕਿੰਨੇ ਬੰਦੇ ਦੀਆਂ ਆਦਤਾਂ ਬਦਲ ਜਾਂਦੀਆਂ, ਕਿੰਨੀਆਂ ਲੋੜਾਂ ਬਦਲ ਜਾਂਦੀਆਂ, ਪੀੜ੍ਹੀ ਬਦਲ ਗਈ ਸਾਰੀ। ਪਰ ਉਹ ਬੰਦੇ ਖੜੇ ਰਹੇ। ਮੈਂ ਹੈਰਾਨ ਆ। ਹਾਲਾਂਕਿ ਦੁਪਹਿਰੇ ਧੁੱਪ ਹੋਵੇ ਨਾ, ਬੰਦੇ ਦਾ ਜੀਅ ਹੋਰ ਤਰ੍ਹਾਂ ਦਾ ਹੁੰਦਾ। ਧੁੱਪ ਚਲੇ ਜਾਏ, ਤਕਾਲਾਂ ਥੋੜੀ ਠੰਡ ਹੋ ਜਾਏ, ਜੀਅ ਹੋਰ ਤਰ੍ਹਾਂ ਤੇ ਛੱਡੋ ਯਾਰ ਕੀ ਲੈਣਾ। 30 ਸਾਲ ਲੜਾਈ ਲੜਨੀ ਇਨਸਾਫ ਦੇ ਲਈ, ਖਾਲਾ ਜੀ ਦਾ ਵੜਾ ਨਹੀਂ। ਇਹ ਤਾਂ ਗੱਲ ਹੈਗੀ। ਪਰ ਨਾਲ ਇਹਦੇ ਇੱਕ ਗੱਲ ਇਹ ਵੀ ਮਨ 'ਚ ਸਵਾਲ ਆਉਂਦਾ ਹੁੰਦਾ ਕਈ ਵਾਰ ਵੀ ਅਦਾਲਤਾਂ ਦੇ ਵਿੱਚ ਜਿਹੜਾ ਇਨਸਾਫ ਆ ਉਹਦੀ ਲੜਾਈ ਜਦੋਂ ਇੰਨੀ ਲੰਮੀ ਹੋ ਜਾਂਦੀ ਹੈ ਨਾ, ਤੇ ਫਿਰ ਬਹੁਤਾ ਕਰਕੇ ਕਈ ਵਾਰ ਆਪਾਂ ਉਹ ਜਿਹੜੇ ਇਤਰਾਜ਼ ਸੁਣਦੇ ਹਾਂ ਵੀ ਯਾਰ ਇੰਨੇ ਲੰਮੇ ਸਮੇਂ ਬਾਅਦ ਜਦੋਂ ਇੱਕ ਹੇਠਲੀ ਅਦਾਲਤ ਤੋਂ ਕੋਈ ਫੈਸਲਾ ਆਉਂਦਾ, ਉਸ ਤੋਂ ਬਾਅਦ ਅਜੇ ਫਿਰ ਉਹਨਾਂ ਨੂੰ ਹੁੰਦਾ ਵੀ ਹੁਣ ਇਹ ਉੱਪਰਲੀ ਅਦਾਲਤ 'ਚ, ਫਿਰ ਉਸ ਤੋਂ ਉੱਪਰਲੀ ਅਦਾਲਤ 'ਚ, ਫਿਰ ਉਸ ਤੋਂ ਉੱਪਰਲੀ ਅਦਾਲਤ 'ਚ। ਹਾਲਾਂਕਿ ਅਦਾਲਤਾਂ ਦੀਆਂ ਆਪਣੇ ਐਕਸਕਿਊਜ਼ ਨੇ ਵੀ ਹਾਂਜੀ ਕਿਤੇ ਜੱਜਾਂ ਦੀ ਗਿਣਤੀ ਘੱਟ ਹੈ ਜੀ, ਕਿਤੇ ਕੇਸ ਹੀ ਬਹੁਤ ਜ਼ਿਆਦਾ ਨੇ ਜੀ, ਕਿਤੇ ਉਹਦੇ ਵਿੱਚ ਹੋਰ ਕਈ ਤਰ੍ਹਾਂ ਦੇ ਲੂਪ ਹੋਲਸ ਨੇ। ਪਰ ਇਹ ਜੋ ਕੁਝ ਵੀ ਹੈ ਇਨਸਾਫ ਜਦੋਂ ਇੰਨਾ ਡਿਲੇਡ ਹੋ ਜਾਂਦਾ, ਫਿਰ ਉਹ ਵੀ ਇੱਕ ਨਾ ਇਨਸਾਫ ਹੀ ਲੱਗਣ ਲੱਗ ਪੈਂਦਾ ਕਿ ਨਹੀਂ? ਹਾਂਜੀ, ਨਹੀਂ ਇਦਾਂ ਹੀ ਆ। ਕਿਉਂਕਿ ਹੁਣ ਕਈ ਹੋਣੇ ਹੀ ਨਹੀਂ ਪਰਿਵਾਰ ਦੇ ਮੈਂਬਰ, ਤਾਂ ਕਈ ਬਾਅਦ ਵਿੱਚ ਜੰਮ ਕੇ ਵੀ ਵੱਡੇ ਹੋ ਕੇ ਵਿਆਹ ਵੀ ਹੋ ਗਏ ਹੋਣੇ ਆ, ਤੇ ਸ਼ਾਇਦ ਉਹਨਾਂ ਨੂੰ ਅੱਛਾ ਹੁੰਦੀ ਤਾਏ ਦੀ ਚਾਚੇ ਦੀ ਗੱਲ ਹੁੰਦੀ ਸੀ ਨਾ, ਛੋਟਾ ਮਾਮਾ ਜਾਂ ਕੋਈ ਇਹੀ ਰਹਿ ਜਾਂਦਾ ਆ ਵੀ ਇਦਾਂ ਹੋਈ ਸੀ ਜੀ ਘਟਨਾ। ਨਹੀਂ ਹੋਣੀਆਂ ਚਾਹੀਦੀਆਂ ਸੀ, ਭਵਿੱਖ 'ਚ ਨਾ ਹੋਣ। ਚਲੋ ਆਸ ਕਰਦੇ ਆ ਵੀ ਇਹ ਸਾਰਾ ਕੁਝ ਨਾ ਵਾਪਰੇ, ਪਰ ਜਿਹੜੀ ਚੀਜ਼ ਵਾਪਰੀ ਆ ਉਹਦੇ ਬਾਰੇ ਕਹਿੰਦੇ ਪਤਾ ਨਹੀਂ ਲੱਗਣ ਡਿਆ। ਹੁਣ ਬਣੇ ਤੇ ਨਵੇਂ ਰਾਸ਼ਟਰਪਤੀ ਨੇ ਦ੍ਰੋਪਦੀ ਮੁਰਮੂ ਜੀ, ਵੋਟਾਂ ਪਈਆਂ, ਲਗਭਗ ਕਲੀਅਰ ਹੋ ਗਿਆ ਸੀ ਵੀ ਕਿਹੜੀ ਧਿਰ ਕਿਹੜੇ ਪਾਸੇ ਆ, ਕਿਹੜੇ ਐਮਐਲਏ ਨੇ ਕਿੱਧਰ ਵੋਟ ਪਾਉਣੀ ਹੈ, ਕਿਹੜੇ ਐਮਪੀ ਨੇ ਕਿੱਧਰ ਵੋਟ ਪਾਉਣੀ ਹੈ। ਪਰ ਪੰਜਾਬ ਦੇ ਹਿਸਾਬ ਨਾਲ ਦੋ ਤਰ੍ਹਾਂ ਦੀ ਚਰਚਾ। ਪਹਿਲੀ ਚਰਚਾ ਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਹੋਰਾਂ ਦੀ ਵੋਟ ਬਾਰੇ ਚੱਲਦੀ ਸੀ, ਉਹ ਵਿਰੋਧੀ ਧਿਰਾਂ ਚਲਾਉਂਦੀਆਂ ਨੇ। ਕਾਂਗਰਸ ਵੀ ਆਉਂਦੀ ਹੈ ਜੀ, ਅਕਾਲੀ ਦਲ ਵੀ ਆਉਂਦਾ, ਬੀਜੇਪੀ ਵਾਲੇ ਵੀ ਆਖੀ ਜਾਂਦੇ, ਆਮ ਆਦਮੀ ਪਾਰਟੀ ਵਾਲੇ ਵੀ ਆਖੀ ਜਾਂਦੇ ਵੀ ਪਤਾ ਲੱਗੇ ਜੀ ਕਿੱਧਰ ਵੋਟ ਪਾਈ। ਹਾਲਾਂਕਿ ਉਹਨਾਂ ਦੀ ਪਾਰਟੀ ਨੇ ਕਿਹਾ ਸੀ ਵੀ ਉਹ ਆਪ ਦੱਸਣਗੇ, ਅਜੇ ਤੱਕ ਉਹਨਾਂ ਸ਼ਾਇਦ ਡਿਸਕਲੋਜ਼ ਨਹੀਂ ਕੀਤਾ। ਪਰ ਦੂਜੀ ਗੱਲ ਇਹ ਹੋ ਗਈ ਵੀ ਚਲੋ ਉਹਨਾਂ ਨੇ ਤਾਂ ਡਿਸਕਲੋਜ਼ ਨਹੀਂ ਕੀਤਾ, ਉਹਨਾਂ ਦੀ ਪਾਰਟੀ ਨਵੀਂ ਹੈ, ਮਾਨ ਸਾਹਿਬ ਆਪ ਜ਼ਿੰਮੇਵਾਰ ਬੰਦੇ ਨੇ, ਉਹ ਦੱਸ ਦੇਣਗੇ। ਪਰ ਜਿਹੜੀਆਂ ਦੂਜੀਆਂ ਪਾਰਟੀਆਂ ਜਿਨ੍ਹਾਂ ਦੇ ਚੁਣੇ ਹੋਏ ਮੈਂਬਰ ਨੇ, ਜਿਨ੍ਹਾਂ ਦੀ ਪਾਰਟੀ ਨੇ ਕਲੀਅਰ ਕੱਟ ਕਹਿ ਦਿੱਤਾ ਵੀ ਸਾਡੀ ਪਾਰਟੀ ਫਲਾਣੇ ਪਾਸੇ, ਅਸੀਂ ਫਲਾਣੇ ਨੂੰ ਵੋਟ ਪਾਉਣੀ ਆ, ਉਹਦੇ 'ਚੋਂ ਇੱਕ ਅਕਾਲੀ ਦਲ ਦੇ ਮਨਪ੍ਰੀਤ ਆਲੀ ਸਾਹਿਬ ਤੇ ਮੌਕੇ ਤੇ ਕਹਿ ਗਏ ਵੀ ਵੀਰ ਮੈਂ ਕਿਸੇ ਪਾਸੇ ਵੋਟ ਨਹੀਂ ਪਾਉਣੀ। ਹੁਣ ਜਦੋਂ ਵੋਟਾਂ ਦਾ ਹਿਸਾਬ ਕਿਤਾਬ ਲਾਇਆ ਤੇ ਉਹ ਬੰਦੇ ਰਲਦੇ ਨਹੀਂ ਆ, ਉਹ ਕਹਿੰਦੇ ਯਾਰ ਆ ਦੋ ਤਿੰਨ ਇੱਧਰ ਉੱਧਰ ਭੁਗਤ ਗਏ, ਕਿਹੜੇ ਆਏ। ਜਲੰਧਰ 'ਚ ਇੱਕ ਵਾਰੀ ਨਗਰ ਨਿਗਮ ਦੀਆਂ ਚੋਣਾਂ ਸੰਧਾਲੀਆ ਸਾਹਿਬ, ਇਹ ਕੋਈ 15-20 ਸਾਲ ਪੁਰਾਣੀ ਗੱਲ ਹੋਣੀ ਆ। ਇੱਕ ਬੰਦਾ ਮਹੱਲੇ ਦਾ, ਵਾਰਡ ਦਾ ਜਿਹੜਾ ਬੜਾ ਰਸੂਖਦਾਰ ਬੰਦਾ, ਸਾਰਿਆਂ ਦੇ ਕੰਮ ਕਰਨ ਵਾਲਾ ਬੰਦਾ, ਫੈਕਟਰੀ ਦਾ ਮਾਲਕ, ਜਾਣੀ ਕਿ ਬਹੁਤ ਨਿਮਰ ਸੁਭਾਅ ਦਾ, ਉਹਨੂੰ ਜਾਣੀ ਕਹਿੰਦੇ ਸਦਾ ਜੀ ਤੁਸੀਂ ਖੜਨੇ, ਪਾਰਟੀ ਵੱਲੋਂ ਨਹੀਂ ਕਿਸੇ ਨੂੰ ਖੜਨਾ, ਆਜ਼ਾਦ ਖੜਨਾ, ਵੋਟਾਂ ਤੁਹਾਡੀਆਂ, ਤੁਹਾਡੇ ਮੂਹਰੇ ਖੜਨਾ ਹੀ ਕਿਸੇ ਨੇ ਨਹੀਂ। ਤੁਹਾਡੇ ਵਰਗੇ 5-7 ਬੰਦਿਆਂ ਨੇ ਚੱਕ ਚਕਾ ਖੜੇ ਕਰਤੇ। ਤੇ ਉਹ ਜਿਹੜਾ ਬੰਦਾ ਬਹੁਤ ਉਹਨਾਂ ਨੂੰ ਖੜੇ ਕਰਨ ਵਾਲਾ ਸੀ ਨਾਲ, ਉਹ ਵੀ ਨਾਲ ਰੋਡ ਸ਼ੋਅ ਕੀਤਾ। ਆਖਰੀ ਦਿਨ ਬੱਲੇ ਬੱਲੇ ਹੋ ਗਈ, ਸਾਰੇ ਕਹਿਣ ਜੀ ਆ 50 ਦੇ ਵਿੱਚੋਂ 49 ਦਾ ਮੁਕਾਬਲਾ ਵਾਰਡਾਂ ਦੇ ਉੱਤੇ, ਇੱਥੇ ਤਾਂ ਕੰਮ ਕਲੀਅਰ ਹੈ। ਮੁੜ ਕੇ ਚੌਥੇ ਨੰਬਰ ਦੇ ਉੱਤੇ ਆਏ ਜਦੋਂ ਨਤੀਜਾ ਆਇਆ, ਤੇ ਬਾਅਦ 'ਚ ਪਤਾ ਲੱਗਾ ਕਿ ਜਿਹੜਾ ਉਹ ਤੁਹਾਡੇ ਵਰਗਾ ਬੰਦਾ ਖੜਾ ਕਰਨ ਵਾਲਾ ਸੀ ਨਾਲ, ਉਹ ਸਾਰੇ ਇਲੈਕਸ਼ਨ ਦੇ ਵਿੱਚ ਐਂ ਹੀ ਕਰਦਾ ਰਿਹਾ ਜੀਪ 'ਚ ਖੜਾ। ਉਹ ਤਾਂ ਐਂ ਲੱਗਦਾ ਸੀ ਵੀ ਲੋਕਾਂ ਨੂੰ ਕਹਿੰਦਾ ਖੜੇ ਆ ਖੜੇ ਆ ਖੜੇ ਆ, ਪਰ ਬਾਅਦ 'ਚ ਪਤਾ ਲੱਗਾ ਵੀ ਪਾ ਦਿਓ ਪਾ ਦਿਓ ਪਾ ਦਿਓ, ਬੰਦਾ ਕਾਂਗਰਸੀ ਜਿੱਤ ਗਿਆ। ਜਾਣੀ ਇੱਦਾਂ ਵੀ ਹੁੰਦੀ ਆ ਕਿ ਤੁਸੀਂ ਕਿਸੇ ਪਾਰਟੀ ਦੇ ਹੋਵੋ, ਪਾਰਟੀ ਦਾ ਹੁਕਮ ਕੋਈ ਹੋਰ ਹੋਵੇ, ਤੇ ਤੁਸੀਂ ਵੋਟ ਪਾਉਣ ਵੀ ਆਪਣੇ ਬੰਦਿਆਂ ਦੇ ਨਾਲ ਜਾਓ, ਤੇ ਇਸ਼ਾਰੇ ਦੂਜੇ ਪਾਸੇ ਕਰਦੇ ਆ, ਕੋਈ ਗੱਲ ਨਹੀਂ ਕੰਮ ਤੁਹਾਡਾ ਪੱਕਾ। ਇਹ ਜਾਣੀ ਕਰ ਜਾਂਦੇ ਆਰਾਮ ਨਹੀਂ, ਕੋਈ ਫਰਕ ਪਰਵਾਹ ਨਹੀਂ। ਮੈਂ ਹੈਰਾਨ ਆ ਵੀ ਦੇਖੋ, ਬਹੁਤਾ ਕਰਕੇ ਹੈਰਾਨ ਆ ਉਹਨਾਂ ਦੀਆਂ ਪਾਰਟੀਆਂ ਵਾਲੇ, ਹਰੇਕ ਇੱਕ ਦੂਜੇ ਤੇ ਉਂਗਲ ਕਰੀ ਜਾਂਦਾ। ਹੁਣ ਬੰਦੇ ਦੇਖੋ, ਗੱਲ ਇਹ ਆ ਵੀ ਅਕਾਲੀ ਦਲ ਦੇ ਤੇ ਵੋਟਾਂ ਹੀ 3 ਸੀ, ਉਹਦੇ 'ਚੋਂ ਇੱਕ ਨੇ ਨਹੀਂ ਪਾਈ, 2 ਉਹਨਾਂ ਨੂੰ ਕਲੀਅਰ ਸੀ ਵੀ ਕਿੱਧਰ ਪੈਣੀਆਂ। ਹੁਣ ਜੇ ਆਪਾਂ ਗੱਲ ਕਰੀਏ ਵੀ ਬੀਜੇਪੀ ਦੀ, ਉਹਨਾਂ ਨੇ ਵੀ ਕਿੱਥੇ ਜਾਣਾ, 2 ਬੰਦਿਆਂ ਨੇ ਨਾਲ ਰਹਿ ਗਏ। ਆਪਣੇ ਬਸਪਾ ਵਾਲੀ 1 ਵੋਟ, ਉਹ ਤਾਂ ਭਾਈ ਵਾਲਾਂ ਦੇ ਨਾਲ ਹੀ ਸੀ, ਉਹਨਾਂ ਨੇ ਤਾਂ ਕਿੱਥੇ ਪਾਸੇ ਪਾਉਣੀ ਹੈ। ਇੱਕ ਰਹਿ ਗਏ ਆਜ਼ਾਦ, ਉਹਨਾਂ ਬਾਰੇ ਨਹੀਂ ਪਤਾ ਲੱਗ ਰਿਹਾ, ਕਿਉਂਕਿ ਵਰਿੰਦਰ ਢਿੱਲੋਂ ਉਹਨਾਂ ਦੀ ਮੈਂ ਗੱਲ ਸੁਣਦਾ ਸੀ, ਉਹ ਕਹਿੰਦੇ ਵੀ ਪਾਰਟੀ ਨੇ ਕਿਹਾ ਹੀ ਨਹੀਂ ਰਾਣਾ ਸਾਹਿਬ ਨੂੰ, ਤੇ ਮੇਰਾ ਕੱਲ ਨਾ ਛੋਟੇ ਰਾਣਾ ਸਾਹਿਬ ਨੂੰ ਕਿਹਾ, ਪਤਾ ਨਹੀਂ ਉਹਨਾਂ ਨੇ ਕਿੱਧਰ ਪਾਈ ਹੋਵੇ ਵੋਟ। ਪਰ ਬਹੁਤਾ ਕਰਕੇ ਉਹ ਕਹਿੰਦੇ ਆਸ ਸਾਨੂੰ ਇਹੀ ਆ ਵੀ ਉਹ ਕਾਂਗਰਸ ਪਾਰਟੀ ਦੇ ਨਾਲ ਹੀ ਹੋਣਗੇ। ਇੱਕ ਚਰਚਾ ਚੱਲਦੀ ਆ ਵੀ ਜਾਖੜ ਸਾਹਿਬ ਦੇ ਭਤੀਜੇ ਹੋਰੀ, ਉਹ ਕਹਿੰਦੇ ਵੀ ਕਿਉਂਕਿ ਜਾਖੜ ਸਾਹਿਬ ਹੁਣ ਬੀਜੇਪੀ 'ਚ ਨੇ, ਹੈਗੇ ਐਮਐਲਏ ਭਾਵੇਂ ਉਹ ਕਾਂਗਰਸ ਦੇ, ਪਰ ਸਾਨੂੰ ਸ਼ੱਕ ਆ ਵੀ ਸ਼ਾਇਦ ਉਧਰ ਭੁਗਤ ਗਏ ਹੁਣ ਉਹ ਦੂਸਰੇ ਪਾਸੇ ਵੀ, ਕਿਉਂਕਿ ਹੁਣ ਉਧਰੋਂ ਜਦੋਂ ਘਰ 'ਚੋਂ ਮੈਂਬਰ ਉਧਰ ਆਉਂਦੇ। ਪਰ ਬਾਕੀ ਜਿਹੜਾ ਹਿਸਾਬ ਕਿਤਾਬ ਉਹ 'ਚ ਨਹੀਂ ਰਲਦਾ। ਉਹ ਕਹਿੰਦੇ ਬਾਕੀ ਦੇ ਕਾਂਗਰਸ ਦੇ ਆ, ਉਹ ਕਹਿੰਦੇ ਨਾ ਨਹੀਂ ਆਮ ਆਦਮੀ ਪਾਰਟੀ ਦੇ। ਹੁਣ 92 ਉਹਨਾਂ ਦੇ ਨੇ, 17-18 ਉਹਨਾਂ ਦੇ ਨੇ, ਤੇ ਇਹਨਾਂ 'ਚੋਂ ਪਤਾ ਨਹੀਂ ਲੱਗਣ ਡਿਆ ਵੀ ਕਿਹੜਾ ਕਿੱਧਰ ਭੁਗਤ ਗਏ। ਦੇਖੋ ਸੰਧਾਲੀਆ ਸਾਹਿਬ, ਵੋਟਾਂ ਪੈਂਦੀਆਂ ਗੁਪਤ ਦਾ ਪਤਾ ਵੀ ਲੱਗ ਜੂ ਮੈਨੂੰ ਲੱਗਦਾ ਹੌਲੀ ਹੌਲੀ। 117 ਐਮਐਲਏ ਪੰਜਾਬ ਦੇ, ਉਹਦੇ ਵਿੱਚੋਂ ਇਹ ਆਲੀ ਸਾਹਿਬ ਨੇ ਕਹਿਤਾ ਮੈਂ ਵੋਟ ਨਹੀਂ ਪਾਉਣੀ ਪਾਰਟੀ ਦੇ ਖਿਲਾਫ, ਹੋਏ ਤਾਂ ਬਾਗੀ ਆ ਉਹ ਵੀ, ਤੇ ਫਿਰ ਕਲੀਅਰ ਕੀਤਾ ਉਹਨਾਂ ਨੇ। ਫਿਰ ਲਾਡੀ ਸ਼ੇਰਵਾਲੀਆ ਸਾਹਿਬ ਕਾਂਗਰਸ ਦੇ ਆ, ਵੋਟ ਨਹੀਂ ਪਾਈ।
ਤੀਸਰੇ ਪਾਸੇ ਜੇ ਆਪਾਂ ਆ ਜਾਈਏ ਤਾਂ ਉਹ ਕਾਂਗਰਸ ਪਾਰਟੀ ਦੇ ਜਿਹੜੇ ਆ ਡਾਕਟਰ ਰਾਜਕੁਮਾਰ ਚੱਬੇਵਾਲ, ਉਹਨਾਂ ਨੇ ਵੋਟ ਨਹੀਂ ਪਾਈ। ਚਲੋ ਇੱਧਰ ਉੱਧਰ ਹੋਣਗੇ, 3 ਬੰਦੇ ਨਿਕਲ ਗਏ, 117 ਚੋਂ ਰਹਿ ਗਿਆ 114। ਅਕਾਲੀ ਦਲ ਦੇ 3 ਚੋਂ 2 ਬੰਦੇ ਬੀਬੀ ਗਨੀਵ ਕੌਰ ਜੀ ਤੇ ਆਪਣੇ ਡਾਕਟਰ ਸਾਹਿਬ ਹਾਂਜੀ ਸੁਖੀ, ਉਹ ਭੁਗਤੇ ਹੋਣੇ ਆ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ। ਬੀਜੇਪੀ ਦੇ 2 ਜੰਗੀ ਲਾਲ ਮਹਾਜਨ ਸਾਹਿਬ ਤੇ ਅਸ਼ਵਨੀ ਸ਼ਰਮਾ ਸਾਹਿਬ, ਮੁਕੇਰੀਆਂ ਵਾਲੇ ਤੇ ਪਠਾਨਕੋਟ ਵਾਲੇ, ਉਹ ਵੀ 4 ਹੋ ਗਏ। ਚਲੋ ਬਸਪਾ ਵਾਲੇ ਵੀ ਤੁਸੀਂ ਕਹਿਤਾ, ਮੈਂ ਮੰਨੇ 5 ਹੋ ਗਏ। ਵੋਟਾਂ ਪਈਆਂ ਬੀਜੇਪੀ ਨੂੰ 8। ਹੁਣ ਰਾਣਾ ਇੰਦਰ ਪ੍ਰਤਾਪ ਹੋਰੀ ਤੇ ਸ਼ੁਰੂ ਤੋਂ ਕਹਿੰਦੇ ਕਿ ਭਾਈ ਇਹ ਸੀਟ ਹੀ ਪਾਰਟੀ ਦੀ ਝੋਲੀ ਪਾਉਣੀ ਹੈ, ਉਹ ਤਾਂ ਨਹੀਂ ਜਾ ਸਕਦੇ, ਆਪਾਂ ਮੰਨ ਕੇ ਚੱਲਦੇ ਹਾਂ। ਨਹੀਂ ਗਏ ਹੋਣੇ ਨਾ, ਚਾਹੇ ਪਾਰਟੀ ਨੇ ਕਿਹਾ ਚਾਹੇ ਨਹੀਂ ਕਿਹਾ। ਹੁਣ ਬਾਕੀ ਵੀ ਕਿਸੇ ਨੇ ਕੁਝ ਨਹੀਂ ਕਿਹਾ। ਮੈਨੂੰ ਤਾਂ ਇਹ ਵੀ ਹੈ ਕਿ ਸਾਰੇ ਐਮਪੀ ਜਿਹੜੇ ਹੈ ਕਾਂਗਰਸ ਪਾਰਟੀ ਦੀ ਟਿਕਟ ਤੇ ਜਿੱਤੇ ਹੋ। ਮੈਂ ਕਹਿੰਦਾ ਇਹ ਨਹੀਂ ਕਿ ਨਾ ਕਾਂਗਰਸ ਪਾਰਟੀ ਵਿੱਚ ਹੈਗੇ ਟਿਕਟ ਤੇ ਜਿੱਤੇ, ਕਿ ਉਹਨਾਂ ਨੇ ਵੀ ਵੋਟ ਪਾਈ ਹੋਈ। ਇਹਦਾ ਮਤਲਬ ਹੈ ਕਿ ਜਿਹੜੇ ਵੀ ਪੰਜਾਬ ਦੇ ਲੋਕਾਂ ਨੂੰ ਐ ਲੱਗਦਾ ਨਹੀਂ ਭਾਰਤੀ ਜਨਤਾ ਪਾਰਟੀ ਨਹੀਂ ਕਦੀ ਆ ਸਕਦੀ। ਐਸੀ ਕਿਹੜੀ ਗੱਲ ਹੈ ਕਿ ਜਿਹੜਾ ਵੀ ਬੰਦਾ ਕਿਸੇ ਵੀ ਪਾਰਟੀ ਤੋਂ ਗੁੱਸੇ ਹੁੰਦਾ ਉਹ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਉਂਦਾ? ਕੋਈ ਖੁੱਲ ਕੇ ਪਾਉਂਦਾ ਤੇ ਕੋਈ ਚੁੱਪ ਕਰਕੇ ਪਾ ਜਾਂਦਾ, ਜਾਨੀ ਕਿਸੇ ਹੋਰ ਪਾਸੇ ਨਹੀਂ ਵੋਟਾਂ ਚਲੇ ਗਈਆਂ। ਇਸ ਕਰਕੇ ਇਹਦਾ ਮਤਲਬ ਹੈ ਕਿ ਅਗਲੇ ਸਾਹਮਣੇ ਨਜ਼ਰ ਆਉਂਦੇ ਆ ਕਿ ਨਹੀਂ ਆਉਂਦੇ, ਖਬਰਾਂ 'ਚ ਨਜ਼ਰ ਆਉਂਦੇ ਆ ਕਿ ਨਹੀਂ ਆਉਂਦੇ, ਅੰਦਰ ਖਾਤੇ ਰੋੜੀ ਜਿਹੜੀ ਹੈ ਗੁੜ ਦੀ, ਉਹ ਜ਼ਰੂਰ ਇੱਧਰ ਉੱਧਰ ਮਾੜੀ ਮੋਟੀ ਭੇਲੀ ਭੂਲੀ ਜਿਹੜੀ ਉਹ ਫੜਾਉਂਦੇ ਰਹਿੰਦੇ ਆ ਕਿ ਭਾਈ ਕੋਈ ਗੱਲ ਨਹੀਂ, ਆਪਾਂ ਚਾਹ ਪਾਣੀ ਪੀਨੇ ਆ, ਆਇਓ ਮੜ ਜਾ ਲੱਡੂ ਨਵੇਂ ਬਣਾਏ ਆ। ਤੇ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਦੀ ਚੋਣ ਹੈ, ਜੇ ਚੁੱਪ ਚਪੀਤੇ 114 ਦੇ ਵਿੱਚੋਂ 3-4 ਐਮਐਲਏ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਭੁਗਤ ਸਕਦੇ ਆ, ਤੇ ਕੋਈ ਪਤਾ ਨਹੀਂ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਿਹੜਾ ਬੰਦਾ ਕਹੇ ਨਹੀਂ ਜੀ ਸਤਿ ਸ੍ਰੀ ਅਕਾਲ ਆ, ਉਹ ਬੰਦੇ ਮੈਨੂੰ ਠੀਕ ਲੱਗਦੇ ਆ। ਨਹੀਂ ਦੇਖੋ, ਇਹਦੇ 'ਚ ਲੌਜਿਕ ਵੀ ਆਪਾਂ ਦੱਸ ਦਈਏ। ਹੁਣ ਜਿਹੜੀ ਆਮ ਆਦਮੀ ਪਾਰਟੀ ਆ, ਉਧਰਲੇ ਵਾਲੇ ਪਾਸੋਂ ਲੌਜਿਕ ਇਹ ਦਿੱਤਾ ਜਾਂਦਾ ਬੰਦੇ ਕਾਂਗਰਸੀ ਹੋਣੇ ਆ ਜੀ। ਤੁਸੀਂ ਅੱਗੇ ਵੇਖ ਹੀ ਲਿਆ ਵੀ ਅੱਧੀ ਪੌਣੀ ਕਾਂਗਰਸ ਅੱਗੇ ਬੀਜੇਪੀ ਚਲ ਗਈ ਆ, ਜਿਹੜੇ ਰਹਿੰਦੇ ਨੇ ਉਹਨਾਂ ਨੇ ਵੀ ਚਲੇ ਜਾਣਾ। ਇਹ ਤਾਂ ਜੀ ਬੇਸਿਕਲੀ ਰਾਜਾ ਵੜਿੰਗ ਸਾਹਿਬ ਜਿਹੜੇ ਨੇ ਉਹਨਾਂ ਕੋਲੋਂ ਕਾਂਗਰਸ ਪਾਰਟੀ ਨਹੀਂ ਸੰਭਾਲੀ ਗਈ ਤੇ ਉਹਨਾਂ ਦੇ ਬੰਦੇ ਖਿਸਕੇ ਗਏ। ਹੁਣ ਜਦੋਂ ਇਹਦਾ ਵਿਰੋਧ ਕਰਨ ਵਾਲੇ ਪਾਸਿਓਂ ਆਵਾਜ਼ ਆਉਂਦੀ ਹੈ ਤੇ ਉਹ ਕਹਿੰਦੇ ਵੀ ਇਹ ਬੰਦੇ ਅਸਲ 'ਚ ਆਮ ਆਦਮੀ ਪਾਰਟੀ ਦੇ ਆ ਤੇ ਇਹਦੇ ਪਿੱਛੇ ਸਕੀਮ ਬੀਜੇਪੀ ਦੀ ਆ। ਉਹ ਕਹਿੰਦੇ ਬੀਜੇਪੀ ਕੋਲ ਪਹਿਲਾਂ ਤੋਂ ਕੰਮ ਆ ਵੀ ਜਿੱਥੇ ਉਹਨਾਂ ਦਾ ਧਿਆਨ ਹੋ ਜੇ ਜੀ ਉੱਥੇ ਫਿਰ ਹੌਲੀ ਹੌਲੀ ਬੰਦੇ ਪੁੱਟਣ ਵਾਲੇ ਪਾਸੇ ਤੁਰ ਪੈਂਦੇ ਹੁੰਦੇ। ਪਹਿਲਾਂ 1 ਫਿਰ 2 ਫਿਰ 4 ਫਿਰ 10 ਫਿਰ 20, ਆਪਾਂ ਦਾ ਪਿਛਲੇ ਦਿਨ 40-45 ਵੀ ਵੇਖ ਲਏ ਸੀਗੇ। ਉਹ ਕਿੱਥੇ ਮਹਾਰਾਸ਼ਟਰ ਦੀ ਉਹ ਸ਼ਿਵ ਸੈਨਾ ਹੀ ਸਾਰੀ ਪੁੱਟ ਕੇ ਲੈ ਗਏ ਸੀ। ਉਹ ਕਹਿੰਦੇ ਵੀ ਇਹ ਕੰਮ ਹੋ ਸਕਦਾ ਵੀ ਇਹ ਜਿਹੜਾ ਵਾਢਾ ਧਰ ਲਿਆ ਗਿਆ ਹੋਵੇ ਵੀ ਜਿੱਦਾਂ 2-3 ਮਹੀਨੇ ਲੰਘੇ ਆ ਤੇ 2-3 ਹੀ ਐਮਐਲਏ ਖਿਸ ਗਏ, ਕਿਤੇ ਸਰਕਾਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਵਾਲੇ ਚੈੱਕ ਕਰਨ ਵੀ ਵੀਰ ਮੇਰੇ ਇੱਕ ਮਹੀਨੇ 'ਚ ਇੱਕ ਬੰਦਾ ਇਦਾਂ ਜਾਂਦਾ ਰਿਹਾ ਤੇ ਫਿਰ ਇਹ ਨਾ ਹੋ ਵੀ ਚੰਦ ਕੁ ਮਹੀਨਾ ਤੱਕ ਮੁੜ ਕੇ ਕੋਈ ਨਾ ਕੋਈ ਚੰਦ ਚੜ੍ਹ ਜੇ। ਇਹ ਦੋਵਾਂ ਦੇ ਦੋਸ਼ ਨੇ, ਕਲੀਅਰ ਕੋਈ ਨਹੀਂ ਅਜੇ। ਸੰਧਾਲੀਆ ਸਾਹਿਬ, ਸਾਰੇ ਦੇਸ਼ ਵੱਲ ਨੂੰ ਚਲੇ ਜਾਈਏ ਤਾਂ ਕੁੱਲ ਜਿੰਨੇ ਵੀ ਸੂਬਿਆਂ ਦੇ ਵਿੱਚ ਵਿਧਾਨ ਸਭਾਵਾਂ ਨੇ 121 ਐਮਐਲਏ ਜਿਹੜੇ ਕਿ ਬੀਜੇਪੀ ਦੇ ਖਿਲਾਫ ਸੀ, ਉਹਨਾਂ ਨੇ ਬੀਜੇਪੀ ਦੇ ਉਮੀਦਵਾਰ ਨੂੰ ਵੋਟਾਂ ਪਾਈਆਂ। 121 ਐਮਐਲਏਜ਼ ਦੀ ਕ੍ਰਾਸ ਵੋਟਿੰਗ ਹੋਈ ਹੈ। ਯੂਪੀ 'ਚੋਂ ਹੋਈ ਹੈ, ਗੁਜਰਾਤ 'ਚੋਂ ਹੋਈ ਹੈ, ਮਹਾਰਾਸ਼ਟਰ 'ਚੋਂ ਹੋਈ ਹੈ, ਆਸਾਮ 'ਚੋਂ 22 ਬੰਦੇ ਜਿਹੜੇ ਕਿ ਬੀਜੇਪੀ 'ਚ ਨਹੀਂ ਦੂਜੀਆਂ ਪਾਰਟੀਆਂ ਦੇ ਆ, ਵੋਟ ਬੀਜੇਪੀ ਦੀ ਬੀਬੀ ਦ੍ਰੋਪਦੀ ਮੁਰਮੂ ਨੂੰ ਪਾ ਗਏ। ਹੁਣ ਜੇ ਭਾਰਤੀ ਜਨਤਾ ਪਾਰਟੀ 121 ਵਿਧਾਇਕ ਜਿਹੜੇ ਦੂਸਰੀਆਂ ਪਾਰਟੀਆਂ ਦੀ ਟਿਕਟ ਤੇ ਚੋਣ ਲੜੇ ਆ, ਉਹਨਾਂ ਦੀ ਵੋਟ ਰਾਸ਼ਟਰਪਤੀ ਦੀ ਚੋਣ 'ਚ ਆਪਣੇ ਹੱਕ 'ਚ ਪਵਾ ਸਕਦੀ ਹੈ। 10-12 ਐਮਪੀ ਵੀ ਉਹਨਾਂ ਨੂੰ ਪਾ ਗਏ, ਉਹਨਾਂ ਕੋਲ ਸੁੱਖ ਨਾਲ ਪਹਿਲਾਂ ਹੀ ਬਥੇਰੇ ਆ। ਇਹਦਾ ਮਤਲਬ ਹੈ ਕਿ ਠੀਕ ਹੈ, ਇੱਕ ਤਾਂ ਉਹਨਾਂ ਦੀ ਤਾਕਤ ਬੀਜੇਪੀ ਦੀ ਹੈ ਕਿ ਆਹ ਸਾਡਾ ਟਰੱਕ ਹੈ ਜੀ, ਤੇ ਦੂਜੇ ਪਾਸੇ ਉਹ ਜਿਹੜਾ ਦੂਜਿਆਂ ਦਾ ਟਰੱਕ ਆ ਉਹ 'ਚ ਵੀ ਸਾਡੇ ਬੰਦੇ ਹੈਗੇ ਆ ਜੀ। ਤੇ ਜੇ ਸਿਆਸੀ ਪਾਰਟੀਆਂ ਆਪਣੇ ਘਰ ਦੇ ਵਿੱਚ ਬੈਠੇ ਬੰਦਿਆਂ ਦੀ ਵੀ ਸੂਹ ਨਹੀਂ ਲਾ ਸਕਦੀਆਂ ਕਿ ਭਾਈ ਉਹਨਾਂ ਦੇ ਲਈ ਕਿਹੜਾ ਬੰਦਾ ਕਿੱਥੇ ਬੈਠਾ ਕਿੱਦਾਂ ਦਾ ਕੰਮ ਕਰੀ ਜਾਂਦਾ, ਤਾਂ ਫਿਰ ਤਾਂ ਗੁਜਰਾਤ ਦੀ ਇਲੈਕਸ਼ਨ ਵੀ ਆਉਣ ਵਾਲੀ ਹੈ, ਹਿਮਾਚਲ ਦੀ ਵੀ ਆਉਣ ਵਾਲੀ ਹੈ, ਝਾਰਖੰਡ ਦੀ ਵੀ ਦੂਰ ਨਹੀਂ, ਰਾਜਸਥਾਨ ਦੀ ਵੀ ਸਿਰ ਤੇ ਖਲੋਤੀ ਹੈ, ਤੇ 2024 ਕਿਹੜਾ ਦੂਰ ਹੈ। ਹਾਂ, ਪਿਛਲੇ ਦਿਨ ਹੀ ਗੱਲ ਚੱਲੀ ਸੀ, ਜਦੋਂ ਹੁਣ ਵੀ ਚਲੋ ਖੈਰ ਖਲਾਰਾ ਹੀ ਹੈ ਕਾਂਗਰਸ ਪਾਰਟੀ ਦਾ, ਉਦੋਂ ਵਿੱਚ ਕਾਂਗਰਸ ਪਾਰਟੀ ਦੇ ਕਈ ਲੀਡਰ ਸਾਹਿਬਾਨ ਇਹ ਬਿਆਨ ਦਿੰਦੇ ਸੀ ਵੀ ਯਾਰ ਚੈੱਕ ਕਰ ਲਓ, ਜਿਨ੍ਹਾਂ ਨੂੰ ਤੁਸੀਂ ਕਹਿੰਦੇ ਹੋ ਵੀ ਬੜੇ ਪੁਰਾਣੇ ਕਾਂਗਰਸੀ, ਉਹ ਕੀ ਕਾਂਗਰਸੀ ਸੀਗੇ ਵੀ, ਤੇ ਬਾਅਦ ਦੇ ਵਿੱਚ ਕਹਿੰਦੇ ਪਤਾ ਤੁਹਾਨੂੰ ਬਾਅਦ 'ਚ ਲੱਗਿਆ ਵੀ ਜਦੋਂ ਅਗਲਾ ਬੰਦਾ ਉਡਾਰੀ ਮਾਰ ਗਿਆ ਤੇ ਤੁਸੀਂ ਕਹਿੰਦੇ ਯਾਰ ਇਹ ਤੇ ਬੰਦਾ ਬੜਾ ਪੱਕਾ ਕਾਂਗਰਸੀ ਸੀ। ਉਹ ਕਹਿੰਦੇ ਉਹ ਪੱਕਾ ਕਾਂਗਰਸੀ ਨਹੀਂ ਸੀ, ਉਹ ਬੰਦਾ ਪੱਕਾ ਸੀ ਪਰ ਕਾਂਗਰਸੀ ਦੋ ਚੀਜ਼ਾਂ ਅਲੱਗ-ਅਲੱਗ ਨੇ। ਹੁਣ ਜੇ ਮੰਨ ਲਓ ਵੀ ਇਹ ਚੀਜ਼ ਇਦਾਂ ਸੀਗੀ, ਕਿਉਂਕਿ ਉਹਨਾਂ ਨੇ ਆਪਣੇ ਤੌਰ ਤੇ ਆਪਣੀ ਪਾਰਟੀ ਦੀ ਗੱਲ ਕੀਤੀ, ਹੁਣ ਜੇ ਕਾਂਗਰਸ ਪਾਰਟੀ 'ਚ ਬੰਦੇ ਪੱਕੇ ਤੇ ਕਾਂਗਰਸੀ ਹੋ ਸਕਦੇ ਆ, ਤੇ ਹੋ ਸਕਦਾ ਬਾਕੀ ਪੋਲੀਟੀਕਲ ਪਾਰਟੀਆਂ ਦੇ ਵਿੱਚ ਵੀ ਬੰਦੇ ਪੱਕੇ ਤੇ ਵੱਖ-ਵੱਖ ਪਾਰਟੀਆਂ ਦੇ ਹੋਣ, ਕਹਿਣ ਨੂੰ ਨਹੀਂ ਹੋ ਸਕਦੇ ਆ। ਸੰਧਾਲੀਆ ਸਾਹਿਬ, ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਤੇ ਹੁਣ ਆਪਾਂ ਥੋੜਾ ਜਿਹਾ ਘੁੰਮ ਕੇ ਦਿੱਲੀ ਵਾਲੇ ਪਾਸੇ ਜਾਣਾ ਹੈ, ਕਿਉਂਕਿ ਪੰਜਾਬ ਦੇ ਵਿੱਚ ਜਦੋਂ ਅਰਵਿੰਦ ਕੇਜਰੀਵਾਲ ਸਾਹਿਬ ਆਉਂਦੇ ਸੀ ਵਿਧਾਨ ਸਭਾ ਦੀ ਚੋਣ ਤੋਂ ਪਹਿਲਾਂ, ਤੇ ਉਹ ਇੱਕ ਨਵਾਂ ਸ਼ਬਦ ਲੈ ਕੇ ਆਏ ਸੀ, ਕੱਟੜ ਇਮਾਨਦਾਰ ਪਾਰਟੀ, ਕੱਟੜ ਇਮਾਨਦਾਰ ਲੀਡਰ, ਕੱਟੜ ਇਮਾਨਦਾਰ ਸਰਕਾਰ। ਉਹ ਲੋਕਾਂ ਨੂੰ ਇੱਕੋ ਹੀ ਗੱਲ ਕਹਿੰਦੇ ਸੀ ਕਿ ਭਾਈ ਬਾਕੀ ਭ੍ਰਿਸ਼ਟ ਨੇ, ਅਸੀਂ ਦੁੱਧ ਧੋਤੇ ਹਾਂ, ਬਾਕੀ ਸਾਰੀਆਂ ਸਿਆਸੀ ਪਾਰਟੀਆਂ ਪੈਸੇ ਖਾਣ ਤੇ ਲੱਗੀਆਂ ਤੇ ਅਸੀਂ ਲੋਕਾਂ ਦਾ ਜੀਵਨ ਸੁਧਾਰਨ ਤੇ ਲੱਗੇ ਹਾਂ।
ਦੋ ਮੁੱਦੇ ਸੰਧਾਲੀਆ ਸਾਹਿਬ, ਇੱਕ ਸਿਹਤ ਦਾ ਤੇ ਦੂਜਾ ਸਿੱਖਿਆ ਦਾ, ਉਹਨੂੰ ਉਹਨਾਂ ਨੇ ਉਭਾਰਿਆ। ਦਿੱਲੀ 'ਚ ਅਸੀਂ ਕਹਿੰਦੇ ਜੀ ਕੰਮ ਕੀਤਾ। ਤੇ ਇੱਕ ਗੱਲ ਅਰਵਿੰਦ ਕੇਜਰੀਵਾਲ ਸਾਹਿਬ ਦੀ ਚੰਗੀ ਸੀ, ਉਹ ਕਹਿੰਦੇ ਸੀ ਮੇਰੇ ਤੇ ਯਕੀਨ ਨਾ ਕਰੋ, ਦਿੱਲੀ ਦੇ ਲੋਕਾਂ ਨੂੰ ਜਾ ਕੇ ਪੁੱਛਿਓ। ਸਾਫ਼ ਸਪਸ਼ਟ ਕਿ ਅਸੀਂ ਆਨਲਾਈਨ ਕੰਮ ਕੀਤਾ, ਅਸੀਂ ਐਜੂਕੇਸ਼ਨ ਵਧੀਆ ਕੀਤੀ, ਅਸੀਂ ਮੁਹੱਲਾ ਕਲੀਨਿਕ ਬਣਾਏ। ਹੁਣ ਜਿਹਨੇ ਪੁੱਛ ਲਿਆ ਹੋਊਗਾ ਪੁੱਛ ਲਿਆ ਹੋਊਗਾ। ਉਸੇ ਸਿਰ ਤੇ ਪੰਜਾਬ 'ਚ ਜਿਹੜਾ ਉਹ ਇਲੈਕਸ਼ਨ ਜਿੱਤ ਲਈ ਉਹਨਾਂ ਨੇ। ਹੁਣ ਗੁਜਰਾਤ ਤੇ ਹਿਮਾਚਲ ਦੇ ਵਿੱਚ ਜਾ ਕੇ ਉਹੀ ਵਾਅਦੇ ਕਰਦੇ ਆ। ਪਰ ਪਹਿਲਾਂ ਤਾਂ ਉਹਨਾਂ ਦਾ ਜਿਹੜਾ ਸਿਹਤ ਮੰਤਰੀ ਹੈ, ਮੁਹੱਲਾ ਕਲੀਨਿਕ ਬਣਾਉਣ ਵਾਲਾ ਸਤਿੰਦਰ ਜੈਨ, ਉਹ ਈਡੀ ਨੇ ਚੱਕ ਲਿਆ ਕਿ ਭਾਈ ਆਹ ਦੇਖੋ, ਤੁਸੀਂ ਸ਼ੈਲ ਕੰਪਨੀਆਂ ਰਾਹੀਂ ਬਹੁਤ ਸਾਰੇ ਪੈਸੇ ਬਲੈਕ ਤੋਂ ਵਾਈਟ ਕੀਤੇ, ਦੋਸ਼ ਹੈ ਜੇ ਸਾਬਿਤ ਨਹੀਂ ਹੋਏ। ਬੰਦਾ ਅਜੇ ਤੱਕ ਅੰਦਰ ਆ। ਉਦੋਂ ਵੀ ਅਰਵਿੰਦ ਕੇਜਰੀਵਾਲ ਉਹਨਾਂ ਨੇ ਕਿਹਾ ਸੀ ਕਿ ਇਹਨਾਂ ਨੂੰ ਤਾਂ ਸਨਮਾਨਿਤ ਕਰੋ ਬਈ, ਇਹਨਾਂ ਨੇ ਮੁਹੱਲਾ ਕਲੀਨਿਕ ਵਰਗਾ ਮਾਡਲ ਭਾਰਤ ਨੂੰ ਦਿੱਤਾ ਤੇ ਸਨਮਾਨਿਤ ਕਰਨ ਦੀ ਜਗ੍ਹਾ ਦੇ ਉੱਤੇ ਤੁਸੀਂ ਸਿਆਸੀ ਬਦਲਾਖੋਰੀ ਕਰੀ ਜਾਂਦੇ, ਸਾਡਾ ਬੰਦਾ ਚੱਕ ਲਿਆ, ਕਸੂਰ ਕੋਈ ਨਹੀਂ। ਠੀਕ ਹੈ, ਹੁਣ ਇੱਕ ਨਵੀਂ ਜਾਂਚ ਸੀਬੀਆਈ ਨੂੰ ਦਿੱਤੀ ਹੈ। ਉੱਥੋਂ ਦੇ ਉਪ ਰਾਜਪਾਲ ਸਾਹਿਬ ਨੇ, ਸਕਸੈਨਾ ਸਾਹਿਬ ਨੇ ਨਵੇਂ ਉਪ ਰਾਜਪਾਲ ਬਣੇ ਆ ਦਿੱਲੀ ਦੇ। ਉਹ ਕਹਿੰਦੇ ਜੀ ਮੈਨੂੰ ਮੁੱਖ ਸਕੱਤਰ ਦਿੱਲੀ ਨੇ ਇੱਕ ਰਿਪੋਰਟ ਦਿੱਤੀ ਹੈ ਜਿਹਦੇ ਵਿੱਚੋਂ ਪਤਾ ਲੱਗਦਾ ਕਿ 2021-22 ਦੀ ਜਿਹੜੀ ਐਕਸਾਈਜ਼ ਪਾਲਿਸੀ ਹੈ, ਸ਼ਰਾਬ ਵੇਚਣ ਵਾਲੀ ਪਾਲਿਸੀ, ਕਿ ਉਹਦੇ ਵਿੱਚ ਦਿੱਲੀ ਸਰਕਾਰ ਨੇ ਖਾਸ ਤੌਰ ਤੇ ਸਿਸੋਦੀਆ ਸਾਹਿਬ ਨੇ ਇਸ ਤਰ੍ਹਾਂ ਦੀ ਤਬਦੀਲੀ ਕੀਤੀ ਹੈ ਕਿ ਤਕਰੀਬਨ 125 ਕਰੋੜ 140 ਕਰੋੜ ਰੁਪਈਆ ਉਹਨਾਂ ਦੇ ਨੇੜਲੇ ਜਿਹੜੇ ਚਹੇਤੇ ਠੇਕੇਦਾਰ ਨੇ ਉਹਨਾਂ ਨੂੰ ਲਾਭ ਹੋਇਆ। ਸੀਬੀਆਈ ਕਹਿੰਦੇ ਜੀ ਜਾਂਚ ਕਰੂ। ਕੇਜਰੀਵਾਲ ਸਾਹਿਬ ਕਹਿੰਦੇ ਜੀ ਦੇਖੋ ਗੱਲ ਇਹ ਹੈ ਕਿ ਪਹਿਲਾ ਬੰਦਾ ਜਿਹਨੇ ਮੁਹੱਲਾ ਕਲੀਨਿਕ ਦਾ ਮਾਡਲ ਦਿੱਤਾ ਸੀ ਉਹ ਤੇ ਝੂਠੇ ਦੋਸ਼ ਲਾ ਕੇ ਅੰਦਰ ਕਰਤਾ। ਹੁਣੇ ਐਜੂਕੇਸ਼ਨ ਮਿਨਿਸਟਰ ਨੇ, ਸਾਡੇ ਉਪ ਮੁੱਖ ਮੰਤਰੀ ਨੇ, ਸਿਸੋਦੀਆ ਸਾਹਿਬ, ਤੇ ਸਾਡੇ ਐਜੂਕੇਸ਼ਨ ਸਿਸਟਮ ਨੂੰ ਸਿੰਗਾਪੁਰ ਵੀ ਰੈਕੋਗਨਾਈਜ਼ ਕਰਦਾ। ਉਹ ਪਰਲੇ ਪਾਸੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਦੀ ਧਰਮ ਪਤਨੀ ਵੀ ਦੇਖਣ ਆਈ ਸੀ। ਇਹਨਾਂ ਤੋਂ ਸਾਡੀ ਚੜ੍ਹਾਈ ਨਹੀਂ ਜਰੀ ਜਾਂਦੀ, ਇਸ ਕਰਕੇ ਇਹਨਾਂ ਨੂੰ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕਰਨਾ, ਕਹਿੰਦੇ ਲੈ ਜਾਓ, ਭਾਵੇਂ ਮੈਨੂੰ ਵੀ ਲੈ ਜਾਓ, ਕਿਉਂਕਿ ਦੇਸ਼ ਅੱਗੇ ਵਧ ਰਿਹਾ। ਦੇਸ਼ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਚਾਹੁੰਦਾ ਹੈ ਤੇ ਸਰਕਾਰ ਬਣਨੀ ਹੈ। ਤੁਸੀਂ ਲੱਖ ਕੋਸ਼ਿਸ਼ਾਂ ਕਰ ਲਓ, ਝੂਠਾ ਕੇਸ ਹੈ। ਕੇਸ ਝੂਠਾ ਹੈ ਕਿ ਨਹੀਂ ਝੂਠਾ, ਇਹ ਬਾਅਦ ਵਿੱਚ ਪਤਾ ਲੱਗੂਗਾ। ਪਰ ਸੰਧਾਲੀਆ ਸਾਹਿਬ, ਜਿੱਥੇ ਕਾ ਕੇ ਗੇਮ ਖੜੀ ਹੋ ਗਈ ਕਿ ਦੋ ਹੀ ਮੁੱਦੇ ਸੀ, ਦੋਨਾਂ ਹੀ ਵਿਭਾਗਾਂ ਦੇ ਮੰਤਰੀ ਜੇ ਹੁਣ ਕਿਸੇ ਨਾ ਕਿਸੇ ਵਿਵਾਦ ਦੇ ਵਿੱਚ ਫਸ ਗਏ, ਇਹਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਹੋਏਗਾ ਜਾਂ ਹਮਦਰਦੀ ਜੁੜ ਜੂਗੀ, ਆਉਣ ਵਾਲਾ ਸਮਾਂ ਦੱਸੂ। ਉਹਨੇ ਦੇਖੋ, ਇਹ ਮੁੱਦਾ ਜਦੋਂ ਨਾਲ ਚੱਕਿਆ ਗਿਆ, ਨਾਲ ਦੇ ਨਾਲ ਹੀ ਸੁਖਪਾਲ ਸਿੰਘ ਖਹਿਰਾ ਸਾਹਿਬ ਪੰਜਾਬ ਤੋਂ, ਉਹ ਕਹਿੰਦੇ ਜੀ ਇਹ ਸੇਮ ਮਾਡਲ ਤੇ ਪੰਜਾਬ ਵਾਲਿਆਂ ਵੀ ਲਾਗੂ ਕਰੀ ਬੈਠੇ ਨੇ। ਇਹ ਸੀਬੀਆਈ ਜਾਂਚ ਜੇ ਉਧਰ ਕਰਾਉਣੀ ਹੈ ਤੇ ਪੰਜਾਬ 'ਚ ਵੀ ਕਰਾ ਲਓ। ਲੱਗਿਆ ਹੱਥੇ ਉਹ ਕਹਿੰਦੇ ਵੀ ਆਹ ਦੇਖੋ ਗਰਮ ਤਾਂ ਮੁੱਦਾ ਦਾ ਨੇ ਵੀ ਕਹਿੰਦਾ ਆਹ ਪਕੌੜੇ ਗਰਮ, ਕਹਿੰਦਾ ਨਾਲ ਪਾਲਕ ਵਾਲੇ ਵੀ ਕਾਲ ਹੁਣ ਤੇਲ ਤੇ ਗਰਮ ਹੈਗਾ ਹੀ ਹੈ ਨਾ। ਉਹ ਜਿਹੜਾ ਚੱਕਰ ਉਹਨਾਂ ਨੇ ਕਿਹਾ, ਹੁਣ ਦੇਖੋ ਪੰਜਾਬ ਦੇ ਵਿੱਚ ਵੀ ਕਹਿੰਦੇ ਵੀ ਐਕਸਾਈਜ਼ ਪਾਲਿਸੀ ਚੇਂਜ ਕਰਨੀ, ਉਹ ਸਾਰਾ ਕੁਝ ਬਣਾਉਣਾ। ਹਾਂ ਜੀ, ਉਹਦੇ ਵਿੱਚ ਵੀ ਕੁਛ ਨਾ ਕੁਛ ਹੋਇਆ ਤੇ ਠੀਕ ਆ ਭਾਈ, ਅਗਲਿਆਂ ਕੋਲੇ ਅਧਿਕਾਰ ਖੇਤਰ ਹੈਗਾ, ਜਾਂਚ ਪੜਤਾਲ ਤੇ ਅਗਲੇ ਕਰ ਹੀ ਸਕਦੇ ਆ। ਦੂਜੀ ਗੱਲ ਇਹਦੇ 'ਚ ਇਹ ਵੀ ਹੈ ਵੀ ਜੇ ਮੰਨ ਲਓ ਮੁਹੱਲਾ ਕਲੀਨਿਕ ਜਾਂ ਮੰਨ ਲਓ ਸਿੱਖਿਆ ਦੀ ਆਪਾਂ ਗੱਲ ਕਰਦੇ ਹਾਂ ਵੀ ਆਮ ਆਦਮੀ ਪਾਰਟੀ ਕਹਿੰਦੀ ਵੀ ਅਸੀਂ ਵਧੀਆ ਕੀਤਾ। ਹੁਣ ਇੱਕ ਪਾਰਟੀ ਨੇ ਕੀਤਾ, ਉਸ ਪਾਰਟੀ 'ਚ ਬਹੁਤ ਸਾਰੇ ਬੰਦੇ ਨੇ। ਹਾਂ, ਉਹਦੇ ਲਈ ਦੋ ਪਹਿਲਾਂ ਨੁਮਾਇੰਦੇ ਸੀ ਵੀ ਇੱਕ ਸਤਿੰਦਰ ਜੈਨ ਹੋਰੀ ਹੋ ਗਏ, ਮਨੀਸ਼ ਸਿਸੋਦੀਆ ਹੋਰੀ ਹੋ ਗਏ। ਹੁਣ ਇਹ ਨਾ ਹੋਵੇ ਵੀ ਉਧਰੋਂ ਉਹ ਅੰਦਰ ਨੇ, ਉਧਰੋਂ ਇਹਨਾਂ ਨੂੰ ਜੋ ਆਉਂਦੇ ਵੀ ਸੀ ਗ੍ਰਿਫਤਾਰ ਕਰ ਲੈਣਾ, ਤੇ ਕੱਲ ਨੂੰ ਜਦੋਂ ਢਾਂਚਾ ਥੋੜਾ ਜਿਹਾ ਡਾਵਾਂਡੋਲ ਹੋਵੇ ਤੇ ਆਪਾਂ ਇਹ ਐਕਸਕਿਊਜ਼ ਦਈਏ ਜੀ ਉਹ ਬੰਦੇ ਅੰਦਰ ਸੀ ਇਸ ਕਰਕੇ ਢਾਂਚਾ ਵਿਗੜ ਗਿਆ। ਢਾਂਚਾ ਜ਼ਰੂਰ ਚੱਲਦਾ ਰਹਿਣਾ ਚਾਹੀਦਾ। ਹਾਂ, ਉਹਦੇ ਲਈ ਲੱਗਦਾ ਤੁਹਾਨੂੰ ਵੀ ਉਹ ਬੰਦੇ ਅੰਦਰ ਨੇ ਜੀ, ਹੁਣ ਜ਼ਿੰਮੇਵਾਰੀ ਫਲਾਣੇ ਨੂੰ ਦੇਤੀ ਜੀ, ਹੁਣ ਇਹਦੀ ਜ਼ਿੰਮੇਵਾਰੀ ਫਲਾਣੇ ਨੂੰ ਦੇਤੀ, ਤਾਂ ਜੋ ਜਿਹੜਾ ਟਾਈਮ ਬਚਿਆ ਉਹਦੇ 'ਚ ਲੋਕਾਂ ਦੇ ਵਿੱਚ ਇਹ ਜ਼ਰੂਰ ਹਵਾ ਰਵੇ ਵੀ ਯਾਰ ਪਾਰਟੀ ਠੀਕ ਸੀ, ਪ੍ਰਬੰਧ ਠੀਕ ਸੀ। ਹਾਂ, ਉਹਨਾਂ ਦੇ ਉੱਪਰ ਜੇ ਸੱਚਾ ਝੂਠਾ ਜੋ ਵੀ ਕੇਸ ਸੀਗਾ, ਜਦੋਂ ਉਹਦਾ ਨਤੀਜਾ ਆ ਜਾਊਗਾ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋ ਜੀ। ਸੰਧਾਲੀਆ ਸਾਹਿਬ, ਮੈਂ ਕਹਿੰਦਾ 144 ਕਰੋੜ ਤਾਂ ਬਹੁਤ ਵੱਡੀ ਗੱਲ ਹੈ। ਜੇ 144 ਰੁਪਈਆਂ ਦਾ ਵੀ ਘਪਲਾ ਮਨੀਸ਼ ਸਿਸੋਦੀਆ ਨੇ ਕੀਤਾ ਤਾਂ ਬੰਦਾ ਬਖਸ਼ਣਾ ਨਹੀਂ ਚਾਹੀਦਾ। ਲੋਕਾਂ ਦੇ ਪੈਸੇ ਆ। ਤੇ ਦੂਸਰੇ ਪਾਸੇ ਅਸੀਂ ਇਹ ਵੀ ਕਹਿੰਦੇ ਆਮ ਆਦਮੀ ਪਾਰਟੀ ਨੂੰ ਕਿ ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਬੰਦੇ ਸੱਚੇ ਨੇ, ਕਿਉਂਕਿ ਕੇਜਰੀਵਾਲ ਸਾਹਿਬ ਨੇ ਕਿਹਾ ਕਿ 22 ਸਾਲ ਹੋ ਗਏ ਮੈਨੂੰ ਸਿਸੋਦੀਏ ਨਾਲ, ਉਹ ਬੰਦਾ ਬਹੁਤ ਇਮਾਨਦਾਰ ਆ, ਉਸ ਬੰਦੇ ਨੇ ਰੁਪਈਆ ਖਾਣਾ ਕੀ ਆ, ਇਹਨਾਂ ਨੂੰ ਤੁਹਾਨੂੰ ਜਰਿਆ ਨਹੀਂ ਜਾਂਦਾ ਕਿ ਭਾਈ ਸਾਡੀ ਚੜ੍ਹਾਈ ਹੋ ਗਈ, ਅਸੀਂ ਜਿੱਤਣ ਲੱਗ ਪਏ। ਮੈਂ ਕਹਿੰਦਾ ਕਿ ਭੱਜਿਓ ਨਾ। ਬੜੇ ਨੇਤਾ ਨੇ ਸੰਧਾਲੀਆ ਸਾਹਿਬ, ਉਹ ਰੂਪੋਸ਼ ਹੋ ਜਾਂਦੇ। ਆਪਾਂ ਪੰਜਾਬ 'ਚ ਦੇਖਿਆ, ਯੂਪੀ 'ਚ ਦੇਖਿਆ, ਬੜੀ ਜਗ੍ਹਾ ਤੇ ਦੇਖਿਆ, ਮਹਾਰਾਸ਼ਟਰ 'ਚ ਦੇਖਿਆ। ਕਿਸੇ ਲੀਡਰ ਤੇ ਕੋਈ ਪਰਚਾ ਹੋ ਜਾਏ, ਲੀਡਰ ਇੱਧਰ ਉੱਧਰ ਹੋ ਜਾਂਦੇ ਆ, ਸੈਸ਼ਨ ਕੋਰਟ, ਹਾਈ ਕੋਰਟ, ਸੁਪਰੀਮ ਕੋਰਟ, ਅਗਾਊਂ ਜ਼ਮਾਨਤ, ਆਹ ਕਰ ਲਓ, ਉਹ ਕਰ ਲਓ ਜੀ, ਮੈਂ ਜਾਂਚ 'ਚ ਬਾਅਦ 'ਚ ਪੇਸ਼ ਹੋਣਾ, ਪਹਿਲਾਂ ਦੱਸੋ ਮੈਨੂੰ ਗ੍ਰਿਫਤਾਰ ਨਹੀਂ ਕਦੇ ਕਰ ਲਓਗੇ। ਜੇ ਤੁਹਾਨੂੰ ਲੱਗਦਾ ਕਿ ਤੁਹਾਡੇ ਬੰਦੇ ਠੀਕ ਨੇ, ਇਹਨਾਂ ਦੇ ਉੱਤੇ ਝੂਠਾ ਕੇਸ ਬਣਾਇਆ ਜਾ ਰਿਹਾ, ਪੇਸ਼ ਹੋਵੋ। ਜਿੱਦਣ ਜਾਂਚ ਲਈ ਸੱਦਦੇ ਆ ਉੱਥੇ ਜਾਓ। ਇੱਧਰ ਉੱਧਰ ਭੱਜਣ ਦੌੜਨ ਦੀ ਲੋੜ ਨਹੀਂ। ਜੇ ਤੁਹਾਡੇ ਕੋਲੇ ਪ੍ਰੂਫ ਨੇ, ਜੇ ਤੁਸੀਂ ਕੁਝ ਗਲਤ ਕੀਤਾ ਹੀ ਨਹੀਂ, ਦੇਰ ਸਵੇਰ ਬਾਹਰ ਆ ਜਾਓਗੇ। ਹਾਂ, ਪਰ ਜੇ ਇੱਧਰ ਉੱਧਰ ਭੱਜੋਗੇ ਫਿਰ ਲੋਕਾਂ ਦੇ ਮਨਾਂ ਦੇ ਵਿੱਚ 20 ਤਰ੍ਹਾਂ ਦੇ ਸ਼ੰਕੇ ਪੈਦਾ ਹੋਣਗੇ। ਹਾਂ, ਇੱਕ ਗੱਲ ਤੁਹਾਡੀ ਬਹੁਤ ਜਿਹੜੀ ਉਹ ਕਮਾਲ ਦੀ ਹੈ ਕਿ ਵਿਅਕਤੀ ਸੈਂਟਰ ਨਹੀਂ ਹੋਣਾ ਚਾਹੀਦਾ ਕੁਝ ਵੀ। ਕਿ ਮੰਨ ਲਓ ਮਨੀਸ਼ ਸਿਸੋਦੀਆ ਸਾਹਿਬ ਨੇ ਐਜੂਕੇਸ਼ਨ ਮਾਡਲ ਸ਼ੁਰੂ ਕੀਤਾ ਜਾਂ ਸਤਿੰਦਰ ਜੈਨ ਹੋਰਾਂ ਨੇ
ਹੈਲਥ ਕਲੀਨਿਕ ਜਿਹੜੇ ਮੁਹੱਲਾ ਕਲੀਨਿਕ ਨੇ ਉਹ ਕੰਮ ਸ਼ੁਰੂ ਕੀਤਾ ਵੀ ਇੱਕ ਬੰਦਾ ਸੱਜੇ ਖੱਬੇ ਹੋ ਗਿਆ ਤਾਂ ਮਾਡਲ ਹੀ ਢਹਿ ਢੇਰੀ ਹੋ ਗਿਆ। ਮਾਡਲ ਤਾਂ ਸਟਰਕਚਰ ਚਾਹੀਦਾ ਨਾ ਕਿ ਉਹ ਇੱਕ ਬੰਦੇ ਦੇ ਉੱਤੇ ਨਾ ਹੋਵੇ, ਸਟਰਕਚਰ ਦੇ ਵਿੱਚ ਦੀ ਸਾਰੀਆਂ ਚੀਜ਼ਾਂ ਨਿਕਲ ਜਾਣ। ਕਈ ਵਾਰੀ ਘਰ ਦੇ ਵਿੱਚ ਜੇ ਤਾਂ ਸਾਰਾ ਸਿਧਾਂਤ ਹੈਗਾ ਕਿ ਭਾਈ ਆਪੋ ਆਪਣਾ ਸਵੇਰ ਨੂੰ ਉੱਠ ਕੇ ਬਿਸਤਰਾ ਸਮੇਟਣਾ ਹੈ, ਰਾਤ ਨੂੰ ਆਪਣਾ ਆਪਣਾ ਬਿਸਤਰਾ ਵਿਛਾਉਣਾ ਹੈ, ਐਨੇ ਝਾੜੂ ਫੇਰਨਾ, ਐਨੇ ਪੱਠੇ ਪਾਉਣੇ ਆ, ਐਨੇ ਨਿਆਣਿਆਂ ਦੇ ਜੂੜੇ ਕਰਨੇ ਆ, ਜੇ ਤਾਂ ਉਹ ਸਾਰਾ ਕੁਝ ਸਿਸਟਮ 'ਚ ਵੱਜਿਆ ਫਿਰ ਘਰ ਦਾ ਮੁਖੀ ਘਰ ਹੋਵੇ ਨਾ ਹੋਵੇ ਉਦਾਂ ਹੀ ਕੰਮ ਚੱਲਣਾ। ਤਾਂ ਜੇ ਕੰਮ ਡੰਡੇ ਦੇ ਸਿਰ ਦੇ ਉੱਤੇ ਚੱਲਦਾ ਕਿ ਭਾਈ ਪਾਪਾ ਘਰ ਆ ਤਾਂ ਸਾਰੇ ਕੰਮ ਹੋਣੇ ਆ, ਨਹੀਂ ਤਾਂ ਸਾਰਿਆਂ ਨੇ ਬੈਠ ਕੇ ਹੁਣ ਚਾਹ ਦਾ ਕੱਪ ਹੋਰ ਬਣਾ ਲਓ, ਉਹ ਕੰਮ ਦਰੁਸਤ ਨਹੀਂ, ਉਹ ਦੇਰ ਸਵੇਰ ਡਿੱਗ ਪੈਣਾ ਹੁੰਦਾ। ਇਹਦੇ 'ਚ ਨਾ ਮੈਨੂੰ ਲੱਗਦਾ ਵੀ ਚਲੋ ਦਿੱਲੀ 'ਚ ਜੋ ਹੋ ਰਿਹਾ ਠੀਕ ਹੈ, ਬਹੁਤਾ ਚਕੰਨੇ ਹੋਣ ਦੀ ਲੋੜ ਪੰਜਾਬ ਵਾਲਿਆਂ ਨੂੰ, ਕਿਉਂਕਿ ਪਹਿਲੀ ਗੱਲ ਤੇ ਇਹ ਹੈ ਵੀ ਇਹ ਬੰਦੇ ਨਵੇਂ ਜੀ, ਉਹਨਾਂ ਨੂੰ ਤਾਂ ਚਲੋ ਫਿਰ ਵੀ ਇੰਨੇ ਸਾਲ ਹੋ ਗਏ, ਅਗਲਿਆਂ ਨੇ ਤੀਸਰੀ ਵਾਰ ਸਰਕਾਰ ਬਣਾ ਲਈ, ਤਜਰਬਾ ਹੈਗਾ ਸੀ, ਪਲੱਸ ਉਹ ਤਜਰਬਾ ਵੀ ਕਰਦਿਆਂ ਹੁਣ ਕਾਫੀ ਕੁਝ ਸਿਸਟਮ 'ਚ ਆ ਗਿਆ, ਉਹਨਾਂ ਦੇ ਕਹਿ ਲਓ ਅਫਸਰ ਕਹਿ ਲਓ ਮੁਲਾਜ਼ਮ ਕਹਿ ਲਓ ਜੋ ਵੀ ਸੀ ਥੱਲੇ ਤੱਕ ਸਟ੍ਰੀਮਲਾਈਨ ਹੋ ਗਿਆ। ਇੱਥੇ ਜਿੱਦਾਂ ਵਾਰ-ਵਾਰ ਉਹ ਕਿਹਾ ਜਾਂਦਾ ਸੀ, ਪਿਛਲੇ ਦਿਨ ਵੀ ਆਪਾਂ ਗੱਲ ਹੋਈ, ਅਫਸਰ ਗੱਲ ਨਹੀਂ ਸੁਣਦੇ ਜੀ, ਪ੍ਰਸ਼ਾਸਨ ਗੱਲ ਨਹੀਂ ਸੁਣਦਾ ਜੀ, ਅਜੇ ਵੀ ਬੰਦੇ ਅੰਦਰ ਖਾਤੇ ਕਿਤੇ ਹੋਰ ਪਾਸੇ ਜਾਂਦੇ ਆ। ਇੱਥੇ ਮੈਨੂੰ ਲੱਗਦਾ ਵੀ ਜ਼ਿਆਦਾ ਚਕੰਨੇ ਰਹਿਣ ਦੀ ਲੋੜ ਆ, ਵੀ ਇਹ ਨਾ ਹੋਵੇ ਵੀ ਗੱਲ ਆਪਣੇ ਵੱਲੋਂ ਤੋਂ ਉੱਪਰੋਂ ਇਹ ਸਹੀ ਕਰਨ। ਕਿਸੇ ਵੇਲੇ ਹੁੰਦਾ ਵੀ ਕੋਈ ਥੱਲੇ ਕੋਈ ਨਾ ਕੋਈ ਹੇਰ-ਫੇਰ ਕਰਦਾ। ਪਿਛਲੇ ਸਮੇਂ ਇੱਕ ਉਦਾਹਰਨ ਪੰਨੂ ਸਾਹਿਬ ਦਿੰਦੇ ਹੁੰਦੇ ਨਾ, ਉਹ ਕਹਿੰਦੇ ਵੀ ਕਿਸੇ ਨੂੰ ਚੋਰ ਬਣਾਉਣਾ ਤੇ ਬੜਾ ਸੌਖਾ ਕੰਮ ਆ, ਵੀ ਅਗਲਾ ਆਖਿਆ ਵੀ ਯਾਰ ਤੂੰ ਚੋਰੀ ਕੀਤਾ, ਸਾਈਕਲ ਆਓ ਚਲੀਏ। ਉਹ ਕਹਿੰਦਾ ਜੀ ਮੈਂ ਤਾਂ ਸਾਈਕਲ ਵੇਖਿਆ ਕਿੱਦਾਂ ਨਹੀਂ, ਆਹ ਕੰਧ ਦੇ ਨਾਲ ਕੀ ਲੱਗਾ? ਉਹ ਕਹਿੰਦਾ ਜੀ ਮੈਨੂੰ ਤਾਂ ਪਤਾ ਨਹੀਂ। ਇਹ ਕੰਧ ਕਿਹਦੀ? ਕਹਿੰਦਾ ਤੇਰੀ। ਸਾਈਕਲ ਕਿਹਦਾ? ਕਹਿੰਦਾ ਚੋਰੀ ਦਾ। ਫੜਿਆ ਕਿ ਤੂੰ ਤੇਰੇ ਘਰੋਂ, ਆਓ ਫਿਰ ਚੱਲੀਏ। ਉਹ ਹੁਣ ਪ੍ਰੂਫ ਬਾਅਦ ਚ ਹੁੰਦਾ ਰਹੂਗਾ ਵੀ ਉੱਥੇ ਕੌਣ ਲਿਆ ਕੌਣ ਨਹੀਂ ਲਿਆ, ਪਰ ਏਕਰਾਂ ਦੇ ਪੇਚਾ ਪੈ ਗਿਆ ਨਾ ਜੀ। ਹੁਣ ਗੱਲ ਹੈ ਵੀ ਜੇ ਇਹੋ ਜਿਹਾ ਪੇਚਾ ਗਾਂ ਇਹ ਨਵੀਂ ਸਰਕਾਰ ਨੂੰ ਪੈ ਗਿਆ ਤੇ ਇਹਨਾਂ ਨੂੰ ਜ਼ਿਆਦਾ ਔਖ ਹੋਊਗੀ। ਇਸ ਕਰਕੇ ਇਹਨਾਂ ਲਈ ਮੇਰੇ ਖਿਆਲ ਨਾਲ ਇੱਕ ਤਰ੍ਹਾਂ ਨਾਲ ਜ਼ਿਆਦਾ ਅਲਰਟ ਹੋਣ ਦੀ ਲੋੜ ਆ, ਵੀ ਜਿਹੜਾ ਵੀ ਕੰਮ ਕਰਨਾ ਉਹ ਜ਼ਰੂਰੀ ਨਾ ਕੀਤਾ ਜਾਵੇ ਵੀ ਹਾਂਜੀ ਉੱਧਰੋਂ ਫਾਈਲ ਆ ਗਈ ਤੇ ਘੁੱਗੀ ਮਾਰਤੀ, ਇੱਕ ਦਿਨ ਲੈ ਲਓ ਉਹਨੂੰ ਪੜ੍ਹ ਲਓ 4 ਰਾਂ। ਜ਼ਰੂਰੀ ਹੈ ਸੰਧਾਲੀਆ ਸਾਹਿਬ ਇਹ ਮਤ ਸੋਚਣ ਕੇ 92 ਬੰਦੇ ਜਿੱਤੇ ਆ ਤਾਂ ਵਿਰੋਧੀ ਚੁੱਪ ਕਰਕੇ ਬੈਠੇ ਆ। ਕਈ ਲੀਡਰ ਆਮ ਆਦਮੀ ਪਾਰਟੀ ਦੇ ਵੀ ਕਹਿੰਦੇ ਆ ਵਿਰੋਧੀਆਂ ਹੀ ਤਾਂ ਸਾਥ ਸਾਥੀ ਹੈ ਨਹੀਂ ਹੋਣਾ। ਤੁਹਾਡੇ ਕੋਲੇ ਕਈ ਇਦਾਂ ਦੇ ਸਰਕਾਰੀ ਬੰਦੇ ਆਉਣਗੇ, ਕਈ ਠੇਕੇਦਾਰ ਆਉਣਗੇ ਜਿਹੜੇ ਕਹਿੰਦੇ ਇਦਾਂ ਹੀ ਚੱਲਦਾ ਹੁੰਦਾ ਕੰਮ, ਕਮਾਈ ਕਰੋ ਕਮਾਈ, ਤੁਸੀਂ ਗਾਹਾਂ ਨੂੰ ਇਲੈਕਸ਼ਨ ਨਹੀਂ ਲੜਨੀ। ਕਈਆਂ ਨੇ ਕੰਜ ਆ ਕੇ ਫੂਕਾਂ ਮਾਰਨੀਆਂ। ਐਤਕੀ ਤੁਸੀਂ ਕਿੰਨੇ ਕੁ ਪੈਸੇ ਲਾਏ ਆ? ਸਿਮਰਨਜੀਤ ਸਿੰਘ ਮਾਨ ਸਾਹਿਬ ਨੇ ਕਿੰਨੇ ਕੁ ਪੈਸੇ ਕਿਤੇ ਲਾਏ ਸੀ? ਯਾਨੀ ਲੋਕ ਪੈਸਿਆਂ ਨਾਲ ਨਹੀਂ ਜਿਤਾਉਂਦੇ, ਖਾਣ ਪੀਣ ਨਾਲ ਨਹੀਂ ਜਿਤਾਉਂਦੇ। ਇਹ ਗੱਲ ਕਲੀਅਰ ਹੋ ਚੁੱਕੀ ਹੈ। ਇੰਨੀ ਗੱਲ ਦਾ ਖਿਆਲ ਰੱਖਿਓ ਕਿ ਭਾਈ ਤੁਹਾਡੇ ਉੱਤੇ ਸਾਰਿਆਂ ਦੀ ਨਜ਼ਰ ਹੈ, ਚਾਹੇ ਉਹ ਕੇਂਦਰ ਵਾਲੇ ਆ, ਚਾਹੇ ਉਹ ਪੰਜਾਬ ਸੂਬੇ 'ਚ ਨੇ, ਚਾਹੇ ਕੋਈ ਨੇ, ਸਾਰਿਆਂ ਦੀ ਨਜ਼ਰ। ਤੁਸੀਂ 1 ਰੁਪਈਆ ਖਾਓ ਸਹੀ, ਤੁਹਾਨੂੰ ਧੌਣੋਂ ਆ ਕੇ ਫੜ ਲੈਣਾ। ਨਹੀਂ ਇੱਕ ਬਹੁਤ ਜ਼ਿਆਦਾ ਜੀ 55-98 ਕਿਤੇ ਹੋ ਗਈ ਨਾ ਆਸੇ ਪਾਸੇ, ਉਹਦੇ ਤੇ ਘੇਰ ਲੈਣਾ। ਕੋਈ ਰੁਪਈਏ ਵਾਲੀ ਦੀ ਗੱਲਬਾਤ ਬਹੁਤ ਦੂਰ ਦੀ ਹੈ। ਸੋ ਇਸ ਕਰਕੇ ਚਲੋ ਇਹ ਤਾਂ ਹੁਣ ਪੰਜਾਬ ਸਰਕਾਰ ਉਹਨਾਂ ਦੇ ਨੁਮਾਇੰਦੇ ਜਾਣਨ ਜੀ ਵੀ ਉਹ ਇਹ ਇਸ ਚੀਜ਼ ਨੂੰ ਕਿੱਦਾਂ ਦਰੁਸਤ ਕਰਦੇ। ਪਰ ਇੱਕ ਗੱਲ ਤੇ ਹੈਗੀ ਆ ਵੀ ਜਦੋਂ ਹੁਣ ਅਗਲਿਆਂ ਨੂੰ ਪਤਾ ਵੀ ਭਾਈ ਸਾਹਿਬ ਵੀ ਪਹਿਲਾਂ ਤਾਂ ਆਪਾਂ ਪਾਉਣਾ ਭਾਰਤ ਕਹਿੰਦੇ, ਹੁਣ ਤੇ ਲਗਭਗ ਸਾਰਾ ਭਾਰਤ ਹੀ ਲਾ ਲਓ, ਕੋਈ 1-2 ਸਟੇਟਾਂ ਹੀ ਪਾਸੇ ਰਹਿ ਗਈਆਂ ਨੇ। ਵੀ ਜਦੋਂ ਉਹਨਾਂ ਨੂੰ ਪਤਾ ਵੀ ਯਾਰ ਸਾਡੇ ਕੋਲ ਆ ਤੇ ਫਿਰ ਨਾ ਇਹ ਚੁੱਭਦਾ ਜਿਹਾ ਬੜਾ ਹੁੰਦਾ। ਪੰਜਾਬ ਦੇ ਸਾਰਾ ਦੇਸੀ ਉਦਾਹਰਨ ਦੇ ਦੇਣਾ ਵੀ ਮੰਨ ਲਓ ਹੁਣ ਅਗਲਾ ਕਹਿੰਦਾ ਵੀ ਆਹ ਸਾਰਾ ਟੱਕ ਇੱਧਰੋਂ ਲੈ ਕੇ ਇੱਧਰ ਆਪਣਾ ਤੇ ਆਹ ਯਾਰ ਵਿੱਚ 1.5 ਕਨਾਲ ਥਾਂ ਜਿਹੜਾ ਨਾ ਇਹ ਪਤਾ ਫਲਾਨਿਆਂ ਦਾ ਤੰਗ ਬੜਾ ਕਰਦੇ। ਜਦੋਂ ਵੀ ਕਿਤੇ ਆਉਣਾ ਵੀ ਅਸੀਂ ਇੱਥੇ ਪਾਣੀ ਲਾਉਣਾ ਹੀ, ਅਸੀਂ ਇੱਥੇ ਰਾਹ ਚਾਹੀਦਾ ਸਾਨੂੰ ਵੱਟ 'ਚ, ਇਹਨਾਂ ਦਾ ਪਤਾ ਕਰ ਵੀ ਇਹ 1.5 ਕਨਾਲ ਕਿਸੇ ਤਰ੍ਹਾਂ ਵੇਖਦਾ ਨਹੀਂ। ਉਹ ਕਹਿੰਦੇ ਨਹੀਂ ਉਹਨਾਂ ਦਾ ਬੁੱਢਾ ਬਹੁਤ ਗਰਮਾ ਭਰਾਵਾ, ਉਹਨੇ ਵੇਚਣਾ ਨਹੀਂ, ਇਹਨਾਂ ਦਾ ਕੋਈ ਗੱਲ ਨਹੀਂ, ਫਿਰ ਇਹਦਾ ਕੋਈ ਇਲਾਜ ਕਰਦੇ। ਸੋ ਉਹ ਜਿਹੜਾ 1.5 ਕਨਾਲ ਥਾਂ ਅਗਲੇ ਨੂੰ ਪੂਰੇ ਮੁਲਕ ਦੇ ਵਿੱਚ ਇਸ ਵਕਤ ਖੜਦਾ ਨਾ, ਉਹਦੇ ਤੇ ਖਿਆਲ ਰੱਖਣ ਦੀ ਲੋੜ ਆ ਭਾਈ ਸਾਹਿਬ, ਵੀ ਇਹ ਨਾ ਹੋਵੇ ਬਾਅਦ 'ਚ ਪਤਾ ਲੱਗੇ ਵੀ ਰਾਤੋਂ ਰਾਤ ਗੁਵਾਟੀ ਵਾਗ ਲੈ ਗਏ। ਇੱਕ ਗੱਲ ਨਹੀਂ ਹੋਰ ਸੰਧਾਲੀਆ ਸਾਹਿਬ ਜਿਹੜਾ ਪ੍ਰਭਾਵ ਪਾਉਣਾ, ਜੇ ਤੁਸੀਂ ਅਰਵਿੰਦ ਕੇਜਰੀਵਾਲ ਹੋਰਾਂ ਦੀ ਉਹ ਸਪੀਚ ਸੁਣੀ ਹੋਵੇ ਜਾਂ ਜਿਹੜੀ ਉਹਨਾਂ ਨੇ ਵੀਡੀਓ ਬਣਾ ਕੇ ਜਨਤਕ ਕੀਤੀ ਹੈ, ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਸਾਨੂੰ ਡਰਾ ਰਹੇ ਨੇ, ਸਾਨੂੰ ਧਮਕਾ ਰਹੇ ਨੇ, ਅਸੀਂ ਝੁਕਣਾ ਨਹੀਂ, ਦੇਸ਼ ਅੱਗੇ ਵਧ ਰਿਹਾ। ਨਾਲ ਉਹਨਾਂ ਨੇ ਕਿਹਾ ਕਿ ਅਸੀਂ ਸ਼ਹੀਦ ਭਗਤ ਸਿੰਘ ਦੀ ਸੰਤਾਨ ਆ ਤੇ ਉਹ ਉਸ ਬੰਦੇ ਦੀ ਪੈਰੋਕਾਰ ਨੇ ਜਿਹੜਾ ਬੰਦਾ ਅੰਗਰੇਜ਼ਾਂ ਦੇ ਸਾਹਮਣੇ ਸਿਰ ਝੁਕਾਇਆ ਸੀ। ਇਹੀ ਗੱਲ ਕਹਿੰਦੇ ਆ। ਉਹ ਤਾਂ ਗੱਲ ਉੱਥੇ ਰਹਿ ਗਈ। ਜੇ ਉਹਨੂੰ ਪੰਜਾਬ ਦੇ ਵਿੱਚ ਤੋਲ ਕੇ ਦੇਖੀਏ ਤਾਂ ਇੱਕ ਪਾਸੇ ਸਰਦਾਰ ਸਿਮਰਨਜੀਤ ਸਿੰਘ ਮਾਨ ਮੈਂਬਰ ਪਾਰਲੀਮੈਂਟ ਸਾਹਿਬ ਨੇ, ਕਿਉਂਕਿ ਅੱਜ ਕੱਲ੍ਹ ਸੰਸਦ ਦਾ ਸੈਸ਼ਨ ਚੱਲਦਾ ਤੇ ਰੋਜ਼ ਜਾਂਦੇ ਰੋਜ਼ ਆਉਂਦੇ, ਰੋਜ਼ ਪੱਤਰਕਾਰਾਂ ਨੂੰ ਮਿਲਦੇ ਆ ਤੇ ਉਹ ਆਪਣੀ ਗੱਲ ਦੇ ਉੱਤੇ ਕਾਇਮ ਆ। ਕਹਿੰਦੇ ਜੇ ਅੱਜ ਕੋਈ ਅਸੈਂਬਲੀ 'ਚ ਬੰਬ ਸਿੱਟ ਦੇਵੇ ਤਾਂ ਕੀ ਕਹੋਗੇ ਉਹਨੂੰ? ਤਾਂ ਫਿਰ ਤੁਸੀਂ ਦੱਸੋ, ਤੁਸੀਂ ਬੋਲੋ। ਸਵਾਲ ਪੱਤਰਕਾਰਾਂ ਨੂੰ ਕਰ ਦਿੰਦੇ ਆ। ਜੇ ਇਸ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਬਾਰੇ ਸਿਮਰਨਜੀਤ ਸਿੰਘ ਮਾਨ ਸਾਹਿਬ ਬੋਲਦੇ ਆ, ਉਸੇ ਸ਼ਹੀਦ ਆਜ਼ਮ ਭਗਤ ਸਿੰਘ ਨੂੰ ਆਪਣਾ ਆਦਰਸ਼ ਦੱਸਦਾ, ਕਹਿਤਾ ਕਿ ਅਸੀਂ ਉਹਨਾਂ ਦੀ ਸੰਤਾਨ ਆ ਅਰਵਿੰਦ ਕੇਜਰੀਵਾਲ ਹੋਰਾਂ ਨੇ। ਹੁਣ ਇਸ ਗੱਲ ਦਾ ਪ੍ਰਚਾਰ ਪੰਜਾਬ 'ਚ ਵੀ ਹੋਣਾ ਕਿ ਭਾਈ ਉਹ ਹੱਕ 'ਚ ਨੇ ਤੇ ਉਹ ਬਹੁਤਾ ਹੱਕ ਦੇ ਵਿੱਚ ਨਹੀਂ। ਇੰਨੇ ਵੀ ਇੱਕ ਤਰ੍ਹਾਂ ਦੇ ਨਾਲ ਲੀਕ ਜੀ ਇਸ ਗੱਲ ਨੇ ਖਿੱਚਣੀ ਆ। ਨੁਕਸਾਨ ਕਿਹਨੂੰ ਹੁੰਦਾ, ਨਫਾ ਕਿਹਨੂੰ ਹੁੰਦਾ, ਬਾਅਦ ਦੀ ਗੱਲ ਹੈ। ਹਾਂ, ਇੱਕ ਪੱਤਰਕਾਰ ਨੇ ਪੁੱਛਿਆ, ਪੰਜਾਬੋਂ ਬਾਹਰਲੀ ਬੀਬੀ ਪੱਤਰਕਾਰ ਸੀ, ਕਿ ਮਾਨ ਸਾਹਿਬ, ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ, ਕਿ ਚਲੋ ਬਾਕੀ ਸਾਰੀਆਂ ਗੱਲਾਂ ਛੱਡੋ, ਮੁੱਦੇ ਕਿਹੜੇ ਚੱਕੋਗੇ? ਕਹਿੰਦੇ ਜੀ SGPC ਦੀ ਇਲੈਕਸ਼ਨ ਦਾ 11 ਸਾਲ ਹੋ ਗਏ,
ਉਹ ਕਹਿੰਦੇ ਜੀ ਐਸਜੀਪੀਸੀ ਦੀ ਇਲੈਕਸ਼ਨ ਤੋਂ ਭਾਵ ਉਹ ਕਹਿੰਦੇ ਜਿੱਦਾਂ ਆਹ ਪਾਰਲੀਮੈਂਟ ਆ ਨਾ, ਆਹ ਪਾਰਲੀਮੈਂਟ ਜਿੱਥੇ ਮੈਂ ਐਮਪੀ ਆ, ਮੰਨ ਲਓ ਇੱਥੇ ਦੀ ਇਲੈਕਸ਼ਨ ਹੀ ਨਾ ਹੋਵੇ, ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਾਈ ਰੱਖੋ ਤੁਸੀਂ, ਫਿਰ ਕਿੱਦਾਂ ਮਹਿਸੂਸ ਹੋਊਗਾ ਤੁਹਾਨੂੰ? ਇਹ ਤੇ ਕਹਿੰਦੇ 11-12 ਸਾਲ ਹੋ ਗਿਆ ਸਾਡੀ ਐਸਜੀਪੀਸੀ ਦੀ ਇਲੈਕਸ਼ਨ ਨਹੀਂ ਹੋਈ, ਆਪੇ ਹੀ ਸਾਰਾ ਕੁਝ ਉਹ ਕਰੀ ਜਾਂਦੇ ਆ। ਮੈਂ ਤਾਂ ਡਿਮਾਂਡ ਹੀ ਇਹੀ ਕਰਨੀ ਆ ਸੰਧਾਲੀਆ ਸਾਹਿਬ, ਇਸ ਲਈ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੁੰਦੀ ਆ, ਨਫਾ ਕਿਹਨੂੰ ਨੁਕਸਾਨ ਕਿਹਨੂੰ? ਕਿਉਂਕਿ ਅਕਾਲੀ ਦਲ ਬਹੁਤ ਲੰਬੇ ਸਮੇਂ ਤੋਂ ਕਾਬਜ਼ ਹੈ, ਜਾਂ ਜਿੱਤਿਆ ਹੈ, ਜਾਂ ਸੰਗਤ ਦਾ ਵਿਸ਼ਵਾਸ ਉਹਨੂੰ ਹਾਸਲ ਹੈ। ਟੌੜਾ ਸਾਹਿਬ ਪਰੇ ਹੋਏ, ਕੋਸ਼ਿਸ਼ ਕਰਕੇ ਦੇਖੀ, ਗੱਲ ਨਹੀਂ ਬਣੀ। ਕਿੰਨੇ ਹੋਰ ਅਕਾਲੀ ਦਲ ਇਕੱਠੇ ਹੋ ਕੇ ਇਲੈਕਸ਼ਨ ਲੜ ਕੇ ਦੇਖੀ ਐਸਜੀਪੀਸੀ ਦੀ, ਬਾਦਲ ਅਕਾਲੀ ਦਲ ਨੂੰ ਹਰਾ ਨਹੀਂ ਸਕੇ, ਜਿਹਨੂੰ ਸ਼੍ਰੋਮਣੀ ਅਕਾਲੀ ਦਲ ਕਹਿੰਦੇ ਆ ਹੁਣ। ਪਰ ਕਿਉਂਕਿ ਅਕਾਲੀ ਦਲ ਲੋਕ ਸਭਾ ਦੀ ਚੋਣ ਹਰਿਆ 5ਵੇਂ ਨੰਬਰ ਤੇ ਰਿਹਾ, ਮਾਨ ਸਾਹਿਬ ਲੋਕ ਸਭਾ ਦੀ ਚੋਣ ਜਿੱਤੇ ਪਹਿਲੇ ਨੰਬਰ ਤੇ ਰਿਹਾ, ਹੁਣ ਕਿਤੇ ਨਾ ਕਿਤੇ ਨੂੰ ਲੱਗਦਾ ਹੋਗਾ ਕਿ ਭਾਈ ਆਹ ਮੌਕਾ ਹੈ, ਜੇ ਕਿਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋ ਜਾਵੇ ਤਾਂ ਸ਼ਾਇਦ ਐਤਕੀ ਕੰਮ ਸੂਤ ਆ ਜਾਏ। ਪਰ ਦੇਖਦੇ ਆ ਕਿ ਲੋਕ ਸਭਾ ਦੇ ਵਿੱਚ ਜੇ ਉਹ ਆਵਾਜ਼ ਚੁੱਕਦੇ ਆ ਤਾਂ ਕਹਾਣੀ ਕਿੱਧਰ ਨੂੰ ਜਾਂਦੀ ਹੈ। ਨਹੀਂ, ਗੱਲ ਤੇ ਠੀਕ ਆ। ਦੇਖੋ ਇੱਕ ਗੱਲ ਤਾਂ ਹੈਗੀ ਆ ਵੀ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਹੁਣ ਇਹ ਕਹਿੰਦੇ ਆ ਵੀ ਬਹੁਤ ਦੇਰ ਬਾਅਦ ਸਿੱਖਾਂ ਦੇ ਮਸਲੇ ਚੁੱਕਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਗੱਲ ਕਰਦੇ, ਉਹਨੂੰ ਮੌਕਾ ਮਿਲਿਆ ਵੀ ਲੋਕਾਂ ਨੇ ਉਹਨਾਂ ਨੂੰ ਚੁਣਿਆ। ਫਿਰ ਉਹ ਗੱਲ ਉਹ ਵੀ ਕਰਦੇ ਵੀ ਹਾਂਜੀ ਦੂਸਰਿਆਂ ਨੂੰ ਹੁਣ ਉਹਨਾਂ ਨੇ ਪਾਸੇ ਕਰ ਦਿੱਤਾ, ਉਹਨਾਂ ਤੇ ਵਿਸ਼ਵਾਸ ਨਹੀਂ ਰਹਿ ਗਿਆ, ਇਸ ਕਰਕੇ ਕਹਿੰਦੇ ਮੈਨੂੰ ਟਾਰਗੇਟ ਵੀ ਕੀਤਾ ਜਾ ਰਿਹਾ। ਫਿਰ ਉਹ ਹਰੇਕ ਗੱਲ ਦੇ ਵਿੱਚ ਟਾਰਗੇਟ ਕਰਦੇ ਵੇ। ਮੇਰਾ ਖਿਆਲ ਪਿਛਲੇ ਦਿਨੀ ਜਿਹੜਾ ਉਹ ਬਹੁਤ ਪੁਰਾਣਾ ਗੁਰਦੁਆਰਾ ਸਾਹਿਬ ਦੇ ਉੱਪਰ ਅਟੈਕ ਦੀ ਗੱਲ ਸੀਗੀ ਵੀ ਉੱਥੇ ਨਿਹੰਗਾਂ ਦੀ ਮੌਤ ਹੋਈ, ਫਿਰ ਉਹ ਕਿਹਾ ਜਾਂਦਾ ਜੀ ਵੀ ਉਹ ਇੱਕ ਫੇਕ ਇਨਕਾਊਂਟਰ ਸੀਗਾ। ਉਹ ਸਵਾਲ ਦਾ ਜਵਾਬ ਵੀ ਉਹ ਦਿੰਦੇ, ਉਹ ਕਹਿੰਦੇ ਵੀ ਉਹ ਤਾਂ ਉਦੋਂ ਕਲੀਅਰ ਹੋ ਗਿਆ ਸੀ ਮਹਾਰਾਜ ਵੀ ਉਹ ਜਿਹੜਾ ਮੈਜਿਸਟ੍ਰੇਟ ਨੇ ਆਰਡਰ ਦਿੱਤੇ ਸੀਗੇ ਗੋਲੀ ਚਲਾਉਣ ਦੇ, ਉਸ ਗੋਲੀ ਚੱਲਣ ਦੇ ਵਿੱਚ ਉਹ ਇੱਕ ਮੁਕਾਬਲਾ ਹੋਇਆ ਤੇ ਉਸ ਮੁਕਾਬਲੇ 'ਚ ਪੁਲਿਸ ਵਾਲਿਆਂ ਦੀ ਵੀ ਮੌਤ ਹੋਈ। ਤੇ ਜਿਹੜਾ ਫੇਕ ਇਨਕਾਊਂਟਰ ਹੁੰਦਾ ਉਹਦੇ ਵਿੱਚ ਆਮ ਤੌਰ 'ਤੇ ਪੁਲਿਸ ਵਾਲਿਆਂ ਦੀ ਮੌਤ ਨਹੀਂ ਹੁੰਦੀ। ਹੁਣ ਉਹਦਾ ਉਹਨਾਂ ਨੇ ਸਪਸ਼ਟੀਕਰਨ ਦਿੱਤਾ ਵੀ ਉਹ ਉਦੋਂ ਜਿਹੋ ਜਿਹੇ ਹਾਲਾਤ ਸੀ ਉਹਦੇ ਹਿਸਾਬ ਨਾਲ ਉਹ ਕੀਤੀ ਗਈ ਕਾਰਵਾਈ ਸੀਗੀ, ਪਰ ਉਹਨੂੰ ਪੇਸ਼ ਇਸ ਢੰਗ ਨਾਲ ਕੀਤਾ ਜਾ ਰਿਹਾ ਤਾਂ ਜੋ ਅਸੀਂ ਹੁਣ ਸਿੱਖਾਂ ਦੇ ਮੁੱਦੇ ਚੁੱਕਦੇ ਹਾਂ ਤੇ ਇਸ ਕਰਕੇ ਮੈਨੂੰ ਵਿਵਾਦਾਂ ਦੇ ਵਿੱਚ ਜਾਂ ਮੈਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ। ਇਹ ਹੁਣ ਉਸ ਕੇਸ ਦੇ ਬਾਰੇ 'ਚ ਉਹਨਾਂ ਦਾ ਸਪਸ਼ਟੀਕਰਨ ਹੈ। ਦੇ ਕਈ ਮਸਲੇ ਸਾਹਮਣੇ ਆ ਰਹੇ ਨੇ, ਅਫਜ਼ਲ ਗੁਰੂ ਵਾਲਾ ਮਸਲਾ, ਇਹ ਮਸਲਾ, ਉਹਨਾਂ ਦੇ ਨਾਨਾ ਜੀ ਦਾ ਮਸਲਾ, ਪਰ ਫਿਰ ਵੀ ਉਹ ਰੋਜ਼ ਪੱਤਰਕਾਰਾਂ ਦਾ ਸਾਹਮਣਾ ਕਰਦੇ ਆ। ਇੱਕ ਗੱਲ ਜਿਹੜੀ ਹੈ ਕਿ ਰੋਜ਼ ਪੱਤਰਕਾਰਾਂ ਨੂੰ ਜਵਾਬ ਦਿੰਦੇ, ਇਹ ਨਹੀਂ ਕਿ ਇੱਕ ਦਿਨ ਕੋਈ ਬਿਆਨ ਦਿੱਤਾ ਤੇ ਮੁੜ ਕੇ ਪਰੇ ਹੋ ਗਏ। ਪਰ ਬੇਲੋੜੇ ਵਿਵਾਦਾਂ ਤੋਂ ਬਚਿਆ ਜਾਏ ਤਾਂ ਚੰਗਾ। ਪੰਜਾਬ ਦੇ ਮੁੱਦੇ ਬਹੁਤ ਸਾਰੇ ਨੇ ਜਿਹੜੇ ਕਿ ਚੁੱਕੇ ਜਾ ਸਕਦੇ ਆ। ਮੁੱਖ ਮੰਤਰੀ ਪੰਜਾਬ ਭਗਵੰਤ ਮਾਨ, ਉਹ ਲੋਹੇ ਕੇ ਕਲਾਂ ਪਿੰਡ ਹੈ ਜ਼ੀਰਾ ਵਿਧਾਨ ਸਭਾ ਹਲਕੇ ਦੇ ਵਿੱਚ, ਜਿੱਥੋਂ ਆਮ ਆਦਮੀ ਪਾਰਟੀ ਦੇ ਇਸ ਵੇਲੇ ਐਮਐਲਏ ਨੇ। ਉੱਥੇ ਦਾ ਇੱਕ ਫੌਜੀ ਜਵਾਨ ਸ਼ਹੀਦ ਹੋਇਆ, ਦੇਸ਼ ਦੇ ਲਈ ਸ਼ਹਾਦਤ ਦਿੱਤੀ ਚਾਈਨਾ ਵਾਲੇ ਬਾਰਡਰ ਦੇ ਉੱਤੇ। ਹੁਣ ਜਦੋਂ ਚਾਈਨਾ ਵਾਲੇ ਬਾਰਡਰ ਦੇ ਉੱਤੇ ਸ਼ਹਾਦਤ ਦਿੱਤੀ, ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਨੇ ਖੁਦ ਗਿਆ ਤੇ 95 ਲੱਖ ਰੁਪਏ ਦਾ ਚੈੱਕ ਦਿੱਤਾ ਪਰਿਵਾਰ ਨੂੰ। 1.5 ਸਾਲ ਦਾ ਬੇਟਾ ਮੇਰੇ ਖਿਆਲ ਉਹ ਸ਼ਹੀਦ ਫੌਜੀ ਦਾ। 95 ਲੱਖ ਦਾ ਚੈੱਕ ਕਿਉਂ ਦਿੱਤਾ? ਕਹਿੰਦੇ ਜੀ 5 ਲੱਖ ਦਾ ਚੈੱਕ ਤਾਂ ਪਹਿਲਾਂ ਹੀ ਪ੍ਰਸ਼ਾਸਨ ਦੇ ਗਿਆ ਸੀ ਤੇ ਅਸੀਂ ਵਾਅਦਾ ਕੀਤਾ ਸੀ, ਕਹਿੰਦੇ ਇੱਕ ਗਰੰਟੀ ਦਿੱਤੀ ਸੀ ਕਿ ਜੇ ਪੰਜਾਬ ਦਾ ਕੋਈ ਫੌਜੀ ਜਵਾਨ ਸ਼ਹੀਦ ਹੋਏਗਾ, ਦੇਸ਼ ਦੇ ਲਈ ਜਾਨ ਵਾਰੂਗਾ ਤੇ ਅਸੀਂ 1 ਕਰੋੜ ਰੁਪਈਆ ਦੇਵਾਂਗੇ। ਇਹ ਬਹੁਤ ਚੰਗਾ ਕੀਤਾ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਹੋਰਾਂ ਨੇ ਕਿ ਆਪ ਜਾ ਕੇ ਚੈੱਕ ਦੇ ਆਏ। ਕਿਉਂਕਿ ਕਈ ਵਾਰੀ ਹੁੰਦਾ ਕਿ ਸਰਕਾਰ ਦੀ ਕੋਈ ਸਕੀਮ ਹੁੰਦੀ ਆ ਕਿ ਇਸ ਦੇ ਲਈ ਆਹ ਪੈਸੇ, ਇਸ ਦੇ ਲਈ ਆਹ ਪੈਸੇ, ਫਾਈਲ ਬਣਾਓ ਜੀ, ਧੱਕੇ ਖਾਓ ਜੀ ਦਫ਼ਤਰਾਂ ਦੇ ਵਿੱਚ ਜਾ ਕੇ। ਸਾਡੇ ਤਾਂ ਸੁਤੰਤਰਤਾ ਸੈਨਾਨੀ ਜਿਹੜੇ ਹੈ ਉਹ ਬੱਸ ਪਾਸ ਬਣਾਉਣ ਲਈ ਧੱਕੇ ਖਾਂਦੇ ਆਪਾਂ ਦੇਖੇ। ਕਈ ਵਾਰੀ ਹੁੰਦਾ ਕਿ ਬੰਦਾ ਭਾਈ ਗੁਰਬਤ ਨਾਲ ਟੱਕਰਾਂ ਮਾਰਦਾ ਦੁਨੀਆ ਤੋਂ ਚਲਾ ਗਿਆ, ਪੁੱਛਦਾ ਹੀ ਕੋਈ ਨਹੀਂ। ਇੱਕ ਤਾਂ ਚੰਗੀ ਗੱਲ ਹੈ ਕਿ ਜੇ ਇਹ ਸਕੀਮ ਪੰਜਾਬ ਦੇ ਵਿੱਚ ਲਾਗੂ ਕੀਤੀ, ਪਹਿਲਾਂ ਉਹਨੇ ਦਿੱਲੀ 'ਚ ਲਾਗੂ ਕੀਤੀ ਸੀ। ਦੂਸਰਾ, ਸੰਧਾਲੀਆ ਸਾਹਿਬ ਉਹ ਕਹਿੰਦੇ ਮੁੱਖ ਮੰਤਰੀ ਹੋਰੀ ਕਿ ਮੈਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੱਸ ਦਿੱਤਾ ਹੈ ਕਿ ਉਹ ਫੌਜੀ ਸਾਹਿਬ ਜਿਹੜੇ ਸ਼ਹੀਦ ਹੋ ਗਏ ਨੇ ਉਹਨਾਂ ਦੇ ਘਰੋਂ ਬੀਬੀ ਜੀ ਪੜ੍ਹੇ ਲਿਖੇ ਨੇ, ਉਹਨਾਂ ਦੀ ਧਰਮ ਪਤਨੀ, ਉਹਨਾਂ ਨੂੰ ਫੌਜ ਦੇ ਵਿੱਚ ਹੀ ਕਿਤੇ ਨਾ ਕਿਤੇ ਜੌਬ ਮਿਲਣੀ ਹੈ। ਕੋਈ ਐਨਓਸੀ ਚਾਹੀਦੀ ਹੈ, ਕੋਈ ਇਹਨਾਂ ਨੂੰ ਕਾਗਜ਼ ਪੱਤਰ ਚਾਹੀਦਾ, ਇਹਨਾਂ ਨੂੰ ਘਰੋਂ ਦਫ਼ਤਰ ਨਾ ਜਾਣਾ ਪਵੇ। ਪ੍ਰਸ਼ਾਸਨਿਕ ਅਧਿਕਾਰੀ ਇਹਨਾਂ ਦੇ ਘਰ ਆ ਕੇ ਕਾਗਜ਼ ਪੱਤਰ ਤਿਆਰ ਕਰਨ। ਇਹ ਨਾ ਹੋਵੇ ਕਿ ਨਿੱਕਾ ਨੇ ਆਣਾ ਹੀ, ਘਰ ਦੇ ਵਿੱਚ ਸੋਗ ਦੀ ਲਹਿਰ ਹੈ, ਉਧਰੋਂ ਫੌਜ ਵਾਲਿਆਂ ਦੀਆਂ ਚਿੱਠੀਆਂ ਆਈ ਜਾਣ ਕਿ ਭਾਈ ਤੁਹਾਡੀ ਕੁਆਲੀਫਿਕੇਸ਼ਨ ਕੀ ਹੈ, ਤੁਸੀਂ ਐਸਐਸ ਡਿਪਾਰਟਮੈਂਟ ਤੋਂ ਆ ਇਨਕੁਆਇਰੀਆਂ ਕਰਾ ਕੇ ਆਪਣੀਆਂ ਭੇਜੋ, ਤੁਹਾਡੀ ਜੌਬ ਦਾ ਦੇਖੀਏ। ਤਾਂ ਇਹ ਦਫ਼ਤਰਾਂ ਦੇ ਵਿੱਚ ਧੱਕੇ ਖਾਂਦੇ ਫਿਰਨ, ਕਹਿੰਦੇ ਬਰਦਾਸ਼ਤ ਨਹੀਂ ਕੀਤਾ ਜਾਊਗਾ। ਮੈਂ ਮੌਕੇ ਤੇ ਕਹਿ ਕੇ ਚੱਲਿਆ ਕਿ ਭਾਈ ਇਹ ਕੰਮ ਤੁਹਾਡਾ ਹੈ ਕਿ ਉਹਨਾਂ ਨੂੰ ਹਰ ਇੱਕ ਸਰਵਿਸ ਦੀ ਹੋਮ ਡਿਲੀਵਰੀ ਦੇਣੀ ਹੈ। ਬੜੀ ਚੰਗੀ ਗੱਲ ਹੈ ਸੰਧਾਲੀਆ ਸਾਹਿਬ। ਆਪਾਂ ਪਿਛਲੇ ਸਮੇਂ ਦੇ ਵਿੱਚ ਕਈ ਬੰਦੇ ਦੇਖੇ ਤਰਸ ਦੇ ਆਧਾਰ ਦੇ ਉੱਤੇ, ਇਹ ਤਾਂ ਕੇਸ ਹੀ ਵੱਖਰਾ ਹੈ। ਸਕੀਮ ਹੈਗੀ ਆ ਪੰਜਾਬ ਦੇ ਵਿੱਚ ਕਿ ਭਾਈ ਤਰਸ ਦੇ ਆਧਾਰ ਦੇ ਉੱਤੇ ਨੌਕਰੀ ਦੇਣੀ ਆ, ਕਿ ਜੇ ਕੋਈ ਬੰਦਾ ਬੀਬੀ ਕੰਮ ਕਰਦੇ ਆ, ਸਰਕਾਰੀ ਨੌਕਰੀ ਕਰਦੇ ਆ, ਕਿਸੇ ਤਰੀਕੇ ਗਏ, ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਮਿਲ ਜਾਂਦੀ। ਜਿਹਦੀ ਤੇ ਸਿਫਾਰਿਸ਼ ਹੁੰਦੀ ਹੈ ਉਹਦੀ ਫਾਈਲ ਫੁੱਲ ਅੱਗੇ ਨੂੰ ਚਲਾਈ ਜਾਂਦੀ ਹੁੰਦੀ ਸੀ। ਬੜੇ ਬੰਦੇ ਕਹਿੰਦੇ ਜੀ 8 ਸਾਲ ਹੋ ਗਏ, 9 ਸਾਲ ਹੋ ਗਏ, ਫਾਈਲ ਦਿੱਤੀ ਆ ਜੀ, ਮੁੜ ਕੇ ਪਤਾ ਕੋਈ ਨਹੀਂ, ਕਿਰਾਇਆ ਖਰਚ ਕੇ ਹੰਭ ਗਏ ਆ। ਇਦਾਂ ਨਹੀਂ ਹੋਣਾ ਚਾਹੀਦਾ। ਸਰਕਾਰੀ ਦਫ਼ਤਰਾਂ ਦੇ ਵਿੱਚ ਜਦ ਕੋਈ ਸਕੀਮ ਬਣੀ ਹੈ, ਜੇ ਬੰਦਾ ਸੱਚੇ 'ਚ ਫਿੱਟ ਆਉਂਦਾ ਤੁਰੰਤ ਕੰਮ ਹੋਵੇ।
ਨਹੀਂ ਸਕੀਮ ਤੁਹਾਨੂੰ ਪਹਿਲੇ ਦਿਨ ਕਹਿ ਦੋ ਕਿ ਭਾਈ ਤੇਰੀ ਅਰਜ਼ੀ ਐਕਸੈਪਟ ਹੀ ਨਹੀਂ ਕੀਤੀ ਜਾਣੀ, ਅਗਲਾ ਕੁਝ ਹੋਰ ਕਰ ਲੈ। ਨਹੀਂ ਇਹ ਗੱਲ ਹੈਗੀ ਆ, ਦੇਖੋ ਇੱਕ ਗੱਲ ਤੇ ਹੈਗੀ ਆ ਵੀ ਇਹ ਜਿਹੜੀ ਚੀਜ਼ ਉਹਨਾਂ ਨੇ ਕੀਤੀ ਇਹਨੂੰ ਐਪਰੀਸ਼ੀਏਟ ਕਰਨਾ ਤੇ ਬਣਦਾ। ਹਾਂ ਇਹ ਵੀ ਗੱਲ ਉਹਨਾਂ ਨੇ ਕਹੀ, ਉਹ ਕਹਿੰਦੇ ਵੀ ਹੁਣ ਕਿਸੇ ਦੀ ਜਾਨ ਤਾਂ ਵਾਪਸ ਆ ਨਹੀਂ ਸਕਦੀ। ਹੁਣ ਜੇ ਮੰਨ ਲਓ 1.5 ਸਾਲ ਦਾ ਜਵਾਕ ਆ, ਉਹਨੂੰ ਤਾਂ ਵਿਚਾਰੇ ਨੂੰ ਅਜੇ ਪਤਾ ਨਹੀਂ, ਕੱਲ੍ਹ ਨੂੰ ਵੱਡਾ ਹੋਊਗਾ, ਹੋ ਸਕਦਾ ਵੀ ਉਹਨੂੰ ਬਾਅਦ 'ਚ ਦੱਸਣ ਵੀ ਪਈਏ ਤੇਰਾ ਬਾਪ ਸੀ, ਉਹਨੂੰ ਉਦੋਂ ਵੀ ਬਹੁਤਾ ਨਾਂ ਲਗਾ ਹੋਵੇ ਜਾਂ ਪਤਾ ਨਾ ਲੱਗੇ। ਉਹ ਜਿਹੜਾ ਘਾਟਾ ਉਹ ਤੇ ਪੂਰਾ ਨਹੀਂ ਕੀਤਾ ਜਾ ਸਕਦਾ, ਪਰ ਕਿਤੇ ਨਾ ਕਿਤੇ ਜਦੋਂ ਇਹੋ ਜਿਹੀ ਕੋਈ ਇੱਕ ਸਪੋਰਟ ਹੁੰਦੀ ਆ ਤਾਂ ਐਟਲੀਸਟ ਉਸ ਪਰਿਵਾਰ ਨੂੰ ਇੰਨੀ ਕੁ ਫੀਲਿੰਗ ਤੇ ਆਉਂਦੀ ਆ ਵੀ ਯਾਰ ਸਾਡਾ ਪ੍ਰਸ਼ਾਸਨ, ਸਾਡੀ ਸਰਕਾਰ ਸਾਡੇ ਨਾਲ ਖੜੀ। ਜਿਹੜੇ ਬਾਕੀ ਦੇ ਲੋਕ ਨੇ ਉਹਨਾਂ ਨੂੰ ਵੀ ਥੋੜਾ ਜਿਹਾ ਇੱਕ ਹੌਸਲਾ ਤੇ ਵੱਜਦਾ ਵੀ ਯਾਰ ਇਹ ਨਹੀਂ ਗੱਲ ਹੁਣ ਇੱਕ ਚੇਂਜ ਹੈਗੀ, ਜਿਸ ਬਦਲਾਅ ਜਿਸ ਚੇਂਜ ਦੀ ਉਹ ਗੱਲ ਕਰਦੇ ਨੇ, ਜੇ ਉਹ ਲੋਕਾਂ ਨੂੰ ਨਜ਼ਰ ਆਉਣ ਲੱਗ ਪਏ ਤੇ ਹੋਰ ਕੀ ਚਾਹੀਦਾ। ਇੱਕ ਤੁਸੀਂ ਗੱਲ ਕੀਤੀ ਹੋਮ ਡਿਲੀਵਰੀ ਦੀ ਜੀ, ਆਪਾਂ ਫਿਰ ਵੀ ਯਾਦ ਕਰਾ ਦਈਏ, ਹੋ ਸਕਦਾ ਵੀ ਚੇਤਾ ਭੁੱਲ ਗਏ ਹੋਣ ਕਿਤੇ, ਕਿਉਂਕਿ ਗਰੰਟੀਆਂ ਜਦੋਂ ਇਹ ਦਿੱਤੀਆਂ ਜਾਂਦੀਆਂ ਸੀ, ਜਦੋਂ ਇਲੈਕਸ਼ਨ ਸੀ, ਉਦੋਂ ਇਹ ਚਰਚਾ ਚੱਲੀ ਸੀ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਕੰਮ ਜਿਹੜੇ ਆ ਜੀ ਉਹ ਤੁਹਾਡੇ ਘਰੇ ਹੀ ਹੋ ਜਾਇਆ ਕਰਨਗੇ, ਜੇ ਟੈਲੀਫੋਨ ਤੇ ਹੋ ਜਾਇਆ ਕਰਨਗੇ। ਜੇ ਤੁਸੀਂ ਆਪਾਂ ਮੰਨ ਲਓ ਵੀ ਸ਼ਨੀ ਐਤਵਾਰ ਤੁਹਾਡੇ ਕੋਲੇ ਵਿਹਲਾ ਤੇ ਤੁਹਾਨੂੰ ਲੱਗਦਾ ਵੀ ਮੈਂ ਫਲਾਨਾ ਕਾਗਜ਼ ਬਣਾਉਣਾ, ਹੁਣ ਤੇ ਦਫ਼ਤਰ ਹੈ ਨਹੀਂਗਾ ਖਾਲੀ, ਤੇ ਤੁਸੀਂ ਉੱਥੇ ਆਪਣੀ ਅਪਾਇੰਟਮੈਂਟ ਬੁੱਕ ਕਰਾ ਦਿਓ, ਬੰਦਾ ਤੁਹਾਡੇ ਘਰ ਆਊਗਾ, ਜਿਹੜਾ ਵੀ ਤੁਹਾਡਾ ਕਾਗਜ਼ ਬਣਾਉਣਾ ਉਹ ਤੁਹਾਡੇ ਘਰੇ ਬਣਾ ਕੇ ਜਾਊਗਾ। ਉਦੋਂ ਗੱਲ ਚੱਲੀ ਸੀ, ਕੇਜਰੀਵਾਲ ਸਾਹਿਬ ਨੇ ਕਹੀ ਸੀ ਜੇ ਤਾਂ ਉਹ ਪੋਸੀਬਲ ਹੋ ਸਕਦਾ ਤੇ ਜ਼ਰੂਰ ਉਹਦੇ ਤੇ ਵੀ ਕੰਮ ਕੀਤਾ ਜਾਵੇ। ਹਾਂ ਅਸੀਂ ਨਹੀਂ ਆਂਦੇ ਵੀ 9-10 ਵਜੇ ਬੰਦਾ ਹੁਣ ਆਖੇ ਵੀ ਯਾਰ ਉਹ ਜਿਹੜੇ ਪਿੰਡ ਨੂੰ ਬੱਸ ਨਹੀਂ ਜਾਂਦੀ ਉੱਥੇ ਸਰਕਾਰੀ ਬੰਦਾ ਕਿੱਦਾਂ ਜਾਊ, ਪਰ ਜੇ ਬੱਸ ਨਹੀਂ ਜਾਂਦੀ ਤਾਂ ਉਹ ਵੀ ਸਰਕਾਰ ਦਾ ਕਰਕੇ ਨਹੀਂ ਜਾਂਦੀ। ਤੇ ਦੂਜੀ ਗੱਲ ਇਹ ਆ ਵੀ ਜੇ ਉਹ ਮੰਨ ਲਓ ਵੀ ਨਹੀਂ ਆਪਾਂ ਘਰੇ ਤੱਕ ਬੰਦਾ ਭੇਜ ਸਕਦੇ ਤੇ 9 ਤੋਂ 5 ਦੇ ਵਿੱਚ ਅਗਲੇ ਨੂੰ ਇਹ ਪਤਾ ਲੱਗੇ ਵੀ 4 ਵਜੇ ਦਾ ਮੈਨੂੰ ਟਾਈਮ ਦਿੱਤਾ ਤਹਿਸੀਲ ਵਾਲਿਆਂ, 4 ਵਜੇ ਉੱਥੇ ਮੇਰੇ ਨਾਂ ਦੀ ਅਪਾਇੰਟਮੈਂਟ ਹੈ, ਜੇ ਮੈਂ 4:02 ਤੇ ਵੀ ਉੱਥੇ ਪਹੁੰਚ ਜਾਵਾਂ ਤੇ ਅਗਲਿਆਂ ਨੇ ਮੈਨੂੰ ਡੀਲ ਕਰਨਾ, 4:15 ਵਜੇ ਮੈਂ ਆਪਣਾ ਕੰਮ ਕਰਾ ਕੇ ਘਰੇ ਆ ਜਾਣਾ। ਜੇ ਇੰਨਾ ਕੁ ਵੀ ਕੰਮ ਸੈੱਟ ਹੋ ਜਾਵੇ ਤੇ ਉਹਦੇ ਨਾਲ ਬਹੁਤ ਫਰਕ ਪੈ ਜਾਊਗਾ। ਨਹੀਂ ਫਰਕ ਪਊਗਾ ਸੰਧਾਲੀਆ ਸਾਹਿਬ, ਜੋ ਤੁਸੀਂ ਕਹਿੰਦੇ ਨੇ 4 ਵਜੇ 4:01 ਤੇ 13 ਮਿੰਟ ਤੇ, ਮੈਨੂੰ ਚੇਤਾ ਆ ਗਿਆ ਕਾਹਦਾ ਜੀ, ਕਿ ਖੇਤ ਤਿਆਰ ਕਰਨਾ, ਗੰਨੇ ਦਾ ਬੀਜ ਖਰੀਦਣਾ, ਉਹਨੂੰ ਖੇਤ 'ਚ ਬੀਜਣਾ, ਖਾਦ ਪਾ, ਦਵਾਈ ਪਾ, ਗੰਨਾ ਬੰਨ, ਗੰਨਾ ਵੱਢ, ਗੰਨਾ ਛਿੱਲ, ਗੰਨਾ ਬੰਨ, ਭਾਰੇ ਸਿਰ ਤੇ ਰੱਖ, ਮੁੜ ਕੇ ਟਰੱਕ ਜਾਂ ਟਰਾਲੀ ਦੇ ਵਿੱਚ ਰੱਖ, ਮੁੜ ਕੇ ਫਿਰ ਜਾ ਕੇ 5 ਦਿਨ ਮਿੱਲ ਦੇ ਵਿੱਚ ਜਾ ਕੇ ਬਹਿ, ਉਹਦੇ ਤੋਂ ਬਾਅਦ ਫਿਰ ਗੰਨਾ ਉੱਥੇ ਵੇਚ, ਪਰਚੀ ਲੈ ਕੇ ਘਰ ਨੂੰ ਆ। ਕਾਨੂੰਨ ਕਹਿੰਦਾ ਕਿ 14 ਦਿਨਾਂ ਦੇ ਵਿੱਚ ਪੈਸੇ ਚਾਹੀਦੇ ਆ, ਪਰ ਉਹ 15ਵੇਂ ਦਿਨ ਤੋਂ ਵਿਆਜ ਮਿਲਣਾ। 1.5 ਸਾਲ 2-2 ਸਾਲ 3-3 ਸਾਲ ਪ੍ਰਾਈਵੇਟ ਹੋਣ ਜਾਂ ਕੋਆਪਰੇਟਿਵ ਹੋਣ, ਗੰਨਾ ਮਿੱਲਾਂ ਪੈਸਾ ਹੀ ਨਹੀਂ ਦਿੰਦੀਆਂ, ਸਾਰੀਆਂ ਨਹੀਂ ਕੁਝ। ਹੁਣ ਜੋ ਤੁਸੀਂ ਮਿੰਟਾਂ ਦਾ ਹਿਸਾਬ ਲਾਉਂਦੇ ਸੀ, ਉਦੋਂ ਮੈਨੂੰ ਚੇਤਾ ਆ ਗਿਆ ਕਦੇ ਰੇਲਵੇ ਟਰੈਕ ਜਾਮ ਕੀਤਾ, ਕਦੇ GT ਰੋਡ ਜਾਮ ਕੀਤਾ। ਕੀ ਜੀ ਸਾਨੂੰ ਗੰਨੇ ਦੇ ਪੈਸੇ ਦੇ ਦਿਓ। ਜਿਹੜੇ ਬੰਦੇ ਦਾ ਹੱਕ ਬਣਦਾ ਸੀ ਕਿ ਸਾਰਾ ਸਾਲ ਉਹਨੇ ਮਿਹਨਤ ਕੀਤੀ, ਪਹਿਲਾਂ ਇਨਵੈਸਟਮੈਂਟ ਕੀਤੀ, ਖਰਚ ਕੀਤਾ, ਉਹਨੂੰ ਆਪਣੇ ਪੈਸੇ ਲੈਣ ਦੇ ਲਈ ਡਾਂਗਾ ਵੀ ਖਾਣੀਆਂ ਪੈ ਰਹੀਆਂ, ਪਰਚੇ ਵੀ ਕਰਾਉਣੇ ਪੈ ਰਹੇ ਤੇ 2-2 3-3 ਸਾਲ ਉਡੀਕ ਕਰਨੀ ਪੈ ਰਹੀ ਹੈ। ਹਰ ਵਾਰ ਆਪਾਂ ਐਸੇ ਪਲੇਟਫਾਰਮ ਦੇ ਉੱਤੇ ਬੈਠ ਕੇ ਸਵਾਲ ਚੱਕਦੇ ਸੀ ਕਿ ਜਦ ਕਾਨੂੰਨ ਬਣਿਆ ਕਿ 14 ਦਿਨਾਂ 'ਚ ਪੈਸੇ ਨਹੀਂ ਤਾਂ ਇੰਟਰਸਟ, ਅੱਜ ਤੱਕ ਇੱਕ ਧੇਲੀ ਵੀ ਇੰਟਰਸਟ ਕਿਸੇ ਨੂੰ ਕਾਹਤੋਂ ਨਹੀਂ ਮਿਲਿਆ, ਵਿਆਜ। ਕਿਸਾਨ ਜਥੇਬੰਦੀਆਂ ਗਈਆਂ ਮੰਤਰੀ ਸਾਹਿਬ ਢਾਲੀਵਾਲ ਸਾਹਿਬ ਦੇ ਕੋਲੇ, ਕੁਲਦੀਪ ਸਿੰਘ ਸਾਹਿਬ, ਜਾ ਕੇ 50 ਤੋਂ ਵੱਧ ਮੰਗਾਂ ਦਾ ਇੱਕ ਡਰਾਫਟ ਜਿਹਾ ਪੇਸ਼ ਕੀਤਾ, ਕੱਲੀ ਕੱਲੀ ਗੱਲ ਕਲੀਅਰ ਹੋਈ ਤੇ ਬਾਅਦ ਵਿੱਚ ਉਹ ਕਹਿੰਦੇ ਜੀ ਅਸੀਂ ਅੱਜ ਫੈਸਲਾ ਕਰ ਲਿਆ, ਬਾਕੀ ਸਾਰੀਆਂ ਗੱਲਾਂ ਆਪਾਂ ਬਾਅਦ ਚ ਕਰਦੇ ਹਾਂ, ਗੰਨੇ ਦੇ ਰਹਿਨੇ ਮਨਸ ਕਿ ਅਸੀਂ ਗੰਨਾ ਮਿੱਲ ਵਾਲੇ ਜਿਹੜੇ ਪ੍ਰਾਈਵੇਟ ਆ ਜਾਂ ਕੋਆਪਰੇਟਿਵ ਆ, ਉਹਨਾਂ ਨਾਲ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਕੀਤੀ ਸੀ। ਉਹਨਾਂ ਨੂੰ ਕਹੇ ਪੈਸੇ ਦੇ ਦਿਓ ਭਾਈ ਕਿਸਾਨਾਂ, ਤੁਸੀਂ ਪੈਸੇ ਨਹੀਂ ਦਿੱਤੇ। ਮੁੱਖ ਮੰਤਰੀ ਨਾਲ ਕਹਿੰਦੇ ਮੀਟਿੰਗ ਕਰਾਈ, ਸੀਰੀਅਸ ਨਹੀਂ ਹੋਏ ਉਹ। ਅੱਜ ਕਹਿੰਦੇ ਇੱਕ ਮੀਟਿੰਗ ਅਸੀਂ ਹੋਰ ਕਰਾਂਗੇ, ਇੱਕ ਤਰੀਕ ਕਲੀਅਰ ਕਰ ਦਾਂਗੇ, ਜੇ ਤਾਂ ਉਦੋਂ ਤੱਕ ਉਹਨਾਂ ਨੇ ਕਿਸਾਨਾਂ ਦੇ ਗੰਨੇ ਦੇ ਪੈਸੇ ਦਾ ਭੁਗਤਾਨ ਕਰ ਦਿੱਤਾ ਠੀਕ ਹੈ, ਨਹੀਂ ਤਾਂ ਅਸੀਂ ਤਿਆਰ ਹਾਂ, ਸਾਨੂੰ ਚਾਹੇ ਪ੍ਰਾਈਵੇਟ ਮਿਲਾਂ ਆਪਣੇ ਅਧੀਨ ਲੈ ਕੇ ਆਪ ਨਾ ਚਲਾਉਣੀਆਂ ਪੈਣ, ਅਸੀਂ ਚਲਾਵਾਂਗੇ, ਕਿਸਾਨਾਂ ਦੇ ਪੈਸੇ ਮਿਲੋ, ਗੰਨੇ ਦੀ ਪੇਮੈਂਟ ਲੇਟ ਨਹੀਂ ਹੋਣ ਦੇਣੀ। ਸੰਧਾਲੀਆ ਸਾਹਿਬ ਬਹੁਤ ਜ਼ਰੂਰੀ ਹੈ। ਕੱਲ ਨੂੰ ਕੋਈ ਹੋ ਸਕਦਾ ਗੰਨਾ ਮਿੱਲ ਵਾਲੇ ਕਹਿਣਾ ਹੀ ਲਾਉਣ ਲੱਗੇ ਜਿੰਦਰਾ, ਮਸ਼ੀਨਾਂ ਤਾਂ ਨਹੀਂ ਕੱਢ ਕੇ ਲੈ ਚੱਲੇ, ਨਾ ਗੰਨਾ ਮਿੱਲ ਦਾ ਕਿਸੇ ਦਾ ਮਾਲਕ ਆਪ ਉੱਥੇ ਜਾ ਕੇ ਮਸ਼ੀਨ ਚਲਾਉਂਦਾ ਹੈ, ਨਾ ਤਾਂ ਉਹ ਚੂੰਡੀ ਨਾਲ ਗੰਨਾ ਚੱਕਦਾ ਉੱਥੋਂ, ਨਾ ਉਹ ਸਫਾਈ ਕਰਦਾ, ਨਾ ਖੰਡ ਵਾਲੀਆਂ ਬੋਰੀਆਂ ਸੀਂਦਾ, ਨਾ ਸੀਰਾ ਢੋਂਦਾ। ਆਪ ਉੱਥੇ ਕੰਮ ਕਰਦੇ ਆ ਬੰਦੇ, ਉਹ ਬੰਦੇ ਪੰਜਾਬ ਦੇ ਵੀ ਤੇ ਪੰਜਾਬ ਤੋਂ ਬਾਹਰੋਂ ਵੀ। ਮੈਂ ਕਹਿੰਦਾ ਕਿ ਮੰਨ ਲਓ ਕੱਲ ਨੂੰ ਸਾਰੇ ਗੰਨਾ ਮਿੱਲ ਵਾਲੇ ਏਕਾ ਕਰ ਲੈਂਦੇ ਆ, ਨਹੀਂ ਜੀ ਜੇ ਸਰਕਾਰ ਸਾਡੇ ਤੇ ਸਖਤੀ ਕਰੋ ਜਿੰਦਰੇ ਮਾਰਦੇ ਜਿੰਦਰੇ, ਸਿਰਫ ਇੱਕ ਇਸ਼ਤਿਹਾਰ ਦੇਣਾ ਅਖਬਾਰ 'ਚ ਕਿ ਭਾਈ ਸਾਨੂੰ ਗੰਨਾ ਮਿੱਲ ਚਲਾਉਣ ਦੇ ਲਈ ਇੰਨੇ ਆਹ ਬੰਦੇ ਚਾਹੀਦੇ ਆ। ਮੈਂ ਕਹਿੰਦਾ ਸਵੇਰੇ ਕਤਾਰਾਂ ਲੱਗੀਆਂ ਹੋਣਗੀਆਂ, ਅੱਧਾ ਕੰਮ ਤਾਂ ਕਿਸਾਨਾਂ ਨੂੰ ਆਉਂਦਾ ਜਿਹੜੇ 5-5 ਦਿਨ ਐਂ ਬੈਠੇ ਹੁੰਦੇ ਉੱਥੇ। ਆਪਣੇ ਤੁਹਾਡੀ ਟਰਾਲੀ ਕਿੱਥੇ ਜੀ, ਸਾਡੇ 3 ਦਿਨ ਲੱਗਦੇ ਆ, ਜਾਣੀ ਤੁਸੀਂ ਮਿੱਲ 'ਚ ਖੜੇ ਹੋ, ਟਰਾਲੀ ਪਿੱਛੇ ਆ, 3 ਦਿਨ ਲੱਗਦੇ। ਕਈ ਵਾਰੀ ਬੰਦਾ ਟਰਾਲੀ ਛੱਡ ਕੇ ਆਂਦਾ, ਕੀ ਹੋਇਆ ਉਹਦੇ ਕੁਝ ਨਹੀਂ, ਮੈਂ ਨਾਲ ਦੇ ਨੂੰ ਕਹਾਂ ਮਾੜੀ ਤੋਰੀ ਚ ਨਹੀਂ, ਮੈਂ ਫਿਰ ਕੱਲ ਨੂੰ ਆਇਆ। ਉਹ ਇਦਾਂ ਖੜੇ ਹੁੰਦੇ ਆ, ਬੁੱਕਲ ਖੇਸੀ ਦੀ ਜਾਂ ਲੋਈ ਦੀ ਮਾਰੀ ਹੁੰਦੀ ਆ,
ਅੱਛਾ ਆ ਚੁੰਡੀ ਆ, ਅੱਛਾ ਇਦਾਂ ਕਈ ਵਾਰੀ ਅੰਦਰ ਦਿਖਾਉਣ ਲੈ ਜਾਂਦੇ ਹੁੰਦੇ ਕਰਮਚਾਰੀਆਂ ਨਾਲ ਹੋ ਜਾਂਦੀ ਇਦਾਂ ਦੀ, ਅੱਛਾ ਇੱਥੇ ਖੰਡ ਬਣਦੀ ਆ, ਇੱਥੇ ਸੀਰਾ ਹੁੰਦਾ, ਅੱਧਾ ਕੰਮ ਤਾਂ ਉਹਨਾਂ ਨੂੰ ਆਉਂਦਾ। ਘੋਲ ਨਾ ਕਰਨ, ਕੰਮ ਖਿੱਚ ਕੇ ਰੱਖਣ। ਜਿਹੜੇ ਬੰਦਿਆਂ ਨੇ ਫੈਕਟਰੀਆਂ ਵਾਲਿਆਂ ਨੇ ਮਿੱਲਾਂ ਵਾਲਿਆਂ ਨੇ ਕਿਸਾਨ ਦੇ ਪੈਸੇ ਹੀ ਨਹੀਂ ਦੇਣੇ, ਸੰਧਾਲੀਆ ਸਾਹਿਬ ਉਹਨਾਂ ਨੂੰ ਰਗੜ ਕੇ ਅਸੀਂ ਗੋਡੇ ਦੇ ਲਾਉਣਾ, ਜਿਨ੍ਹਾਂ ਨੇ ਭੁੱਖਾ ਹੀ ਮਾਰ ਦਿੱਤਾ ਕਿਸਾਨ ਤਾਂ ਮਜ਼ਦੂਰ। ਹਾਂ ਇਹਨਾਂ ਕਿਹਾ ਕਿ ਸਹਿਕਾਰੀ ਖੰਡਾ ਮਿੱਲਾਂ ਦਾ ਜਿਹੜਾ 300 ਕਰੋੜ ਰਹਿੰਦਾ, 100 ਕਰੋੜ 30 ਤਰੀਕ ਤੱਕ, 100 ਕਰੋੜ ਅਗਲੇ ਮਹੀਨੇ ਤੇ 100 ਕਰੋੜ 1 ਸਤੰਬਰ ਤੋਂ 15 ਸਤੰਬਰ ਦੇ ਵਿੱਚ ਅਸੀਂ ਜਾਰੀ ਕਰ ਦਿਆਂਗੇ। ਕੋਆਪਰੇਟਿਵ ਮਿੱਲਾਂ ਦਾ ਤਾਂ ਸਮਝ ਲਓ ਪੈਸੇ ਆ ਗਏ। ਨਹੀਂ ਚੰਗੀ ਗੱਲ ਹੈ। ਦੇਖੋ ਕਾਰਨ ਇਹ ਵੀ ਹੈ ਤੇ ਕੁੱਲ ਮਿਲਾ ਕੇ ਸਖਤੀ ਦੀ ਲੋੜ ਹੀ ਨਾ, ਕਿਉਂਕਿ ਜੇ ਮੰਨ ਲਓ ਵੀ ਪਿਛਲੇ ਪਾਸੇ ਚੂੜੀ ਟੈਟ ਹੋਊਗੀ ਤੇ ਜਿਹੜਾ ਬੰਦਾ ਕੰਮ ਧੰਦਾ ਕਰਨ ਵਾਲਾ ਉਹਨੂੰ ਅੱਗੇ ਵੀ ਆਪਾਂ ਇਹ ਜ਼ਿਕਰ ਕਰ ਰਹੇ ਵੀ ਯਾਰ ਇਹ ਤਾਂ ਹੈ ਨਹੀਂਗਾ ਵੀ ਖੰਡ ਕੋਈ ਖਾਂਦਾ ਤਾਂ ਹੈ ਨਹੀਂ ਯਾਰ, ਐਵੇਂ ਗੰਨਾ ਬੀਜ ਕੇ ਆ ਜਾਂਦੇ ਹੀ ਉਹ, ਇੱਥੇ ਸਾਨੂੰ ਪੀੜਨਾ ਪੈਂਦਾ, ਅਸੀਂ ਖੰਡ ਬਣਾ ਕੇ ਬੈਠਣ ਕਰੀਏ ਕੀ ਯਾਰ, ਕੋਈ ਲੈਂਦੇ ਨਹੀਂ। ਇੱਕ ਪਾਸੇ ਤਾਂ ਆਪਾਂ ਨੇ ਖੰਡ ਦੀ ਕੀਮਤ ਵਧੀ, ਆਉਂਦਾ ਮਹਿੰਗਾਈ ਵਧੀ ਜੀ, ਖੰਡ ਕੀ ਕੀਮਤ ਇੰਨੀ ਵੱਧ ਗਈ। ਇਹਦਾ ਮਤਲਬ ਖੰਡ ਲੱਗਦੀ ਆ, ਉਹਦੀ ਲੋੜ ਆ, ਉਹਦੀ ਵਰਤੋਂ ਆ, ਜੇ ਉਹਦੀ ਲੋੜ ਆ, ਉਹਦੀ ਵਰਤੋਂ ਉਹ ਚੱਲਦੀ ਆ, ਤੇ ਫਿਰ ਜਿੱਥੋਂ ਜਿਹੜੀ ਚੀਜ਼ ਤੋਂ ਬਣਦੀ ਆ ਵੀਰ ਉਹਨੂੰ ਵੀ ਢਿੱਡ ਲੱਗਾ ਜੀ, ਉਹਦੇ ਬਾਰੇ ਵੀ ਸੋਚਣਾ ਚਾਹੀਦਾ। ਹੁਣ ਤੁਸੀਂ ਜਦੋਂ ਜ਼ਿਕਰ ਕਰਦੇ ਸੀ ਨਾ ਟਰਾਲੀਆਂ ਦਾ, ਤੇ ਮੇਰੇ ਦਿਮਾਗ 'ਚ ਆ ਗਿਆ ਵੀ ਦੇਖੋ ਇਹ ਸਾਰੇ ਕੁਝ ਦੀ ਮਿਹਨਤ ਦੇ ਵਿੱਚੋਂ ਜੀ ਪੰਜਾਬੀਆਂ ਦੇ ਜੁਗਾੜ ਵੀ ਤੇ ਨਿਕਲੇ ਆ ਨਾ। ਪਹਿਲਾਂ ਹੁੰਦਾ ਸੀ ਵੀ ਯਾਰ ਉਹ ਟਰਾਲੀ ਦੇ ਨਾਲ ਰੱਸਾ ਪਾਉਣ ਵਾਲਾ ਬੰਦਾ ਚਾਹੀਦਾ, 3 ਜਣਾ ਫੜਿਆ ਰੱਸਾ ਖਿੱਚ ਚੱਕਰਾਂ ਸਰੀਏ ਵੇਦੀ ਪਾ ਕੇ, ਫਿਰ ਹੌਲੀ ਹੌਲੀ ਆਪਣੇ ਜਿਹੜੇ ਪੰਜਾਬੀ ਭਾਈਚਾਰੇ ਦੇ ਮਿਸਤਰੀ ਨੇ ਉਹਨਾਂ ਨੇ ਫਿਰ ਉਹ ਚੂੰਡੀਆਂ ਜਿਹੀਆਂ ਬਣਾ ਲਈਆਂ ਗੇੜਨ ਵਾਲੀਆਂ। ਉਹ ਕਹਿੰਦਾ ਲੈ ਇੱਕੋ ਬੰਦਾ ਰਮਾਨ ਨਾਲ ਕੱਸ ਦਿੰਦਾ, ਤੂੰ ਜਿੰਨਾ ਮਰਜ਼ੀ ਟਾਈਟ ਕਰਾ ਲਾ। ਫਿਰ ਆਪਾਂ ਇਹ ਵੀ ਦੇਖਿਆ ਟਰਾਲੀਆਂ ਨਾਲ ਮੰਜੇ ਵੀ ਹੁੰਦੇ, ਹਾਂ ਪੱਕੇ ਇੱਕ ਸਾਈਡ ਤੇ ਖੁੱਲਣ ਵਾਲਾ ਪੱਕਾ। ਹੁਣ ਬੰਦਾ ਸੋਚਦਾ ਯਾਰ ਇਹ ਟਰਾਲੀ ਦੇ ਨਾਲ ਮੰਜਾ ਕਿਵੇਂ ਬਣਿਆ, ਉਹ ਬੰਦਾ ਹੋ ਸਕਦਾ ਵੇਖ ਲੈਣੇ ਯਾਰ ਜਿਹਨੂੰ ਨਹੀਂ ਉਸ ਚੀਜ਼ ਬਾਰੇ ਪਤਾ, ਯਾਰ ट्राली के साथ मंजा ये कैसे बना, चारपाई कैसे है ना खटिया ਉਹ ਚਾਰਪਾਈ ਵਿਚਾਰਿਆਂ ਦੀ ਲੋੜ ਚੋਂ ਨਿਕਲੀ ਆ, ਹੈ ਨਾ, ਵੀ ਨਾ ਉਹਨਾਂ ਨੂੰ ਉੱਥੇ ਖੱਜਲ ਹੋਣਾ ਪਵੇ ਤੇ ਕਿਹਦਾ ਲੋੜ ਕਿਹਨੂੰ ਜਾਪਦਾ ਵੀ ਫਲਾਨਾ ਹੈ ਨਾ ਟਰਾਲੀ ਬਣਾਈ ਤੇ ਨਾਲ ਵੀਰ ਇੱਕ ਤੇ ਉਹ ਮਤਲਬ ਗਰਾਰੀ ਵੀ ਦਿੱਤੀ ਅਗਲੇ ਨੇ ਰੱਸਾ ਪਾਉਣ ਵਾਲੀ ਤੇ ਨਾਲੇ ਮੰਜਾ ਹੈਗਾ ਜੀ, ਬਹੁਤ ਨਜ਼ਾਰਾ ਜੀ। ਸੰਧਾਲੀਆ ਸਾਹਿਬ ਜਿਹੜਾ ਬੰਦਾ ਖੇਤੀ ਨਹੀਂ ਕਰਦਾ, ਜ਼ਰੂਰੀ ਨਹੀਂ ਖੇਤੀ ਕਰਨੀ ਹੈ, ਜਿਹੜਾ ਬੰਦਾ ਖੇਤੀ ਦੇਖਦਾ ਵੀ ਨਹੀਂ ਵੀ ਕਿੱਦਾਂ ਹੁੰਦੀ ਹੈ, ਉਹਨੂੰ ਲੱਗਦਾ ਹੋਊਗਾ ਕਿ ਉਹਨੇ ਗਾਣਿਆਂ 'ਚ ਟਰੈਕਟਰ ਦੇਖੇ ਹੋਣੇ ਆ, ਫੋਰਡ ਟਰੈਕਟਰ ਫਰ ਨਾ, ਕੁਛ ਹੋਰ ਦੇਖਿਆ ਹੋਊਗਾ ਕਿ ਪਾਈ ਟੋਚਨ ਮੁਕਾਬਲੇ ਨਾ। ਉਹ ਨਹੀਂ ਟਰੈਕਟਰ ਹੁੰਦਾ ਜਦੋਂ, ਕਿਉਂਕਿ ਗੰਨਾ ਸਿਆਲਾਂ ਨੂੰ ਢੋਇਆ ਜਾਂਦਾ, ਮਿੱਲ ਘਰ ਦੇ ਕੋਲ ਨਹੀਂ ਹੁੰਦੀ, ਕਈਆਂ ਨੂੰ 100-100 ਕਿਲੋਮੀਟਰ ਦੂਰ ਮਿੱਲ ਆ ਜਿੱਥੇ ਦੀ ਪਰਚੀ ਮਿਲਦੀ ਆ। ਪਹਿਲਾਂ ਤਾਂ ਪਰਚੀ ਲੈਣ ਦੇ ਲਈ ਹਾੜੇ ਕੱਢਣੇ ਆ, ਉਹਦੇ ਤੋਂ ਬਾਅਦ ਜਦੋਂ ਮਜ਼ਦੂਰਾਂ ਨੂੰ ਲਿਆਉਣਾ, ਗੰਨਾ ਛਲਾਉਣਾ, ਗੰਨਾ ਲੱਦ ਹੋ ਗਿਆ। ਆਮ ਤੌਰ ਤੇ ਤੜਕੇ 2 ਵਜੇ ਤੁਰਦੇ ਹੁੰਦੇ ਕਿਸਾਨ, ਉਹ 2 ਵਜੇ ਤੁਰਨਾ, ਧੁੰਦ ਕਹਿਰ ਦੀ ਹੁੰਦੀ ਹੈ, ਲੋਈ ਲਈ ਆ ਕਿਉਂਕਿ ਆਪਣੇ ਟਰੈਕਟਰ ਉਹ ਤਾਂ ਹੈ ਨਹੀਂ ਕਿ ਬੰਦ ਨੇ ਭਾਈ, ਅੰਦਰਲੇ ਪਾਸੇ ਧੁੰਦ ਆਉਣੀ, ਧੁੰਦ ਪਈ ਆ ਚੁੰਦੀ, ਲੋਈ ਲੈ ਲੈਣੀ ਆ, ਲੋਈ ਇਦਾਂ ਮੋਹਰੇ ਜਿੱਥੇ ਐ ਸਟੀਅਰਿੰਗ ਚਲਾਉਣਾ ਐ ਹੱਥਾਂ ਦੇ ਥੱਲੇ ਉਹਦੀ ਲੋਈ ਵੀ ਫਸਾ ਲੈਣੀ ਆ, ਗੋਡੇ ਠਰੇ ਹੁੰਦੇ ਆ, ਗਿੱਟੇ ਠਰੇ ਹੁੰਦੇ ਚੰਗੇ ਤਰੀਕੇ, ਗਿੱਲੇ ਹੋ ਜਾਂਦੇ ਕੱਪੜੇ, ਤੇ ਉੱਥੇ ਜਾ ਕੇ ਬੀਬੀ ਰਜਾਈ ਲੈ ਕੇ ਬੈਠੀ ਆ ਕਿ ਪੁੱਤ ਰਜਾਈ ਨਿੱਕੀ ਕੀਤੀ ਆ ਤੂੰ ਇਹਦੇ ਵਿੱਚ ਵੜ ਜਾ, ਫਿਰ 4-5 ਦਿਨ ਉੱਥੇ ਹੀ ਰਹਿਣਾ। ਕਈ ਵਾਰੀ ਮੱਛਰ ਬਥੇਰਾ ਹੋ ਜਾਂਦਾ, ਜਿਹਨਾਂ ਦਾ ਗੰਨਾ ਲੇਟ ਹੋ ਜਾਂਦਾ, ਮਾਰਚ ਤੱਕ ਚਲੇ ਜਾਂਦਾ ਕਈ ਵਾਰੀ ਗੰਨਾ, ਕਹਿਰ ਦਾ ਮੱਛਰ ਹੋ ਜਾਂਦਾ ਉੱਥੇ, ਕਿਉਂਕਿ ਮਿੱਠਾ ਮਿੱਠਾ ਜਿਹਾ ਹੁੰਦਾ, ਮੱਖੀਆਂ ਵੀ ਕਹਿਰਦੀਆਂ ਹੁੰਦੀਆਂ। ਇਹ ਨਹੀਂ ਹੈ ਕਿ ਉੱਥੇ ਮੰਜਾ ਲੱਗਾ ਤੇ ਪਾਈ ਉੱਥੇ ਸੌ ਜਾਣਾ, ਨਾ ਇਦਾਂ ਦੀ ਗੱਲ ਕੋਈ ਨਹੀਂ, ਬਹੁਤ ਔਖਾ ਹੁੰਦਾ। ਤੇ ਕਈ ਵਾਰੀ ਟਾਇਰ ਪਾੜ ਜਵੇ, ਟਰਾਲੀ ਇੱਧਰ ਉੱਧਰ ਹੋ ਜਵੇ, ਬਹੁਤ ਕੁਝ ਹੁੰਦਾ। ਤੁਸੀਂ ਦੇਖੋ ਆਪਾਂ ਗਾਣਿਆਂ 'ਚ ਜਾਂ ਹੋਰ ਨਾ ਅੱਜ ਕੱਲ੍ਹ ਨਾ ਉਹ ਫਲਾਨਿਆਂ ਦਾ ਮੁੰਡਾ ਯਾਰ ਬਈ ਉਹ ਕਿਤੇ ਸਟੰਟ ਕਰਦਾ, ਓਏ ਟਰੈਕਟਰ ਐਂ ਖੜਾ ਕਰ ਦਿੰਦਾ, ਹੋ ਸਕਦਾ ਮੁੰਡੇ ਨੇ ਤੇ ਸਟੰਟ ਕਰਨਾ ਹੁਣ ਸਿੱਖਿਆ ਹੋਵੇ। ਉਹ ਜਿਹੜੇ ਗੰਨੇ ਵਾਲੇ ਬਾਪੂ ਜਿਹੜੇ ਕਦੋਂ ਦੇ ਸਟੰਟ ਕਰਦੇ, ਕਿਉਂਕਿ ਬਹੁਤਾ ਕਰਕੇ ਤੇ ਟਰੈਕਟਰ ਐਂ ਹੀ ਆਉਂਦਾ ਹੁੰਦਾ ਜਦੋਂ ਕੱਢਣਾ ਉੱਥੋਂ। ਹੁਣ ਦੇਖੋ ਸਾਰਾ ਕੁਝ ਜਿਹੜਾ ਕਰਨ ਵਾਲੇ ਬੰਦੇ ਨੇ, ਮਿਹਨਤੀ ਨੇ, ਉਹਨਾਂ ਦੀ ਮਿਹਨਤ ਦਾ ਮੁੱਲ ਪੈ ਜਾਵੇ ਤੇ ਆਪਾਂ ਨੇ ਵੀ ਬਹੁਤ ਚੰਗੀ ਗੱਲ। ਚਲੋ ਧਾਲੀਵਾਲ ਸਾਹਿਬ ਨੇ ਉਹਨਾਂ ਨੂੰ ਹੌਸਲਾ ਦਿੱਤਾ, ਉਹਨਾਂ ਨੂੰ ਭਰੋਸਾ ਦਿੱਤਾ, ਵਧੀਆ ਗੱਲ। ਇੱਕ ਜਿਹੜੀ ਉਹਨਾਂ ਨੇ ਬੇਨਤੀ ਕੀਤੀ ਆਪਾਂ ਉਹ ਵੀ ਕਰ ਦਈਏ, ਜ਼ਰੂਰੀ ਹੈ। ਉਹ ਕਹਿੰਦੇ ਵੀ ਯਾਰ ਪਾਣੀ ਬਚਾਉਣਾ ਬੜਾ ਜ਼ਰੂਰੀ ਆ, 15-20 ਸਾਲਾਂ ਦਾ ਆਪਣੇ ਕੋਲੇ ਪਾਣੀ ਬਚਿਆ। ਉਹਨਾਂ ਨੇ ਹੁਣ ਉਦਾਹਰਨ ਦਿੱਤੀ ਹੈ, ਮੈਂ ਇਹਨੂੰ ਅਜੇ ਖੋਜ ਕਰ ਨਹੀਂ ਪਾਇਆ। ਉਹ ਕਹਿੰਦੇ ਵੀ ਕਿਲੇ ਜਿਹੜੇ ਹੁੰਦੇ ਆਮ ਤੌਰ ਤੇ ਦਰਿਆਵਾਂ ਦੇ ਕੰਢਿਆਂ ਤੇ ਹੁੰਦੇ ਆ, ਤੇ ਰਾਜਸਥਾਨ 'ਚ ਬਹੁਤ ਸਾਰੇ ਕਿਲੇ ਉੱਥੇ ਵੀ ਕਦੀ ਦਰਿਆ ਹੋਣਗੇ ਜਾਂ ਹੁੰਦੇ ਸੀ। ਉਹ ਕਹਿੰਦੇ ਜੇ ਕਿਲਿਆਂ ਵਾਲਿਆਂ ਕੋਲੋਂ ਪਾਣੀ ਨਹੀਂ ਬਚਿਆ ਤੇ ਆਪਾਂ ਕਿੱਲਿਆਂ ਵਾਲੇ ਆ, ਵੀ ਮਤਲਬ ਜ਼ਮੀਨ ਦਾ ਏਕੜ ਆਪਾਂ ਕਿੱਲਾ ਕਹਿ ਦਿੰਦੇ ਆ, ਵੀ ਆਪਾਂ ਪਾਣੀ ਜ਼ਰੂਰ ਬਚਾ ਲਈਏ। ਵੀ ਸਾਡੀ ਬੇਨਤੀ ਇਹ ਹੈ ਵੀ ਆਪਾਂ ਫਸਲਾਂ ਉਹ ਬੀਜੀਏ ਜਿਹੜੀਆਂ ਫਸਲਾਂ ਪਾਣੀ ਘੱਟ ਲੈਂਦੀਆਂ ਨੇ, ਆਪਾਂ ਝੋਨੇ ਤੋਂ ਬਚਾ ਕਰ ਲਈਏ। ਤੇ ਜੇ ਪਾਣੀ ਬਚ ਜੂਗਾ ਤੇ ਆਪਾਂ ਜਿਉਂਦੇ ਰਹਿ ਜਾਾਂਗੇ, ਆਪਣਾ ਪੰਜਾਬ ਬਚਿਆ ਰਹਿ ਜੂ। ਜੇ ਪਾਣੀ ਨਾ ਰਿਹਾ ਤੇ ਫਿਰ 5 ਆਬਾਂ ਵਾਲਾ ਪੰਜਾਬ ਵੀ ਨਹੀਂ ਰਹਿਣਾ। ਸੰਧਾਲੀਆ ਸਾਹਿਬ ਅੱਜ ਨਾ ਸਵੇਰੇ ਵਾਲੇ ਪ੍ਰੋਗਰਾਮ ਦੇ ਵਿੱਚ ਇੱਕ ਰਿਪੋਰਟ ਦਿਖਾ ਲਈ, ਜੱਸੀ ਬਰਾੜ ਹੋਰੀ ਉੱਥੇ ਗਏ ਸੀ, ਤੇ ਉਹ ਕਿਸਾਨ ਅੰਦੋਲਨ ਦੇ ਵਿੱਚ ਇੱਕ ਬੰਦਾ ਬੜਾ ਸਰਗਰਮ ਸੀ ਚੰਡੀਗੜ੍ਹ, ਉਹਨੂੰ ਪੁੱਛਿਆ ਜੀ ਆ ਤੁਸੀਂ ਕੀ ਕੀਤਾ, ਪਾਣੀ ਉਹਨਾਂ ਨੇ ਖੂਹ ਕੱਢਿਆ ਪਾਣੀ ਰੀਚਾਰਜ ਕਰਨ ਦੇ ਲਈ ਧਰਤੀ 'ਚ। ਉਹ ਜਿੱਦਾਂ ਸੀਚੇ ਵਾਲਾ ਮਾਡਲ ਆ ਨਾ, ਉੱਦਾਂ ਉਹਨਾਂ ਨੇ 3-4 ਛੋਟੀਆਂ ਚਬੱਚੀਆਂ ਬਣਾਈਆਂ ਕਿ ਭਾਈ ਆ ਪਾਣੀ ਪਹਿਲਾਂ ਇੱਥੇ ਆਊਗਾ, ਇਹ 'ਚ ਸਾਫ਼ ਹੋ ਕੇ ਨਿੱਤਰ ਕੇ ਫਿਰ ਉਹ ਰੂੜੇ ਜਾਂ ਬੱਟੇ ਜਾਂ ਪਾ ਕੇ ਜੋ ਵੀ ਉਹ ਸਿਸਟਮ ਹੁੰਦਾ, ਸਲੋਗਨ ਨਾਲ ਲਿਖੇ ਪਾਣੀ ਬਚਾਉਣਾ ਬਹੁਤ ਜ਼ਰੂਰੀ ਹੈ। ਬੜਾ ਵਧੀਆ ਰੰਗ ਰੂੰਗ ਕੀਤਾ ਹੈ। ਉਹ ਕਹਿੰਦੇ ਜੀ ਤੁਹਾਡਾ ਇਹ ਮਾਡਲ, ਕਹਿੰਦੇ ਨਾ
ਪਹਿਲੀ ਗੱਲ ਉਹ ਸੱਚ ਬੋਲੇ, ਕਹਿੰਦੇ ਜੀ ਚੰਡੀਗੜ੍ਹ ਮੇਰਾ ਭਰਾ ਰਹਿੰਦਾ, ਉਹ ਕਿਸਾਨ ਅੰਦੋਲਨ 'ਚ ਐਜ਼ ਏ ਵਲੰਟੀਅਰ ਰਿਹਾ, ਉੱਥੇ ਬੂਟੇ ਲਾ ਕੇ ਆਇਆ। ਹੁਣ ਉਹਨੇ ਸਾਡੀ ਡਿਊਟੀ ਲਾਈ ਆ, ਸਲਾਹ ਕੀਤੀ ਟੱਬਰ ਨਾਲ ਕਿ ਭਾਈ ਪਾਣੀ ਬਚਾਉਣਾ, ਮੈਂ ਸਿੱਖ ਕੇ ਆਇਆ। ਹੁਣ ਕਈ ਵਾਰੀ ਹੁੰਦਾ ਕਿ ਕਿਸਾਨ ਲੀਡਰ ਲੜ ਪਏ, ਸਿਆਸਤਦਾਨ ਮੁੱਕਰ ਗਏ, ਬੇਸ਼ੱਕ ਲੜ ਪਏ, ਬੇਸ਼ੱਕ ਮੁੱਕਰ ਗਏ। ਉਸ 1 ਸਾਲ ਦੇ ਵਿੱਚ ਜਿਹੜੀ ਇੱਕ ਕਲਾਸ ਪੈਦਾ ਹੋਈ ਨਾ ਪੰਜਾਬ ਦੇ ਵਿੱਚ, ਇੱਕ ਜਮਾਤ ਜਿਹੜੇ ਜਾਗਦੇ ਸਿਰਾਂ ਵਾਲੀ, ਯਾਰ ਪਤਾ ਲੱਗਾ ਤਾਂ ਬਹੁਤ ਜ਼ਰੂਰੀ ਕੰਮ ਹੈ। ਹੁਣ ਉਹਨੇ ਆਪਣਾ ਕੰਮ ਸ਼ੁਰੂ ਕੀਤਾ। ਉਹ ਹੁਣ ਪਾਣੀ ਆਉਂਦਾ ਹੀ ਜਿੰਨਾ ਵੀ ਹੈ, ਉਹ ਬਿਲਕੁਲ ਨਿੱਤਰ ਕੇ ਉੱਥੇ ਜਾਂਦਾ। ਤੇ ਉਹਨਾਂ ਨੇ ਹੋਰ ਵੀ ਦੱਸਿਆ ਕਿ ਅਸੀਂ ਇੰਨੇ ਫੁੱਟ ਦੇ ਉੱਤੇ ਆਹ ਬੱਟੇ ਪਾਏ, ਇੰਨੇ ਤੇ ਆਹ ਬੱਟੇ ਪਾਏ ਕਿ ਰੀਚਾਰਜ ਹੋ ਜਾਵੇ ਸਾਰਾ। ਇੱਦਾਂ ਦਾ ਕੰਮ ਸਾਰੇ ਪਿੰਡਾਂ 'ਚ ਕੀਤਾ ਜਾ ਸਕਦਾ। ਮੈਂ ਕਹਿੰਦਾ ਕਿ ਜੇ ਪਿੰਡ ਦੇ ਵਿੱਚ 10 ਧਾਰਮਿਕ ਸਥਾਨ ਨੇ, ਉੱਦਾਂ ਦੇ 10 ਖੂਹ ਬਣਾਏ ਜਾ ਸਕਦੇ ਆ ਬੜੇ ਆਰਾਮ ਦੇ ਨਾਲ। ਤੇ ਜੇ 5 ਨੇ 5 ਬਣਾ ਲਓ, 1 ਆ ਤਾਂ 1 ਬਣਾ ਲਓ। ਜਿਹਦੇ ਕੋਲੇ 20-25 ਖੇਤ ਹੈਗੇ ਆ, 10 ਖੇਤ ਹੈਗੇ ਆ, ਮੈਨੂੰ ਲੱਗਦਾ ਕੁਛ ਮਰਲਿਆਂ ਦੇ ਵਿੱਚ ਹੀ ਥਾਂ ਲੱਗਦਾ ਹੈ। ਤੁਸੀਂ ਵੀ ਕਰ ਲਓ ਯਾਰ ਕੰਮ। ਜਾਣੀ ਖੇਤਾਂ ਵਾਲਿਆਂ ਨੂੰ ਤਾਂ ਖਾਸ ਤੌਰ ਤੇ ਕਰਨਾ ਚਾਹੀਦਾ, ਕਿਉਂਕਿ ਖੇਤ ਆਪਣੇ ਆਪ 'ਚ ਕਿਸੇ ਕੰਮ ਦਾ ਨਹੀਂ ਜੇ ਪਾਣੀ ਹੈ ਨਹੀਂ। ਤੇ ਪਾਣੀ ਬਚਾਉਣ ਦੇ ਲਈ ਇੰਨਾ ਕੁ ਕੰਮ ਆਪਾਂ ਸਾਰੇ ਕਰ ਲਈਏ ਤਾਂ ਵਧੀਆ। ਤੇ ਚਲੋ ਆਸ ਕਰਦੇ ਆ ਵੀ ਜੇ ਹੁਣ ਸਰਕਾਰ ਨੇ ਵੀ ਆਖਿਆ, ਕਿਸਾਨ ਜਥੇਬੰਦੀਆਂ ਵੀ ਆਂਦੀਆਂ, ਤੇ ਸ਼ਾਇਦ ਇਧਰ ਨੂੰ ਕੰਮ ਤੁਰੇ। ਦੂਜੀ ਗੱਲ ਥੋੜੀ ਜਿਹੀ ਤੁਸੀਂ ਗੱਲ ਕੀਤੀ ਸੀ ਨੇਤਾਵਾਂ ਦੀ ਜੀ, ਉਹਨਾਂ ਦੇ ਚੱਲਦੇ ਕੇਸਾਂ ਦੀ। ਤੇ ਕੇਸ ਸਰਦਾਰ ਬਿਕਰਮ ਸਿੰਘ ਮਜੀਠੀਆ ਸਾਹਿਬ ਦਾ ਕਾਫੀ ਦੇਰ ਤੋਂ ਚੱਲਦਾ ਆਉਂਦਾ। ਜਿੰਨੀ ਕੁ ਵਾਰਾਂ ਵੀ ਉਹ ਤਰੀਕ ਆਉਂਦੀ, ਉਨੀ ਵਾਰ ਹੀ ਉਹ ਬੜੇ, ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਬੜੀ ਉਹਨਾਂ ਨੂੰ ਉਮੀਦ ਹੁੰਦੀ ਹੈ ਕਿ ਸ਼ਾਇਦ ਅੱਜ ਗੱਲ ਬਣ ਜਾਵੇ। ਪਰ ਹੁਣ ਫਿਰ ਕਿਉਂਕਿ ਤਰੀਕ ਸੀ ਤੇ ਉਸ ਤਰੀਕ ਤੇ ਵੀ ਉਹਨਾਂ ਨੂੰ ਜ਼ਮਾਨਤ ਨਹੀਂ ਮਿਲੀ। ਹੁਣ ਸ਼ਾਇਦ 29 ਜੁਲਾਈ ਫਿਰ ਅਗਲੀ ਤਰੀਕ ਪੈ ਗਈ ਹੈ, ਬੈਂਚ ਵੀ ਸ਼ਾਇਦ ਬਦਲ ਦਿੱਤਾ। ਹੁਣ ਉਦੋਂ ਜਾ ਕੇ ਆਸ ਉਮੀਦ ਹੈ ਵੀ ਸ਼ਾਇਦ ਗੱਲ ਬਣ ਜਾਵੇ। ਸੰਧਾਲੀਆ ਸਾਹਿਬ, ਉਹ ਖਬਰ ਜਦੋਂ ਆਉਂਦੀ ਹੈ ਨਾ ਕਿ ਮਜੀਠੀਆ ਸਾਹਿਬ ਨੂੰ ਜ਼ਮਾਨਤ ਨਹੀਂ ਮਿਲੀ, ਜਾਂ ਖਬਰਾਂ ਹੁੰਦੀਆਂ ਜੀ ਰਾਹਤ ਨਹੀਂ ਮਿਲੀ, ਇੱਕ ਵਾਰ ਫੇਰ ਲੱਗਾ ਝਟਕਾ। ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ ਕਿ 2 ਜੱਜ ਸਾਹਿਬ, ਪਹਿਲਾਂ ਇੱਕ ਜੱਜ ਸਾਹਿਬ ਦੇ ਕੋਲੇ ਕੇਸ ਗਿਆ, ਉਹਨਾਂ 'ਚੋਂ ਇੱਕ ਜੱਜ ਸਾਹਿਬ ਕਹਿੰਦੇ ਨੇ ਜੀ ਨਿੱਜੀ ਕਾਰਨ ਹੈ, ਮੈਂ ਨਹੀਂ ਇਹ ਸੁਣਵਾਈ ਕਰਨੀ। ਦੂਜੀ ਬੈਂਚ ਕੋ ਗਿਆ, ਉੱਥੇ ਵੀ ਇੱਕ ਜੱਜ ਸਾਹਿਬ ਕਹਿ ਗਏ। ਫਿਰ ਚੀਫ ਜਸਟਿਸ ਸਾਹਿਬ ਜਿਹੜੇ ਸਾਡੇ ਹਾਈ ਕੋਰਟ ਦੇ ਮੁੱਖ ਜੱਜ ਨੇ, ਉਹਨਾਂ ਦੇ ਕੋਲੇ ਚਲਾ ਗਿਆ, ਉਹਨਾਂ ਨੇ ਫਿਰ ਨਵੀਂ ਬੈਂਚ ਨੂੰ ਦੇ ਦਿੱਤਾ। ਫਿਰ ਤਰੀਕ ਪਈ, ਚਲੋ ਸੁੱਖ ਦਾ ਸਾਹ ਆਉਂਦਾ ਜਿਨ੍ਹਾਂ ਨੇ ਪਟੀਸ਼ਨ ਪਾਈ ਹੁੰਦੀ ਆ ਕਿ ਭਾਈ ਸੁਣਵਾਈ ਹੋ ਜੂ। ਅਸਲ 'ਚ ਇੱਕ ਝਟਕੇ ਵਾਲੀ ਗੱਲ ਕੋਈ ਨਹੀਂ। ਉੱਥੇ ਸਰਕਾਰੀ ਵਕੀਲ ਨੇ ਵੀ ਕਿਹਾ ਸੀ ਜੇ ਸਾਡੇ ਸੀਨੀਅਰ ਪੇਸ਼ ਹੋਣਗੇ। ਉੱਥੇ ਮਜੀਠੀਆ ਸਾਹਿਬ ਦੇ ਵਕੀਲ ਸਾਹਿਬ ਨੇ ਵੀ ਕਹਿਤਾ ਕਿ ਅਸੀਂ ਕੁਝ ਦਸਤਾਵੇਜ਼ ਹੋਰ ਪੇਸ਼ ਕਰਨੇ ਆ, ਕੁਝ ਕਾਗਜ਼ ਪੱਤਰ ਜੱਜ ਸਾਹਿਬ ਅਸੀਂ ਤੁਹਾਡੇ ਸਾਹਮਣੇ ਰੱਖਣੇ ਆ ਜ਼ਮਾਨਤ ਦੀ ਸੁਣਵਾਈ ਦੇ ਮੁੱਦੇ ਤੇ, ਸਾਨੂੰ ਥੋੜਾ ਵਕਤ ਚਾਹੀਦਾ। ਦੋਨਾਂ ਧਿਰਾਂ ਨੇ ਕਹਿਤਾ, ਉਹਨਾਂ ਨੇ 29 ਤਰੀਕ ਪਾਤੀ। ਆਹੀ ਮਹੀਨਾ 29 ਤਰੀਕ, ਥੋੜੇ ਦਿਨ ਨੇ, ਉਦੋਂ ਨੂੰ ਸੁਣਵਾਈ ਹੋਊਗੀ। ਦੋਨੋਂ ਧਿਰਾਂ ਆਪੋ ਆਪਣਾ ਪੱਖ ਰੱਖਣੀਆਂ, ਜੱਜ ਸਾਹਿਬ ਨੇ ਫੈਸਲਾ ਫੇਰ ਕਰਨਾ। ਪਰ ਹਾਲ ਦੀ ਘੜੀ ਅਕਾਲੀ ਦਲ ਦੇ ਨੇਤਾ ਬਿਕਰਮ ਸਿੰਘ ਮਜੀਠੀਆ ਸਾਹਿਬ ਜਿਹੜੇ ਨੇ ਉਹ ਜੇਲ੍ਹ 'ਚ ਨੇ, ਜੇਲ੍ਹ 'ਚ ਰਹਿਣਗੇ ਜਦੋਂ ਤੱਕ ਉਹਨਾਂ ਦੀ ਜ਼ਮਾਨਤ ਦੀ ਅਰਜ਼ੀ ਤੇ ਸੁਣਵਾਈ ਨਹੀਂ ਹੁੰਦੀ। ਚਲੋ ਇਹ ਤਾਂ ਗੱਲ ਹੈਗੀ ਆ ਵੀ ਉਹ ਜਦੋਂ 29 ਆਊਗੀ ਉਦੋਂ ਪਤਾ ਲੱਗੂਗਾ ਵੀ ਕੀ ਬਣਦਾ ਉਹਦਾ, ਕੀ ਨਹੀਂ ਬਣਦਾ। ਇੱਕ ਆਪਾਂ ਜਾਂਦੇ ਜਾਂਦੇ ਜਥੇਦਾਰ ਸਾਹਿਬ ਦੀ ਗੱਲ ਕਰ ਜੀ। ਜਥੇਦਾਰ ਸਾਹਿਬ ਨੇ ਹੁਣ ਤਾਕੀਦ ਕੀਤੀ ਹੈ ਵੀ SGPC ਕਮਜ਼ੋਰ ਨਾ ਹੋਵੇ, ਕਿਉਂਕਿ SGPC ਬੜੀ ਤਕੜੀ ਜਥੇਬੰਦੀ ਹੈ ਸਿੱਖਾਂ ਦੀ। ਤੇ ਜੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਆਪਾਂ ਉਹ ਕੰਮ ਕਰ ਰਹੇ ਹਾਂ, ਤੇ ਉਹਨਾਂ ਨੇ ਆਪਣੇ ਵੱਲੋਂ ਕਿਹਾ ਵੀ ਸਾਰੇ ਗੁਰਦੁਆਰਾ ਸਾਹਿਬਾਨਾਂ ਦੇ ਵਿੱਚ ਪੋਸਟਰ ਲਾਓ, ਜਾਣਕਾਰੀ ਲਾਓ, ਤਾਂ ਜੋ ਜਿਹੜੇ ਲੋਕ ਆਉਂਦੇ ਨੇ, ਖਾਸ ਕਰਕੇ ਨੌਜਵਾਨ ਪੀੜ੍ਹੀ, ਉਹਨਾਂ ਨੂੰ ਪਤਾ ਲੱਗ ਸਕੇ ਕਿ ਅਸਲ ਦੇ ਵਿੱਚ ਕੇਸ ਕੀ ਆ, ਕਿਉਂ ਉਹ ਲੋਕ ਅੰਦਰ ਨੇ, ਕਿੰਨੇ ਚਿਰ ਤੋਂ ਅੰਦਰ ਨੇ, ਤਾਂ ਜੋ ਅਵੇਅਰਨੈਸ ਹੋਵੇ। ਕਿਉਂਕਿ ਜਦ ਤੱਕ ਅਵੇਅਰਨੈਸ ਨਹੀਂ ਜਾਂਦੀ ਸਿੱਖਾਂ ਦੇ ਵਿੱਚ, ਤੇ ਉਨੀ ਦੇਰ ਤੱਕ ਉਹ ਮੁੱਦਾ ਸਮਝ ਕਿੱਦਾਂ ਆਊਗਾ ਲੋਕਾਂ ਨੂੰ। ਸੰਧਾਲੀਆ ਸਾਹਿਬ, ਕਮਜ਼ੋਰ ਵਾਲੀ ਤਾਂ ਗੱਲ ਹੀ ਕੋਈ ਨਹੀਂ। ਦੇਖੋ, ਸਿੱਖਿਆ ਦੇ ਮੁੱਦੇ ਤੇ ਕੰਮ ਕਰਨ ਵਾਲਾ, ਸਿਹਤ ਦੇ ਮੁੱਦੇ ਤੇ ਕੰਮ ਕਰਨ ਵਾਲਾ, ਧਰਮ ਪ੍ਰਚਾਰ ਦੇ ਮੁੱਦੇ ਤੇ ਤਾਂ ਕੰਮ ਕਰਨ ਵਾਲਾ ਹੈਗਾ ਹੀ ਆ। ਨਾਲੇ ਏਡੀ ਲੰਬੀ ਜ਼ਿੰਦਗੀ ਹੈ ਇਸ ਸੰਸਥਾ ਦੀ, ਜਾਣੀ ਕਿ ਦਹਾਕਿਆਂ ਲੰਬੀ, ਸਦੀਆਂ ਲੰਬੀ, ਤੇ ਘੋਲ ਕਿੰਨੇ ਨੇ, ਇਤਿਹਾਸ ਕਿੰਨਾ। ਮੈਂ ਤਾਂ ਕਹਿੰਦਾ ਕਿ ਪ੍ਰਚਾਰ ਕਰਦੇ ਆ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਤਿਹਾਸ ਪੜ੍ਹਾਈ ਜਾਣ, ਉਹ ਹੀ ਨਹੀਂ ਮੁੱਕਦਾ। ਉਹਦੇ ਨਾਲ ਹੀ ਵੱਡੀ ਪੱਧਰ ਤੇ ਜਾਗਰੂਕ, ਕਮਜ਼ੋਰੀ ਵਾਲੀ ਗੱਲ ਕੋਈ ਨਹੀਂ। ਐਨ ਡਟ ਕੇ ਕੰਮ ਕਰਨਾ ਚਾਹੀਦਾ। ਖਾਸ ਤੌਰ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜ ਖੇਤਰ ਦਾ ਬਹੁਤਾ ਹਿੱਸਾ ਹੀ ਉਹ ਪੰਜਾਬ ਹੈ ਜਿੱਥੇ ਗਲ ਤੱਕ ਸਮੱਸਿਆਵਾਂ ਨੇ। ਤੇ ਸਮਾਜਿਕ ਸਰੋਕਾਰ ਤਾਂ ਧਾਰਮਿਕ ਸਰੋਕਾਰਾਂ ਦੇ ਨਾਲ ਹੈਗਾ ਹੀ ਆ। ਡਟ ਕੇ ਕੰਮ ਕਰੋ, ਖੇਤਰ ਖਾਲੀ ਪਿਆ, ਲੋਕ ਹੱਥੀਂ ਛਾਵਾਂ ਕਰਨਗੇ। ਚਲੋ ਆਸ ਕਰਦੇ ਆ ਵੀ ਹੁਣ ਇਹਦੇ ਤੋਂ ਬਾਅਦ ਜ਼ਰੂਰ SGPC ਤੁਰੂਗੀ ਉਸ ਪਾਸੇ, ਆਪਾਂ ਵੀ ਤੁਰੀਏ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਭੇਜ ਰਹੇ ਨੇ, ਉਹਦੇ ਲਈ ਬੜੇ ਧੰਨਵਾਦੀ ਹਾਂ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।